ਜਗਬਾਣੀ ਖੇਤੀਬਾੜੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸਰਬਜੀਤ ਸਿੰਘ ਸਿੱਧੂ। ਖੇਤੀਬਾੜੀ ਪੰਜਾਬੀਆਂ ਦੇ ਖੂਨ ਵਿੱਚ ਹੈ। ਪੰਜਾਬ ਦਾ ਲਗਭਗ ਹਰ ਘਰ ਖੇਤੀਬਾੜੀ ਨਾਲ ਰਾਬਤਾ ਰੱਖਦਾ ਹੈ। ਇੱਥੋਂ ਦੀ ਧਰਤ ਚੋਂ ਹੀ ਬਹੁਤ ਸਾਰੇ ਖੇਤੀ ਵਿਗਿਆਨੀ ਵੀ ਪੈਦਾ ਹੋਏ। ਉਹਨਾਂ ਵਿਗਿਆਨੀਆਂ ਨੇ ਪੰਜਾਬ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੱਕ ਰੌਸ਼ਨ ਕੀਤਾ। ਅੱਜ ਅਸੀਂ ਪਹੁੰਚੇ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਜਿੱਥੇ ਮੁਲਾਕਾਤ ਕਰਾਂਗੇ PAU ਦੇ ਵਾਈਸ ਚਾਂਸਲਰ ਡਾਕਟਰ ਬਲਦੇਵ ਸਿੰਘ ਢਿੱਲੋਂ ਜੀ ਨਾਲ। ਡਾਕਟਰ ਬਲਦੇਵ ਸਿੰਘ ਢਿੱਲੋਂ ਦਾ ਜਨਮ 27 ਜੂਨ 1947 ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਦੁਬਰਜੀ ਪਿੰਡ 'ਚ ਹੋਇਆ। ਉਸ ਤੋਂ ਬਾਅਦ ਉਹਨਾਂ ਨੇ ਆਪਣੀ BSc ਦੀ ਡਿਗਰੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਹਾਸਲ ਕੀਤੀ ਅਤੇ MSc ਦੀ ਡਿਗਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਫਿਰ ਦਿੱਲੀ ਚਲੇ ਗਏ ਤੇ ਦਿੱਲੀ ਤੋਂ PhD ਦੀ ਡਿਗਰੀ IARI ਤੋਂ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਨੂੰ ਹੀ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅਤੇ ਬਹੁਤ ਸਾਰੀਆਂ ਖੋਜਾਂ ਕੀਤੀਆਂ। ਉਹ ਅੰਤਰਰਾਸ਼ਟਰੀ ਪੱਧਰ 'ਤੇ ਵੀ ਆਪਣੀ ਸੇਵਾ ਨਿਭਾਉਂਦੇ ਰਹੇ। ਜਰਮਨੀ ਵੀ ਗਏ, ਸੀਮੈਂਟ ਦੇ ਵਿੱਚ ਵੀ ਕੰਮ ਕੀਤਾ। ਉਸ ਤੋਂ ਬਾਅਦ 2011 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਆਏ, ਇੱਥੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਅਤੇ ਪਿਛਲੇ 9 ਸਾਲਾਂ ਤੋਂ ਇੱਥੇ ਹੀ ਆਪਣੀ ਸੇਵਾ ਨਿਭਾ ਰਹੇ ਨੇ। ਅੱਜ ਅਸੀਂ ਮੁਲਾਕਾਤ ਕਰਾਂਗੇ ਉਹਨਾਂ ਦੀਆਂ ਜ਼ਿੰਦਗੀ ਦੀਆਂ ਉਹ ਪਰਤਾਂ ਜਿਹੜੀਆਂ ਕਦੇ ਨਹੀਂ ਖੁੱਲੀਆਂ, ਕਿਉਂਕਿ ਬੜਾ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਖੇਤੀਬਾੜੀ ਨਾਲ ਜੁੜਿਆ ਅਤੇ ਪੰਜਾਬ ਦੇ ਹਰ ਇੱਕ ਦੌਰ ਨਾਲ ਜੁੜਿਆ, ਜਿੱਥੋਂ ਉਹਨਾਂ ਨੇ ਚੰਗਾ ਅਤੇ ਮਾੜਾ ਸਮਾਂ ਵੇਖਿਆ ਅਤੇ ਅੱਜ ਉਹ ਦੇਖ ਰਹੇ ਨੇ, ਨਵੀਆਂ ਖੋਜਾਂ ਕਰ ਰਹੇ ਨੇ ਅਤੇ ਪੰਜਾਬੀ ਜੋ ਕਿਸਾਨ ਹੈ ਉਸ ਨੂੰ ਸੰਕਟ 'ਚੋਂ ਕਿਵੇਂ ਕੱਢਿਆ ਜਾ ਸਕਦਾ ਹੈ, ਉਸ ਲਈ ਲਗਾਤਾਰ ਆਪਣੇ ਕੁਲੀਗਸ ਨਾਲ, ਆਪਣੇ ਹੋਰ ਜਿਹੜੇ ਵਿਗਿਆਨੀ ਹੈ ਉਹਨਾਂ ਨਾਲ ਮਿਲ ਕੇ ਖੋਜਾਂ ਕਰਦੇ ਹੈ। ਅੱਜ ਅਸੀਂ ਉਹਨਾਂ ਨਾਲ ਮੁਲਾਕਾਤ ਕਰਾਂਗੇ ਅਤੇ ਉਹਨਾਂ ਦੀ ਜ਼ਿੰਦਗੀ ਦੀਆਂ ਨਵੀਆਂ ਪਰਤਾਂ ਫਰੋਲਾਂਗੇ ਕਿ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਗੁਜ਼ਾਰੀ ਅਤੇ ਕਿਹੋ ਜਿਹਾ ਸਮਾਂ ਹੁੰਦਾ ਸੀ ਜਦੋਂ ਉਹ ਪੜ੍ਹਦੇ ਹੁੰਦੇ ਸੀ। ਅੱਜ ਦੇ ਲੋਕਾਂ ਨੂੰ ਜਾਂ ਅੱਜ ਦੇ ਜਿਹੜੇ ਨੌਜਵਾਨਾਂ ਨੂੰ ਉਹਨਾਂ ਤੋਂ ਕੀ ਸੇਧ ਮਿਲ ਸਕਦੀ ਹੈ। ਅੱਜ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ। ਤੁਹਾਡਾ ਦੁਬਰਜੀ ਪਿੰਡ ਹੈ ਨਾ ਜੀ? ਹਾਂਜੀ। ਉੱਥੋਂ ਤੁਸੀਂ ਖਾਲਸਾ ਕਾਲਜ ਫਿਰ ਕਾਹਦੇ ਤੇ ਜਾਂਦੇ ਹੁੰਦੇ ਸੀ? ਸਾਡਾ ਫਾਰਮ ਹਾਊਸ ਸੀਗਾ। ਜਦੋਂ ਕਣਕਾਂ ਵੱਢੀਆਂ ਜਾਂਦੀਆਂ ਸੀਗੀਆਂ ਉੱਥੇ ਡਾਂਡੇ ਮਿੰਡੇ ਸਿੱਧੇ ਚਲ ਜਾਈਦਾ, 15 ਮਿੰਟ ਲੱਗਦੇ ਸੀਗੇ। ਜਦੋਂ ਫਸਲਾਂ ਬੀਜੀਆਂ ਨੇ ਉਦੋਂ ਵੱਟੇ ਵੱਢ ਜਾਣਾ ਪੈਂਦਾ ਸੀਗਾ, ਉਦੋਂ 25 ਮਿੰਟ ਲੱਗਦੇ ਹੋਣਗੇ। ਮੈਨੂੰ ਮਾਣ ਹੈ ਕਿ ਮੈਂ ਖਾਲਸਾ ਕਾਲਜ ਦਾ ਸਟੂਡੈਂਟ ਰਿਹਾ, ਮੈਨੂੰ ਮਾਣ ਹੈ ਕਿ ਮੈਂ PA ਦਾ ਸਟੂਡੈਂਟ ਰਿਹਾ ਅਤੇ ਮੈਨੂੰ ਮਾਣ ਹੈ ਪੂਸਾ ਇੰਸਟੀਚਿਊਟ ਦਾ ਸਟੂਡੈਂਟ ਰਿਹਾ। ਉਸ ਸਮੇਂ ਦਾ ਕੋਈ ਕਿੱਸਾ ਜੀ, ਜਦੋਂ ਜਵਾਨੀ ਹੁੰਦੀ ਸੀ ਤੁਸੀਂ ਫਿਲਮਾਂ ਵੀ ਦੇਖਣ ਜਾਂਦੇ ਹੁੰਦੇ ਸੀ? ਸਾਡਾ ਜਿਹੜਾ ਗਰੁੱਪ ਜਿਹਾ ਰਿਹਾ ਉਹਦੇ ਵਿੱਚ ਫਿਲਮਾਂ ਹੀ ਜ਼ਿਆਦਾ ਵੇਖਦੇ ਰਹੇ। ਔਰ ਜਦੋਂ ਹੁਣ ਜਰਮਨੀ ਗਏ 2007 ਤੋਂ, ਉਦੋਂ 3 ਯੂਰੋ ਦੀ ਇੱਕ ਫਿਲਮ ਆਉਂਦੀ ਸੀਗੀ ਅਤੇ ਮੈਂ ਫਿਰ 400 ਪੁਰਾਣੀਆਂ ਫਿਲਮਾਂ ਜਿਹੜੀਆਂ ਮੇਰੇ ਕੋਲ ਵੀਡੀਓ ਪਈਆਂ ਜੀ। ਅਸੀਂ BSc ਫਾਈਨਲ ਸੀਗੀ ਅਤੇ ਇਲੈਕਸ਼ਨਾਂ ਹੋਣੀਆਂ ਸੀਗੀਆਂ ਸਟੂਡੈਂਟ ਐਸੋਸੀਏਸ਼ਨ ਦੀਆਂ। ਅਤੇ ਸਾਡੀ ਕਲਾਸ ਦੇ 2 ਸਾਡੇ ਕਲਾਸ ਵਾਲੇ ਸੀ, ਉਹਨਾਂ ਦੀ ਕਿਸੇ ਗੱਲੋਂ ਮਾੜੀ ਮੋਟੀ ਲੜਾਈ ਹੋ ਗਈ ਅਤੇ ਉਹ ਇੱਕ ਜਣਾ ਕਹਿੰਦਾ ਮੈਂ ਖਲੋਣਾ, ਦੂਜਾ ਕਹਿੰਦਾ ਜੇ ਤੂੰ ਖਲੋਣਾ ਤੇ ਫਿਰ ਮੈਂ ਵੀ ਖਲੋਊਂਗਾ। ਪਤਾ ਨਹੀਂ ਕੀ ਗੱਲ ਆ, ਸਾਰੇ ਸਮਝੌਤਾ ਸਾਰਿਆਂ ਦਾ ਹੋ ਗਿਆ ਮੇਰੇ ਉੱਤੇ। ਅੱਛਾ। ਆਈ ਐਕਟਡ ਐਜ਼ ਪ੍ਰੈਜ਼ੀਡੈਂਟ ਆਫ ਖਾਲਸਾ ਕਾਲਜ ਸਟੂਡੈਂਟ ਐਸੋਸੀਏਸ਼ਨ। ਉਦੋਂ ਸਮੁੰਦਰੀ ਸਾਹਿਬ ਹੈਗੇ ਸੀਗੇ ਪ੍ਰਿੰਸੀਪਲ, ਉਹਨਾਂ ਮੇਰਾ ਨਾਂ ਸਰਪੰਚ ਰੱਖਤਾ। ਅੱਛਾ। ਸੋ BSc ਫਾਈਨਲ ਦੇ 1 ਸਾਲ 11 ਕੁ ਮਹੀਨੇ ਜਾਂ 9 ਮਹੀਨੇ ਕਹਿ ਲਓ ਮੈਂ ਸਰਪੰਚ ਵੀ ਰਿਹਾ ਖਾਲਸਾ। ਹੋਸਟਲ ਨਾਲ ਜੁੜਨ ਦੀ ਯਾਦ ਤੁਹਾਨੂੰ ਹੁਣ ਦੇ ਦੱਸ ਦਿੰਦਾ ਜਿਹੜੀ ਤਾਜ਼ਾ ਹੋਈ। ਜਦੋਂ ਮੈਂ ਵਾਈਸ ਚਾਂਸਲਰ ਜੁਆਇਨ ਕੀਤਾ ਅਤੇ ਜੀ ਕੀਤਾ ਕਿ ਹੋਸਟਲ ਚੱਲਦੇ, ਮੇਰਾ ਜਿਹੜਾ ਕਮਰਾ ਸੀ ਫਸਟ ਫਲੋਰ 'ਤੇ ਨਾਲ ਹੀ ਪੌੜੀਆਂ ਦੇ ਸੀਗਾ। ਅੱਛਾ। ਲੜਕੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹ ਲੜਕੀ ਨੇ ਗਾਊਨ ਪਾਇਆ ਸੀ। ਮੈਂ ਕਿਹਾ ਬੇਟੇ ਤੂੰ ਗਾਊਨ ਕਿਸ ਤਰ੍ਹਾਂ ਪਾਇਆ? ਕਹਿੰਦੀ ਸਰ ਸਾਡੀ ਇੰਟਰਨਸ਼ਿਪ ਆ ਵੈਟਰਨਰੀ ਦੀ। ਫਿਰ ਮੈਂ ਆਪਾਂ ਨੂੰ ਲੱਗਾ ਕਿ ਤੇ ਮੈਂ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਹੋਸਟਲ 'ਚ ਆ ਗਿਆ, ਕੁੜੀਆਂ ਦੇ ਹੋਸਟਲ 'ਚ ਆ ਗਿਆ। ਉੱਥੇ ਜਿਹੜੀ ਲੇਡੀ ਦੀ ਡਿਊਟੀ ਲੱਗੀ ਸੀ ਉਹ ਆਸੇ ਪਾਸੇ ਮੈਂ ਨਹੀਂ ਦੇਖਿਆ ਬੈਠੀ, ਉਹ ਲੇਡੀ ਵੀ ਪੌੜੀਆਂ ਚੜ੍ਹ ਆਈ। ਅੱਛਾ। ਤੂੰ ਕੌਣ ਹੈ? ਇੱਥੇ ਕਿਸ ਤਰ੍ਹਾਂ ਆ ਗਿਆ? ਅੱਛਾ। ਤੂੰ ਕੌਣ ਹੈ? ਕਿੱਥੇ ਆ ਗਿਆ? ਮੈਂ ਕਿਹਾ ਬੀਬੀ ਗਲਤੀ ਹੋ ਗਈ, ਮੈਂ ਚੱਲਿਆ, ਕਿਸੇ ਕੋ ਮੇਰੀ ਸ਼ਿਕਾਇਤ ਨਾ ਲਾਈ। ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਡਾਕਟਰ ਬਲਦੇਵ ਸਿੰਘ ਢਿੱਲੋਂ ਦੇ ਘਰ, ਜਿੱਥੇ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ, ਕਿ ਕਿੱਥੋਂ ਉਹਨਾਂ ਨੇ ਆਪਣਾ ਖੇਤੀਬਾੜੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਅੱਜ ਉਹ 70 ਸਾਲ ਦੀ ਉਮਰ ਤੋਂ ਵੀ ਉੱਪਰ ਉਹਨਾਂ ਦੀ ਉਮਰ ਹੋ ਗਈ ਹੈ ਅਤੇ ਲਗਾਤਾਰ ਖੇਤੀਬਾੜੀ ਦੀ ਸੇਵਾ ਨਿਭਾ ਰਹੇ ਨੇ ਕਿਸਾਨਾਂ ਲਈ ਅਤੇ ਪੰਜਾਬ ਦੀ ਖੇਤੀਬਾੜੀ ਨੂੰ ਹੋਰ ਪ੍ਰਫੁੱਲਤ ਕਰਨ ਲਈ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ।
ਡਾਕਟਰ ਸਾਹਿਬ ਇਹ ਜਿਹੜਾ ਸਫ਼ਰ ਸ਼ੁਰੂ ਹੋਇਆ ਜਿਵੇਂ ਕਿ 1947 ਚ ਤੁਹਾਡਾ ਜਨਮ ਹੋਇਆ ਤਾਂ ਪਰਿਵਾਰ ਉਦੋਂ ਖੇਤੀ ਕਰਦਾ ਸੀ ਮਾਤਾ ਪਿਤਾ ਜਾਂ ਕੁਝ ਹੋਰ ਕੰਮ ਸੀ ਉਦੋਂ? ਨਹੀਂ, ਖੇਤੀ ਦਾ ਸਫ਼ਰ ਤੇ ਜੰਮਦੇ ਸ਼ੁਰੂ ਕਰ ਕਿਉਂਕਿ ਪਿਤਾ ਜੀ ਖੇਤੀ ਕਰਦੇ ਸੀ। ਅੱਛਾ ਜੀ। ਸੋ ਜਿਉਂ ਹੋਸ਼ ਸੰਭਾਲੀ ਤੇ ਉਦੋਂ ਜ਼ਮਾਨਾ ਇਹ ਸੀਗਾ ਕਿ ਕੰਮ ਬਹੁਤ ਜ਼ਿਆਦਾ ਹੁੰਦੇ ਸੀ, ਹਾਂਜੀ। ਪੈਸੇ ਇੰਨੇ ਨਹੀਂ ਹੁੰਦੇ ਕਿ ਜ਼ਿਆਦਾ ਲੇਬਰ ਲਵਾ ਲਓ। ਸੋ ਜਿਉਂ ਹੋਸ਼ ਸੰਭਾਲੀ ਤਿਉਂ ਖੇਤੀ ਦੇ ਵਿੱਚ ਜ਼ਿਆਦਾ ਪੈਂਦੇ ਗਏ। ਤੇ ਜੇ ਆਪਾਂ ਸਿੰਪਲ ਲਫ਼ਜ਼ਾਂ ਦੇ ਵਿੱਚ ਕਹੀਏ, ਸਾਦਾ ਲਫ਼ਜ਼ਾਂ ਦੇ ਵਿੱਚ, ਡੰਗਰ ਚਾਰਨ ਤੋਂ ਲੈ ਕੇ ਟਰੈਕਟਰ ਵਾਹੁਣ ਤੱਕ ਅੱਛਾ ਸਾਰੇ ਕੰਮ ਹੱਥ ਨਾਲ ਕੀਤੇ, ਹੱਥੀਂ ਕਰਦੇ ਹੁੰਦੇ ਹੱਥ ਨਾਲ ਕੀਤੇ, ਸਭ ਕੁਛ ਕੀਤਾ ਵਾ। ਉਦੋਂ ਜਿੱਦਾਂ ਮੈਨੂੰ ਲੱਗਦਾ ਜੀ ਉਦੋਂ ਪੜ੍ਹਾਈ ਇੰਨਾ ਜ਼ਿਆਦਾ ਤਰਜੀਹ ਨਹੀਂ ਦਿੱਤੀ ਜਾਂਦੀ ਸੀ, ਬਹੁਤ ਘੱਟ ਪੜ੍ਹਦੇ ਸੀ ਜਾਂ ਫਿਰ ਤੁਸੀਂ ਕਿਵੇਂ? ਨਹੀਂ, ਮੇਰੇ ਫਾਦਰ ਸਾਹਿਬ ਪੜ੍ਹੇ ਸੀਗੇ। ਅੱਛਾ। ਉਹਨਾਂ ਵੈਟਰਨਰੀ ਦਾ ਕੋਰਸ ਕੀਤਾ ਸੀਗਾ ਅੱਛਾ। ਤੇ ਫਿਰ ਉਹ ਡਾਕਟਰੀ ਛੱਡ ਕੇ ਵਿੱਚ ਹੀ ਖੇਤੀ ਕਰਨ ਆ ਗਏ। ਪਰਮਾਤਮਾ ਦੀ ਕਿਰਪਾ ਨਾਲ ਜਿਸ ਤਰ੍ਹਾਂ ਅੰਮ੍ਰਿਤਸਰ ਤਰਨਤਾਰਨ ਜ਼ਿਲ੍ਹੇ 'ਚ ਜ਼ਮੀਨ ਠੀਕ ਸੀ, ਮਾਲਵੇ ਦੇ ਮੁਕਾਬਲੇ 'ਤੇ ਜ਼ਮੀਨ ਦਾ ਰਕਬਾ ਬਹੁਤ ਘੱਟ ਸੀਗਾ। ਹਾਂਜੀ। ਇਸ ਕਰਕੇ ਮੈਂ 8ਵੀਂ ਤੱਕ ਤਰਨਤਾਰਨ ਰਿਹਾ। ਅੱਛਾ। ਤੇ 9ਵੀਂ 10ਵੀਂ 11ਵੀਂ ਸਕੂਲ ਜਿਹੜਾ ਖਾਲਸਾ ਕਾਲਜ ਅੰਮ੍ਰਿਤਸਰ ਦਾ ਨਾਲ ਸਕੂਲ ਹੈ ਉੱਥੇ ਅੰਮ੍ਰਿਤਸਰ ਵੀ ਆਉਂਦੇ ਰਹੇ ਆ, ਪਰ ਤਰਨਤਾਰਨ 'ਤੇ ਉਹਨਾਂ ਬਹੁਤ ਜ਼ਿਆਦਾ ਪਿੱਛਾ ਕੀਤਾ। ਲਗਾਤਾਰ ਪੁੱਛਣਾ ਕਿੰਨੇ ਨੰਬਰ ਆ ਰਹੇ ਆ, ਕੀ ਪੋਜੀਸ਼ਨ ਆ ਰਹੀ ਹੈ। ਸੋ ਉਹਨਾਂ ਨੇ ਕਾਫੀ 8ਵੀਂ ਤੱਕ। ਇਹ ਪਿੰਡ ਜਿਹੜਾ ਤੁਹਾਡਾ ਦੁਬੁਰਜੀ ਪਿੰਡ ਹੈ ਨਾ ਜੀ, ਹਾਂਜੀ, ਉੱਥੋਂ ਤੁਸੀਂ ਖਾਲਸਾ ਕਾਲਜ ਫਿਰ ਕਾਹਦੇ ਤੇ ਜਾਂਦੇ ਹੁੰਦੇ ਸੀ? ਉਹ ਇਹ ਹੋਇਆ ਕਿ 8ਵੀਂ ਦੇ 'ਚ ਉਹਨਾਂ ਟਾਈਮ ਦੇ ਉੱਤੇ ਵਰਨੈਕੂਲਰ ਐਗਜ਼ਾਮੀਨੇਸ਼ਨ ਕਹਿੰਦੇ ਸੀਗੇ। ਅੱਛਾ। ਸਟੇਟ ਦਾ ਇਕੱਠਾ ਐਗਜ਼ਾਮੀਨੇਸ਼ਨ ਹੁੰਦਾ ਸੀ ਹਾਂ ਹਾਂ। ਤੇ ਮੇਰੇ ਨੰਬਰ ਚੰਗੇ ਆ ਗਏ। ਅੱਛਾ ਜੀ। ਤੇ ਮੈਨੂੰ ਫਿਰ ਕਹਿੰਦੇ ਚਲੋ ਜੀ ਅੰਮ੍ਰਿਤਸਰ ਪਾਉਂਦੇ। ਖਾਲਸਾ ਕਾਲਜ ਦਾ ਨਾਮ ਬਹੁਤ ਹੈ ਤੇ ਖਾਲਸਾ ਕਾਲਜ ਦਾ ਸਕੂਲ ਵੀ ਹੈਗਾ ਵਾ, ਤੇ ਉੱਥੇ ਅੰਮ੍ਰਿਤਸਰ ਪਾਉਂਦੇ। 6 ਮਹੀਨੇ ਅਸੀਂ ਇੱਕ ਟ੍ਰੇਨ ਚੱਲਦੀ ਸੀ, ਅਜੇ ਵੀ ਪਤਾ ਨਹੀਂ ਚੱਲਦੀ ਕਿ ਨਹੀਂ। ਪਿੰਡ ਤੇ ਮੈਂ ਜਾਂਦਾ ਪਰ ਉਹ ਪੁੱਛਿਆ ਨਹੀਂ ਕਦੀ। ਅੱਛਾ। ਅੰਮ੍ਰਿਤਸਰ ਖੇਮਕਰਨ ਜਿਹੜਾ ਰੂਟ ਹੈ ਉੱਤੇ ਅੱਗੇ ਨੂੰ ਜਿਹੜੀਆਂ ਗੱਡੀਆਂ ਘਟੀਆਂ ਵਾ, ਇਸ ਕਰਕੇ ਮੈਂ ਸ਼ੋਰ ਨਹੀਂ ਗਾ। ਹਾਂਜੀ। ਸੋ ਇੱਕ ਟ੍ਰੇਨ ਸਵੇਰੇ ਆਉਂਦੀ ਸੀ 5:57। ਅੱਛਾ। ਮਤਲਬ 6 ਵਜੇ ਤੋਂ 3 ਮਿੰਟ ਪਹਿਲਾਂ। ਪਹਿਲਾਂ। ਤੇ ਸਾਡਾ ਫਾਰਮ ਹਾਊਸ ਸੀਗਾ। ਜਦੋਂ ਕਣਕਾਂ ਵੱਢੀਆਂ ਜਾਂਦੀਆਂ ਸੀਗੀਆਂ ਉੱਤੇ ਡਾਂਡੇ ਮਿੰਡੇ ਸਿੱਧੇ ਚੱਲ ਜਾਈਦਾ, 15 ਕੁ ਮਿੰਟ ਲੱਗਦੇ ਸੀਗੇ। ਅੱਛਾ। ਜਦੋਂ ਫਸਲਾਂ ਬੀਜੀਆਂ ਨੇ ਉਦੋਂ ਵੱਟੇ ਵੱਢ ਜਾਣਾ ਪੈਂਦਾ ਸੀਗਾ। ਅੱਛਾ। ਉਦੋਂ 5 ਕੁ ਮਿੰਟ ਲੱਗਦੇ ਹੋਣਗੇ। ਸੋ ਇਹ ਲਾ ਲਓ ਕਿ ਘਰੋਂ 5:30 ਵਜੇ ਉੱਠੀਦਾ ਸੀਗਾ, ਬੀਬੀ 4 ਵਜੇ ਉੱਠਦੀ ਹੋਊਗੀ, 4:30 ਉਠਾਉਂਦੀ ਹੋਊਗੀ। ਜਦੋਂ ਕਿਤੇ ਸੁਸਤੀ ਮਾਰ ਜਾਈ ਤੇ ਘਰ ਜਿਹੜਾ ਬਿਲਕੁਲ ਸੂਏ ਉੱਤੇ ਹੈ, ਔਰ ਸੂਏ ਦਾ ਪਾਣੀ ਇੰਨਾ ਸਾਫ਼ ਹੁੰਦਾ ਉਹਨਾਂ ਦਿਨਾਂ ਦੇ ਵਿੱਚ। ਅੱਛਾ। ਜੇ ਲੇਟ ਉੱਠਣ ਦੇ ਸੂਏ 'ਚ ਮਾਰਨੀ ਟੁੱਪੀ ਬੀਬੀ ਨਾ ਲਿਆ। ਅੱਛਾ। ਸੋ 6 ਮਹੀਨੇ ਉਹ ਟ੍ਰੇਨ ਲਈਦੀ ਸੀਗੀ ਤੇ ਸਿਆਲ 'ਚ ਫਿਰ ਪਹਿਲਾਂ ਬੱਸ ਲੈਣੀ। ਉਦੋਂ ਅੰਮ੍ਰਿਤਸਰ ਤਰਨਤਾਰਨ ਦਾ ਬੱਸ ਅੱਡਾ ਜਿਹੜਾ ਸੀਗਾ ਚਾਟੀਵਿੰਡ ਸੀਗਾ, ਨਵਾਂ ਬੱਸ ਸਟੈਂਡ ਨਹੀਂ ਬਣਿਆ। ਅੱਛਾ ਜੀ। ਉੱਥੋਂ ਰਿਕਸ਼ਾ ਲੈਣਾ ਉੱਚੇ ਪੁਲ ਦਾ, ਹਾਲ ਗੇਟ ਦਾ, ਉੱਥੋਂ ਰਿਕਸ਼ਾ ਲੈਣਾ ਖਾਲਸਾ ਕਾਲਜ ਦਾ। ਅੱਛਾ। ਸੋ ਫਿਰ ਸਿਆਲ 'ਚ ਸੌਖਤੇ ਜਾਣਾ ਪੈਂਦਾ ਸੀਗਾ ਕਿਉਂਕਿ ਇੰਨਾ ਲੰਮਾ ਸਫ਼ਰ। ਗਰਮੀਆਂ 'ਚ ਤਾਂ ਦਿਨ ਵੱਡੇ ਹੁੰਦੇ ਆ, ਸੌਖਾ ਨੇ ਜੀ। ਸੌਖਾ। ਸਰਦੀਆਂ ਦੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ। ਕਾਫੀ ਮੁਸ਼ਕਲ, ਪਰ ਗਰਮੀਆਂ 'ਚ ਸੌਖਤੇ ਉੱਠਣਾ ਪੈਂਦਾ ਕਿਉਂਕਿ 5:57 ਤੇ ਟ੍ਰੇਨ ਆਉਂਦੀ, ਤੁਹਾਨੂੰ 5 ਮਿੰਟ ਦੇ ਪਹਿਲਾਂ ਜਾਓਗੇ ਉੱਥੇ। ਹਾਂ ਬਿਲਕੁਲ ਬਿਲਕੁਲ। ਕਈ ਵਾਰੀ ਤਾਂ ਟ੍ਰੇਨਾਂ ਤਾਂ ਲੇਟ ਫੇਟ ਵੀ ਹੋ ਜਾਂਦੀਆਂ ਜੀ। ਲੇਟ ਉਸ ਜ਼ਮਾਨੇ 'ਚ ਕਿਤੇ 5-10 ਮਿੰਟ ਲੇਟ ਹੋਈ ਹੋਊਗੀ। ਅੱਛਾ, ਉਦੋਂ ਨਹੀਂ ਇੰਨਾ? ਨਾ, ਸਾਨੂੰ ਨਹੀਂ ਕਦੀ ਮਹਿਸੂਸ ਹੋਇਆ ਕਿ ਟ੍ਰੇਨ ਲੇਟ ਹੋਈ ਆ, ਕਿਉਂਕਿ ਥੋੜਾ ਬਹੁਤਾ ਲੇਟ ਤੇ ਆਪਾਂ ਨੂੰ ਮਹਿਸੂਸ ਨਹੀਂ ਹੁੰਦਾ ਨਾ। ਤੇ ਪੇਸ਼ੈਂਸ ਪਹਿਲਾਂ ਜ਼ਿਆਦਾ ਵੀ ਹੁੰਦੇ ਸੀ। ਪੇਸ਼ੈਂਸ ਜ਼ਿਆਦਾ ਸੀ, ਹੁਣ ਪੇਸ਼ੈਂਸ ਨਹੀਂ। ਹੁਣ ਆਪਾਂ ਜਲਦੀ ਕੁਝ ਡਿਵੈਲਪਮੈਂਟ ਇਤਨੇ ਦੁਨੀਆ ਇਸ ਪਾਸੇ ਜਾ ਰਹੀ, ਕਿਸੇ ਦਾ ਕਸੂਰ ਨਹੀਂ ਹੈ ਤੇ ਤੇਜ਼ੀ ਵੱਲ ਜ਼ਿਆਦਾ ਧਿਆਨ ਆ ਹੁਣ। ਤੇਜ਼ੀ ਵਾਲੇ ਪਾਸੇ। ਤੇ ਉਸ ਤੋਂ ਬਾਅਦ ਫਿਰ ਤੁਸੀਂ ਬੀਐਸਸੀ ਉੱਥੋਂ ਕੀਤੀ? ਬੀਐਸਸੀ ਖਾਲਸਾ ਕਾਲਜ ਅੰਮ੍ਰਿਤਸਰ ਤੋਂ। ਫਿਰ ਇਹ ਕਿਵੇਂ ਤੁਹਾਨੂੰ ਲੱਗਿਆ ਵੀ ਇਹਦੇ 'ਚ ਹੀ ਬੀਐਸਸੀ ਕਰਨੀ? ਬੀਐਸਸੀ ਤੁਹਾਡੀ ਨਹੀਂ, ਉਹ 9ਵੀਂ ਤੋਂ ਹੀ ਬਜ਼ੁਰਗਾਂ ਨੇ ਆ ਕੇ ਮਾਤਾ ਜੀ ਨੂੰ ਕਹਿੰਦੇ ਕਿ ਐਗਰੀਕਲਚਰ ਇੰਸਪੈਕਟਰ ਦੀ ਪੋਸਟ ਜਿਹੜੀ ਬੜੀ ਛੇਤੀ ਮਿਲਦੀ ਆ। ਅੱਛਾ। ਉਦੋਂ ਏਡੀਓ ਦੀ ਪੋਸਟ ਨਹੀਂ ਹੁੰਦੀ ਐਗਰੀਕਲਚਰ ਇੰਸਪੈਕਟਰ ਦੀ, ਸੀ 130-10 190 ਦਾ ਸਕੇਲ ਮੈਨੂੰ ਅਜੇ ਤੱਕ ਯਾਦ ਆ। ਅੱਛਾ। ਤੇ ਚਲੋ ਐਗਰੀਕਲਚਰ ਦੇ ਵਿੱਚ ਉੱਥੇ ਅੰਮ੍ਰਿਤਸਰ ਕਰਵਾ ਦਿੰਦੇ ਆ, ਇਹਦੇ ਨੰਬਰ ਚੰਗੇ ਆ। ਹਾਂਜੀ। ਤੇ ਇਹ ਵੀ ਅੱਗੇ ਇੱਕ ਕਹਾਣੀ ਆ। ਜਦੋਂ ਉੱਥੇ ਗਏ ਤੇ ਹੈਡਮਾਸਟਰ ਸਾਹਿਬ ਦੀ ਡਿਸਕਸ਼ਨ ਹੋਈ ਮੇਰੇ ਪਿਤਾ ਜੀ ਨਾਲ ਕਿ ਤੁਹਾਡੇ ਬੱਚੇ ਦੇ ਐਡੀਸ਼ਨ ਨੰਬਰ ਨੂੰ ਮੈਡੀਕਲ ਕਿਉਂ ਨਹੀਂ ਕਰਾਉਂਦੇ। ਅੱਛਾ। ਸੋ ਮੈਨੂੰ ਉਹ ਮੈਡੀਕਲ 'ਚ ਐਡਮਿਸ਼ਨ ਦੇ ਕੇ ਗਏ। ਅੱਛਾ। ਬਾਅਦ ਦੇ ਵਿੱਚ ਮੇਰੇ ਪਿੰਡ ਦਾ ਇੱਕ ਹੋਰ ਲੜਕਾ ਆ ਗਿਆ, ਉਹਦੇ ਨੰਬਰ ਘੱਟ ਸੀਗੇ। ਖਾਲਸਾ ਕਾਲਜ 'ਚ ਮੈਡੀਕਲ ਦੀ? ਖਾਲਸਾ ਕਾਲਜ ਸਕੂਲ ਦੇ ਵਿੱਚ ਮੈਡੀਕਲ ਨਾਮ ਵਿੱਚ। ਓਕੇ ਓਕੇ। ਨੋ। ਹਾਂਜੀ। ਤੇ ਉਹਨੂੰ ਮੈਡੀਕਲ 'ਚ ਐਡਮਿਸ਼ਨ ਨਾ ਮਿਲੀ, ਉਹ ਮੇਰੇ ਕਰਕੇ ਉਹ ਆਇਆ, ਮੇਰਾ ਯਾਰ ਸੀਗਾ। ਓਕੇ। ਤੇ ਉਹਨੂੰ ਮਿਲੀ ਨਾ, ਤੇ ਉਹ ਫਿਰ ਕਹਿੰਦਾ ਇੱਕ ਦਿਨ, ਕਹਿੰਦਾ ਬਲਦੇਵ ਮੈਂ ਤੇ ਮੈਡੀਕਲ 'ਚ ਨਹੀਂ ਆ ਸਕਦਾ, ਐਡਮਿਸ਼ਨ ਨਹੀਂ ਮਿਲੀ, ਤੂੰ ਐਗਰੀਕਲਚਰ 'ਚ ਆ ਜਾ। ਦੋਵੇਂ ਨਿਆਣੇ ਸੀ 9ਵੀਂ ਦੇ ਵਿੱਚ, ਸਵੇਰੇ 100 ਤੇ 6 ਵਜੇ ਦੀ ਟ੍ਰੇਨ ਲੈਣੀ। ਸੋ 10-15 ਦਿਨਾਂ ਮਗਰੋਂ ਉਦੋਂ ਬਾਈ ਚਾਂਸ ਸਾਡੇ ਮਾਸਟਰ ਸਾਹਿਬ ਛੁੱਟੀ ਤੇ ਸੀ। ਮੈਂ ਐਪਲੀਕੇਸ਼ਨ ਲਿਖੀ ਤੇ ਸੈਕੰਡ ਮਾਸਟਰ ਸਾਹਿਬ ਉਹਨੂੰ ਚੁੱਪ ਕਰਕੇ
ਮੈਨੂੰ ਐਡਮਿਟ ਕਰਤਾ ਸੀ ਉਹਨਾਂ ਨੂੰ ਪਤਾ ਨਹੀਂ ਸੀ ਕਿ ਮੇਰੇ ਨੰਬਰ ਕਿੰਨੇ ਆ ਅੱਛਾ ਕੀ ਕੁਛ ਆ। ਉਹ ਬਜ਼ੁਰਗਾਂ ਨੂੰ ਮਹੀਨੇ ਕੁ ਮਗਰੋਂ ਪਤਾ ਲੱਗਾ ਜਦੋਂ ਸਕੂਲ ਆਏ। ਹਾਂਜੀ ਫਿਰ ਉਦੋਂ ਸ਼ਾਮ ਨੂੰ ਕੋਠੀ ਪਈ ਅੱਛਾ ਤੇ ਤੂੰ ਪੁੱਛਣ ਤੋਂ ਗਿਆ। ਪਰ ਉਹ ਜੋ ਰੱਬ ਕਰਦਾ ਵਧੀਆ ਕਰਦਾ, ਬਹੁਤ ਪਰਮਾਤਮਾ ਦੀ ਕਿਰਪਾ ਵਾ, ਬਿਲਕੁਲ ਜੀ ਬਿਲਕੁਲ। ਬਹੁਤ ਆਨੰਦ ਰਿਹਾ। ਤੇ ਉਸ ਤੋਂ ਬਾਅਦ ਫਿਰ ਬੀਐਸਸੀ ਦਾ ਬੀਐਸਸੀ ਐਗਰੀਕਲਚਰ ਦੇ ਵਿੱਚ ਉਹਦਾ ਸਮਾਂ ਕਿਵੇਂ ਗੁਜ਼ਰਿਆ ਜੀ? ਕਿਵੇਂ ਸੀ ਉਦੋਂ ਜਵਾਨੀ ਬਹੁਤ ਵਧੀਆ। ਕਾਲਜ ਦੇ ਵਿੱਚ, ਖਾਲਸਾ ਕਾਲਜ ਵਿੱਚ ਉਸ ਟਾਈਮ ਤੇ ਪੜ੍ਹਾਈ ਹਾਂ ਪੀਏਯੂ ਨਾਲੋਂ ਮਾੜੀ ਨਹੀਂ ਸੀ। ਮੈਨੂੰ ਮਾਣ ਹੈ ਕਿ ਮੈਂ ਖਾਲਸਾ ਕਾਲਜ ਦਾ ਸਟੂਡੈਂਟ ਰਿਹਾ, ਮੈਨੂੰ ਮਾਣ ਹੈ ਕਿ ਮੈਂ ਪੀਏ ਦਾ ਸਟੂਡੈਂਟ ਰਿਹਾ, ਤੇ ਮੈਨੂੰ ਮਾਣ ਹੈ ਪੂਸਾ ਇੰਸਟੀਚਿਊਟ ਦੇ ਸਟੂਡੈਂਟ ਰਿਹਾ। ਪਰ ਉਸ ਟਾਈਮ ਮੈਂ ਤੁਹਾਨੂੰ ਗੱਲ ਦੱਸਣਾ ਕਿ ਅਸੀਂ ਪਲਾਂਟ ਬਰੀਡਿੰਗ ਦੇ ਵਿੱਚ 5 ਬੱਚੇ ਆਏ ਸੀ। ਅੱਛਾ ਜੀ। ਖਾਲਸਾ ਕਾਲਜ ਤੋਂ, ਤੇ ਅਸੀਂ 5 ਨੇ ਡ੍ਰੌਪ ਕੀਤਾ ਸੀ। ਅੱਛਾ ਜੀ। ਸੋ ਉਦੋਂ ਉਸ ਜ਼ਮਾਨੇ 'ਚ ਉਦੋਂ ਯੂਨੀਵਰਸਿਟੀ ਅਸਲ ਨਵੀਂ ਬਣੀ ਸੀ। ਮੈਂ ਗੱਲ ਕਰ ਰਿਹਾ ਹਾਂ ਅਸੀਂ ਆਏ 1967 ਦੇ ਵਿੱਚ। 1962 ਯੂਨੀਵਰਸਿਟੀ ਬਣੀ ਸੀ, ਤੇ ਉਦੋਂ ਕਾਫੀ ਜਿਹੜੇ ਟੀਚਰ ਸੀਗੇ ਯੂਨੀਵਰਸਿਟੀ ਦੇ ਉਹ ਪੀਐਚਡੀ ਕਰਨ ਯੂਐਸਏ ਗਏ ਸੀ। ਓਕੇ। ਸੋ ਉਹਨਾਂ ਦਿਨਾਂ 'ਚ ਖਾਲਸਾ ਕਾਲਜ ਬਹੁਤ ਆਨੰਦ ਆਇਆ ਉੱਥੇ ਪੜ੍ਹਨ ਦਾ, ਬਹੁਤ ਵਧੀਆ। ਔਰ ਸਰਦਾਰ ਉਹ ਕੋਈ ਉਸ ਸਮੇਂ ਦਾ ਕੋਈ ਕਿੱਸਾ ਜੀ ਜਦੋਂ ਜਵਾਨੀ ਹੁੰਦੀ ਸੀ, ਤੁਸੀਂ ਫਿਲਮਾਂ ਵੀ ਦੇਖਣ ਜਾਂਦੇ ਹੁੰਦੇ ਸੀ? ਦੇਖੋ, ਮੈਂ ਇਸ ਗੱਲੋਂ ਬਹੁਤ ਲੱਕੀ ਰਿਹਾ ਕਿ ਮੇਰੀ ਸੁਸਾਇਟੀ ਦੇ ਵਿੱਚ ਜਿਹੜੇ ਕੋਈ ਸ਼ਰਾਬ ਪੀਣ ਵਾਲੇ ਕਹਿ ਲਓ ਜਾਂ ਜੂਆ ਖੇਡਣ ਵਾਲੇ ਹੁੰਦੇ ਹੋਸਟਲ ਦੇ ਵਿੱਚ। ਹਾਂਜੀ ਹਾਂਜੀ। ਸੋ ਸਾਡਾ ਜਿਹੜਾ ਗਰੁੱਪ ਜਿਹਾ ਰਿਹਾ ਉਹਦੇ ਵਿੱਚ ਫਿਲਮਾਂ ਹੀ ਜ਼ਿਆਦਾ ਵੇਖਦੇ ਰਹੇ। ਅੱਛਾ। ਉਹਦਾ ਫਿਰ ਜ਼ਿਆਦਾ ਨੁਕਸਾਨ ਨਹੀਂ ਹੋਇਆ, ਹਾਂਜੀ ਬਿਲਕੁਲ। ਦੂਜੇ ਪਾਸੇ ਨਹੀਂ ਜ਼ਿਆਦਾ ਗਏ। ਹਾਂਜੀ ਹਾਂਜੀ। ਫਿਲਮਾਂ ਬਹੁਤ ਵੇਖੀਆਂ। ਅੱਛਾ। ਔਰ ਜਦੋਂ ਹੁਣ ਜਰਮਨੀ ਗਏ 2007 ਤੋਂ, ਉਦੋਂ 3 ਯੂਰੋ ਦੀ ਇੱਕ ਫਿਲਮ ਆਉਂਦੀ ਸੀਗੀ, ਤੇ ਮੈਂ ਫਿਰ 400 ਪੁਰਾਣੀਆਂ ਫਿਲਮਾਂ ਖਰੀਦੀਆਂ, ਮੇਰੇ ਕੋਲ ਵੀਡੀਓ ਪਈਆਂ ਅਜੇ ਵੀ। ਓਕੇ। ਪਰ ਬੀਐਸਸੀ ਵਾਲੇ ਪਾਸੇ ਮੈਂ ਤੁਹਾਨੂੰ ਇੱਕੋ ਹੀ ਗੱਲ ਦੱਸੂੰਗਾ, ਕਈ ਗੱਲਾਂ ਵਾਪਰੀਆਂ ਉਸ ਟਾਈਮ ਤੇ। ਕਿਉਂਕਿ ਖਾਲਸਾ ਕਾਲਜ ਐਗਰੀਕਲਚਰ ਵਾਲੇ ਵੈਸੇ ਵੀ ਸ਼ੈਤਾਨ ਹੁੰਦੇ ਸੀ ਕਿ ਅਸੀਂ ਸਟ੍ਰਾਈਕਾਂ ਜ਼ਿਆਦਾ ਕਰਦੇ ਹਾਂ। ਅੱਛਾ। ਅਸੀਂ ਬੀਐਸਸੀ ਫਾਈਨਲ ਸੀਗੀ ਤੇ ਇਲੈਕਸ਼ਨਾਂ ਹੋਣੀਆਂ ਸੀਗੀਆਂ ਸਟੂਡੈਂਟ ਐਸੋਸੀਏਸ਼ਨ ਦੀਆਂ। ਓਕੇ ਜੀ। ਤੇ ਸਾਡੀ ਕਲਾਸ ਦੇ 2 ਸਾਡੇ ਕਲਾਸ ਵਾਲੇ ਸੀ, ਉਹਨਾਂ ਦੀ ਕਿਸੇ ਗੱਲੋਂ ਮਾੜੀ ਮੋਟੀ ਲੜਾਈ ਹੋ ਗਈ। ਤੇ ਉਹ ਇੱਕ ਜਣਾ ਕਹਿੰਦਾ ਮੈਂ ਖਲੋਣਾ, ਦੂਜਾ ਕਹਿੰਦਾ ਜੇ ਤੂੰ ਖਲੋਣਾ ਤੇ ਫਿਰ ਮੈਂ ਵੀ ਖਲੋਊਂਗਾ। ਤੇ ਸਾਡੀ ਸਾਰੀ ਕਲਾਸ ਇਕੱਠੀ ਬੈਠੀ ਕਿ ਨਹੀਂ ਅਸੀਂ ਸੀਨੀਅਰ ਮੋਸਟ ਹਾਂ, ਅਸੀਂ ਜਿਨ੍ਹਾਂ ਦੀ ਮੈਂ ਚੋਇਸ ਕਰਨੀ ਹੈ। ਪਤਾ ਨਹੀਂ ਕੀ ਗੱਲ ਆ, ਸਾਰੇ ਸਮਝੌਤਾ ਸਾਰਿਆਂ ਦਾ ਹੋ ਗਿਆ ਮੇਰੇ ਉੱਤੇ। ਅੱਛਾ। ਸੋ ਮੈਂ ਬਣ ਗਿਆ ਮੈਂਬਰ ਬੀਐਸਸੀ ਫਾਈਨਲ ਕਲਾਸ ਦਾ। ਬੀਇੰਗ ਸੀਨੀਅਰ ਮੋਸਟ ਆਈ ਐਕਟਡ ਐਜ਼ ਪ੍ਰੈਜ਼ੀਡੈਂਟ ਆਫ ਖਾਲਸਾ ਕਾਲਜ ਸਟੂਡੈਂਟ ਐਸੋਸੀਏਸ਼ਨ। ਅੱਛਾ। ਉਦੋਂ ਸਮੁੰਦਰੀ ਸਾਹਿਬ ਹੈਗੇ ਸੀਗੇ ਪ੍ਰਿੰਸੀਪਲ, ਬੜੇ ਵੰਡਰਫੁਲ ਆਦਮੀ, ਬੜੇ ਅਫੈਕਸ਼ਨੇਟ, ਪਿਆਰ ਵਾਲੇ। ਉਹਨਾਂ ਮੇਰਾ ਨਾਂ ਸਰਪੰਚ ਰੱਖਤਾ। ਅੱਛਾ। ਸੋ ਬੀਐਸਸੀ ਫਾਈਨਲ ਦੇ 'ਚ 1 ਸਾਲ 11 ਕੁ ਮਹੀਨੇ ਜਾਂ 9 ਮਹੀਨੇ ਕਹਿ ਲਓ ਮੈਂ ਸਰਪੰਚ ਵੀ ਰਿਹਾ ਖਾਲਸਾ। ਸੋ ਹੋਰ ਹੀ ਬਹੁਤ ਕੁਛ 4 ਸਾਲ ਬਹੁਤ ਲੰਮਾ ਟਾਈਮ ਹੁੰਦਾ ਵਾ। ਹਾਂ ਬਿਲਕੁਲ ਜੀ। ਤੇ ਫਿਰ ਉਸ ਤੋਂ ਬਾਅਦ ਤੁਸੀਂ ਜਿੱਦਾਂ ਦੱਸਿਆ ਵੀ ਟੌਪ ਕੀਤਾ ਤੇ ਇੱਥੇ ਖੇਤੀਬਾੜੀ ਯੂਨੀਵਰਸਿਟੀ ਫਿਰ ਇੱਥੇ ਆ ਗਏ, ਐਮਐਸਸੀ ਇੱਥੋਂ ਕੀਤੀ। ਤੇ ਇੱਥੋਂ ਐਮਐਸਸੀ ਕੀਤੀ। ਇੱਥੋਂ ਦਾ ਕਿਵੇਂ ਰਿਹਾ ਜੀ? ਕਿਉਂਕਿ ਇੱਕਦਮ ਜਦੋਂ ਮਾਹੌਲ ਬਦਲਦਾ, ਉੱਥੇ ਤਾਂ ਤੁਸੀਂ ਸਕੂਲ 'ਚ ਵੀ ਪੜ੍ਹੇ ਹੋਵੋਗੇ, ਉਸ ਤੋਂ ਬਾਅਦ ਫਿਰ ਕਾਲਜ ਵੀ ਉੱਥੇ ਹੀ ਰਿਹਾ। ਤੇ ਪਹਿਲਾਂ ਆ ਕੇ ਡਰ ਲੱਗਾ। ਸਾਡੀ ਅਸਲ 'ਚ ਐਡਮਿਸ਼ਨ ਲੇਟ ਹੋ ਗਈ ਸੀਗੀ। ਔਰ ਹੋਇਆ ਇਹ ਕਿ ਅਸੀਂ ਜਿਹੜੇ 15 ਬੱਚੇ ਟੌਪ ਵਾਲੇ ਸੀ ਖਾਲਸਾ ਕਾਲਜ ਅੰਮ੍ਰਿਤਸਰ, ਸਾਡੇ ਕੋਲ ਸੋਇਲ ਸਾਇੰਸ ਦਾ ਗਰੁੱਪ ਸੀਗਾ। ਓਕੇ। ਬਾਕੀਆਂ ਕੋਲ ਐਕਸਪੋ, ਹਾਰਟੀਕਲਚਰ, ਅਗਰੋਨਮੀ ਤੇ ਇਕਨੋਮਿਕਸ ਦੇ ਸਿਰਫ 4 ਗਰੁੱਪ ਹੁੰਦੇ ਸੀ। ਹਾਂਜੀ। ਸਾਡਾ ਕੋਲ ਐਗਜ਼ਾਮੀਨਰ ਦਾ ਆਪਸ ਵਿੱਚ ਫਰਕ ਪੈ ਗਿਆ, ਇਹ ਕਰ ਸਾਡੇ ਰਿਜ਼ਲਟ ਲੇਟ ਹੋ ਗਏ। ਫਿਰ ਸਾਨੂੰ ਬਹੁਤ ਭੱਜ ਨੱਠ ਕਰਨੀ ਪਈ। ਪੰਜੀਆਂ ਜਿਹੜੇ ਮੈਂ ਕਹਿ ਰਿਹਾ ਵਾਂ, ਅਸੀਂ ਚੰਡੀਗੜ੍ਹ ਚੀਫ ਮਿਨਿਸਟਰ ਸਾਹਿਬ ਨੂੰ ਮਿਲੇ। ਸਰਦਾਰ ਗੁਰਨਾਮ ਸਿੰਘ ਚੀਫ ਮਿਨਿਸਟਰ ਸੀ, ਸਰਦਾਰ ਲਛਮਣ ਸਿੰਘ ਐਜੂਕੇਸ਼ਨ ਮਿਨਿਸਟਰ ਸੀਗੇ। ਦਿੱਲੀ ਜਾ ਕੇ ਡਾਕਟਰ ਸਵਾਮੀਨਾਥਨ ਡਾਇਰੈਕਟਰ ਸੀ ਆਈਆਰਈ ਦੇ, ਪੂਸਾ ਇੰਸਟੀਚਿਊਟ ਦੇ, ਉਹਨਾਂ ਨੇ ਮਿਲੇ। ਕਿਸੇ ਨੇ ਸਾਡੀ ਬਾਂਹ ਨਹੀਂ ਫੜੀ। ਅਲਟੀਮੇਟਲੀ ਅਸੀਂ ਗਵਰਨਰ ਕੋਲ ਚਲੇ ਗਏ ਕਿ ਸਾਡੇ ਨੰਬਰ ਦੂਜੇ ਕਲਾਸ ਵਾਲਿਆਂ ਦੇ ਨੰਬਰ ਜ਼ਿਆਦਾ ਆਏ ਆ, ਉਹਨਾਂ ਨੂੰ ਐਡਮਿਸ਼ਨ ਮਿਲ ਗਈ ਆ ਤੇ ਸਾਨੂੰ ਐਡਮਿਸ਼ਨ ਨਹੀਂ ਮਿਲੀ। ਤੇ ਗਵਰਨਰ ਸਾਹਿਬ ਦੇ ਜਿਹੜੇ ਸੈਕਟਰੀ ਸੀ, ਉਹਨਾਂ ਨੇ ਫਿਰ ਕਾਫੀ ਲੰਮਾ ਨੋਟ ਲਿਖਿਆ, ਉਹਦੇ ਬੇਸਿਸ ਸਾਨੂੰ ਇੱਥੇ ਐਡਮਿਸ਼ਨ ਮਿਲੀ ਸੀ। ਸੋ ਸਾਡੀ ਐਡਮਿਸ਼ਨ ਲੇਟ ਹੋ ਗਈ। ਇੱਕ ਯੂਨੀਵਰਸਿਟੀ ਦਾ ਉਦੋਂ ਬਿਲਕੁਲ ਬਹੁਤ ਜ਼ਿਆਦਾ ਨਾਂ ਸੀ 1967 ਦੇ ਵਿੱਚ, ਗ੍ਰੀਨ ਰੈਵੋਲੂਸ਼ਨ ਕਰਕੇ। ਸੋ ਜਦੋਂ ਅਸੀਂ ਆਏ ਬਹੁਤ ਡਰੇ, 5 ਜਾਣੇ ਬਹੁਤ ਡਰੇ ਸੀ। ਪਰ ਜਦੋਂ ਪਹਿਲੇ ਐਗਜ਼ਾਮ ਹੋਇਆ ਤਾਂ ਅਸੀਂ ਟੌਪ 'ਤੇ ਸਾਂ, ਮੁੜ ਕੇ ਨਹੀਂ ਪਿੱਛੇ। ਫਿਰ ਥੋੜਾ ਹੌਸਲਾ ਹੋ ਗਿਆ। ਬਹੁਤ ਹੌਸਲਾ ਹੋ ਗਿਆ। ਪਹਿਲੇ 15-20 ਦਿਨ ਬਹੁਤ ਹੀ ਪ੍ਰੈਸ਼ਰ ਵਿੱਚ ਰਹੇ। ਕਿਉਂ ਇੱਥੋਂ ਫਿਰ ਤੁਸੀਂ ਇੱਥੇ ਹੋਸਟਲ 'ਚ ਰਹਿੰਦੇ ਹੁੰਦੇ ਸੀ? ਇੱਥੇ ਹੋਸਟਲ 'ਚ ਰਹੇ। ਤੇ ਫਿਰ ਮੈਂ ਪਹਿਲੀ ਵਾਰ ਹੋਸਟਲ 'ਚ ਰਹੇ ਸੀ ਫਿਰ ਤੁਸੀਂ? ਇੱਥੇ ਪਹਿਲੀ ਵਾਰ ਰਹੇ ਕਿਉਂਕਿ ਉੱਥੇ ਅੰਮ੍ਰਿਤਸਰ ਘਰਦਿਆਂ ਨੇ ਅਲਾਉ ਨਹੀਂ ਕੀਤਾ। ਅੱਛਾ। ਉਹ ਕਹਿੰਦੇ ਨਹੀਂ ਤੁਸੀਂ ਬਾਹਰ ਹੀ ਰਹੋ। ਸੋ ਬਾਹਰ ਕਮਰਾ ਕਿਰਾਏ 'ਤੇ ਲੈ ਕੇ ਰਹਿੰਦੇ ਰਹੇ ਸੀਗੇ। ਪਰ ਹੋਸਟਲ ਆਉਣ ਜਾਣ ਸੀ, ਕਾਫੀ ਹੋ ਗਿਆ। ਪਹਿਲੇ ਸਾਲ ਨਹੀਂ, ਪਰ ਜਿਉਂ-ਜਿਉਂ ਅੱਗੇ ਕਲਾਸਾਂ ਜਾਂਦੇ ਰਹੇ ਹੋਸਟਲ ਉਹ ਜਾਣ ਪਛਾਣ ਹੁੰਦੀ ਹੈ। ਜਾਣ ਪਛਾਣ ਹੋ ਗਈ, ਹੋਸਟਲ ਆਉਣ ਜਾਣ ਹੋ ਗਿਆ। ਰੋਟੀ ਖਾਣ ਮੈਸ 'ਚ ਆਮ ਤੌਰ 'ਤੇ ਚਲੇ ਜਾਣਾ। ਅੱਛਾ ਅੱਛਾ। ਸੋ ਉੱਥੇ ਹੋਸਟਲ ਨਹੀਂ ਰਿਹਾ, ਬਟ ਆਉਣ ਜਾਣ ਕਾਫੀ ਹੋ ਗਿਆ ਸੀ। ਇੱਥੇ ਫਿਰ ਹੋਸਟਲ ਇੱਥੋਂ ਦਾ ਕੋਈ ਹੋਸਟਲ ਦਾ ਕੋਈ ਕਿੱਸਾ, ਕੋਈ ਯਾਦਾਂ ਤੁਹਾਡੇ ਨਾਲ ਜੁੜੀਆਂ ਹੋਣ ਜਿਹੜੀਆਂ? ਯਾਦਾਂ ਤਾਂ ਬਹੁਤ ਤਗੜੀਆਂ ਜੁੜੀਆਂ ਵਾ, ਕਿਉਂਕਿ ਹੋਸਟਲ 'ਚ
ਹੋਸਟਲ ਨਾਲ ਜੁੜਨ ਦੀ ਯਾਦ ਤੁਹਾਨੂੰ ਹੁਣ ਦੇ ਦੱਸ ਦਿੰਦਾ ਹਾਂਜੀ ਹਾਂਜੀ ਜਿਹੜੀ ਤਾਜ਼ਾ ਹੋਈ। ਜਦੋਂ ਮੈਂ ਵਾਈਸ ਚਾਂਸਲਰ ਜੁਆਇਨ ਕੀਤਾ ਹਾਂਜੀ ਤੇ ਮੈਂ ਉਹ ਹੋਸਟਲ ਦੇ ਵਿੱਚ ਮੈਂ ਵੀ ਦੇਖ ਕੇ ਹੀ ਆਪਣਾ ਕਮਰਾ, ਅੱਛਾ ਤੇ ਜਿਹਨੂੰ ਅੱਜ ਕੱਲ੍ਹ ਹੋਸਟਲ ਨੰਬਰ 5 ਕਹਿੰਦੇ, ਸਾਡੇ ਟਾਈਮ ਤੇ ਪੀਜੀ ਹੋਸਟਲ ਕਹਿੰਦੇ ਸੀਗੇ। ਅੱਛਾ ਜੀ। ਤੇ ਜਦੋਂ ਮੈਂ ਇੱਥੇ ਹੁਣ 2011 ਜੁਆਇਨ ਕੀਤਾ, ਉਦੋਂ ਇਹ ਗੁਰੂ ਅੰਗਦ ਦੇਵ ਯੂਨੀਵਰਸਿਟੀ ਵਾਲਿਆਂ ਨੇ ਦਿੱਤਾ ਸੀਗਾ, ਅਸੀਂ ਹੁਣ ਇਹ ਵਾਪਸ ਲੈ ਲਿਆ। ਹਾਂਜੀ ਹਾਂਜੀ ਤੇ ਮੈਂ ਚੁੱਪ ਕਰਕੇ ਉਦੋਂ ਮੈਂ ਤੁਰ ਕੇ ਆ ਜਾਣਾ ਕਦੀ ਕਦੀ ਦਫ਼ਤਰ 'ਚ ਸ਼ਾਮ ਨੂੰ 5 ਵਜੇ ਮੈਂ ਆਇਆ ਤੇ ਜੀ ਕੀਤਾ ਕਿ ਹੋਸਟਲ ਚੱਲਦੇ ਹਾਂ। ਉਹ ਗੇਟ ਵਾਲੇ ਨੇ ਮੈਨੂੰ ਰੋਕਿਆ ਨਹੀਂ, ਗੇਟ ਕੀਪਰ ਨੇ। ਅੱਛਾ ਜਦੋਂ ਮੈਂ ਬਿਲਡਿੰਗ ਦੇ 'ਚ ਆ ਗਿਆ ਤੇ ਉੱਥੇ ਜਿਹੜੀ ਲੇਡੀ ਦੀ ਡਿਊਟੀ ਲੱਗੀ ਸੀ ਉਹ ਆਸੇ-ਪਾਸੇ ਮੈਂ ਨਹੀਂ ਦੇਖਿਆ ਬੈਠੀ, ਉਹਨੇ ਕਿਤੇ ਦੂਰੋਂ ਮੈਨੂੰ ਵੇਖ ਲਿਆ ਤੇ ਬਾਈ ਦਾ ਟਾਈਮ ਉਹਦੇ ਆਉਣ ਤੱਕ ਮੇਰੇ ਕੋਲ ਮੈਂ ਜਿਹੜਾ ਕਮਰਾ ਸੀ ਫਸਟ ਫਲੋਰ ਤੇ ਨਾਲ ਹੀ ਪੌੜੀਆਂ ਦੇ ਸੀਗਾ। ਅੱਛਾ ਉਹ ਚਲੇ ਗਿਆ, ਮੈਂ ਨੌਕ ਕੀਤਾ ਜਾ ਕੇ ਤੇ ਉਹਨੇ ਚਿਰ ਨੂੰ ਉਹ ਲੇਡੀ ਵੀ ਪੌੜੀਆਂ ਚੜ੍ਹ ਆਈ। ਅੱਛਾ ਤੂੰ ਕੌਣ ਹੈ, ਇੱਥੇ ਕਿਤਨਾ ਆ ਗਿਆ? ਅੱਛਾ ਬਾਈ ਦਾ ਟਾਈਮ ਮੈਂ ਨੌਕ ਕੀਤਾ ਸੀ ਤੇ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਇਹ ਕੁੜੀਆਂ ਦਾ ਹੋਸਟਲ ਬਣ ਗਿਆ ਸੀ ਉਦੋਂ, ਹਾਂਜੀ ਹਾਂਜੀ ਅਜੇ ਵੀ ਕੁੜੀਆਂ ਦਾ ਹੋਸਟਲ ਹੀ। ਹਾਂਜੀ ਹਾਂਜੀ ਤੇ ਉਹ ਲੜਕੀ ਨੇ ਗਾਊਨ ਪਾਇਆ ਸੀ। ਮੈਂ ਕਿਹਾ ਬੇਟੇ ਤੂੰ ਗਾਊਨ ਕਿਸ ਤਰ੍ਹਾਂ ਪਾਇਆ? ਕਹਿੰਦੀ ਸਰ ਸਾਡੀ ਇੰਟਰਨਸ਼ਿਪ ਆ ਵੈਟਰਨਰੀ ਦੀ। ਫਿਰ ਮੈਂ ਆਪਾਂ ਨੂੰ ਲੱਗਾ ਕਿ ਤੇ ਮੈਂ ਤੇ ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਹੋਸਟਲ 'ਚ ਆ ਗਿਆ, ਕੁੜੀਆਂ ਦੇ ਹੋਸਟਲ 'ਚ ਆ ਗਿਆ। ਅੱਛਾ ਉਧਰੋਂ ਉਹ ਬੰਬ ਵੱਜਾ, ਤੂੰ ਕੌਣ ਹੈ, ਕਿੱਥੇ ਆ ਗਿਆ? ਮੈਂ ਕਿਹਾ ਬੀਬੀ ਗਲਤੀ ਹੋ ਗਈ, ਮੈਂ ਚੱਲਿਆ, ਕਿ ਕੋਈ ਮੇਰੀ ਸ਼ਿਕਾਇਤ ਨਾ ਲਾਈ। ਅੱਛਾ ਤੁਸੀਂ ਇਹ ਨਹੀਂ ਦੱਸਿਆ ਵੀ ਤੁਸੀਂ? ਨਾ ਮੈਂ ਨਹੀਂ, ਮੈਂ ਹੱਥ ਜੋੜੇ, ਮੈਂ ਹੀ ਬਸ ਰਹੂੰ, ਮੈਂ ਮੇਰੀ ਗਲਤੀ ਸੀਗੀ। ਅੱਛਾ ਔਰ ਉਹ ਬੋਲੀ ਵੀ ਜਿਸ ਤਰ੍ਹਾਂ ਉਹਨੂੰ ਬੋਲਣਾ ਚਾਹੀਦਾ ਸੀਗਾ, ਮੈਨੂੰ ਕੋਈ ਬੁਰਾ ਨਹੀਂ ਲੱਗਾ। ਅੱਛਾ ਮੈਂ ਹੱਸ ਕੇ ਮੈਂ ਬੀਬੀ ਗਲਤੀ ਹੋ ਗਈ ਆ, ਕਿਸੇ ਦੱਸੀ ਨਾ। ਤੇ ਮੈਂ ਫਟਾਫਟ ਉਦੋਂ ਤਿੱਤਰ ਬਾਜ ਗਿਆ। ਅੱਛਾ ਅੱਛਾ ਜੀ। ਸੋ ਯਾਦਾਂ ਤੇ ਰਹਿੰਦੀਆਂ ਸੀ ਜਿੱਥੇ ਟਾਈਮ ਕੱਢਿਆ ਹੋਵੇ। ਸੋ ਇਸ ਤੋਂ ਬਾਅਦ ਫਿਰ ਤੁਸੀਂ PhD ਕੀਤੀ? PhD ਦਿੱਲੀ ਜਿਹੜਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਆਮ ਤੌਰ ਤੇ ਉਸਾ ਇੰਸਟੀਚਿਊਟ ਕਹਿੰਦੇ ਆ, ਤੇ ਉੱਥੇ 4 ਸਾਲ ਮੈਨੂੰ PhD 'ਚ ਕਾਫੀ ਟਾਈਮ ਲੱਗਾ ਕਿ ਮੇਰਾ ਥੀਸਿਸ ਬਹੁਤ ਵੱਡਾ ਸੀ, ਕੰਮ ਬਹੁਤ ਦੇ ਦਿੱਤਾ ਸੀ ਐਡਵਾਈਜ਼ਰ ਨੇ। ਅਸਲ 'ਚ ਮੈਨੂੰ ਫੈਲੋਸ਼ਿਪ ਮਿਲ ਗਈ ਸੀਗੀ ਉੱਥੇ ਰੌਕਫੈਲਰ ਫਾਊਂਡੇਸ਼ਨ ਦੀ। ਓਕੇ। ਤੇ ਉਦੋਂ PhD ਜਿਹਨਾਂ ਨੂੰ ICAR ਦੀ ਫੈਲੋਸ਼ਿਪ ਮਿਲਦੀ ਉਹ 300 ਰੁਪਈਆ ਸੀ, ਰੌਕਫੈਲਰ ਫਾਊਂਡੇਸ਼ਨ ਦੀ 500 ਰੁਪਈਆ ਸੀ, 400 ਰੁਪਈਆ ਸੀ ਪਰ ਮੰਥ। ਓਕੇ। 100 ਰੁਪਈਆ ਜ਼ਿਆਦਾ। 100 ਰੁਪਏ ਉਸ ਜ਼ਮਾਨੇ 'ਚ ਬਹੁਤ ਜ਼ਿਆਦਾ। ਮੈਂ ਗੱਲ ਕਰ ਰਿਹਾ ਹਾਂ 1969 ਤੋਂ ਲੈ ਕੇ 1974 ਜਨਵਰੀ ਤੱਕ। ਓਕੇ। ਸੋ ਮੈਂ 1973 ਦਸੰਬਰ ਤੱਕ, ਦਸੰਬਰ ਥੀਸਿਸ ਦਿੱਤਾ ਸੀ, ਵਾਈਵੋਸਾ ਜਨਵਰੀ 'ਚ ਹੋਇਆ ਸੀਗਾ। ਸੋ ਬਹੁਤ ਆਨੰਦ ਮਾਣਿਆ। ਤੇ ਰੌਕਫੈਲਰ ਫਾਊਂਡੇਸ਼ਨ ਵਾਲਿਆਂ ਨੇ ਇਹ ਅਲਾਉਡ ਸੀ ਕਿ ਬਾਈ ਏਅਰ ਟਰੈਵਲ ਕਰ ਸਕਦੇ। ਓਕੇ। ਮੇਰੀ ਜਿਹੜਾ ਹੈਗਾ ਸੀ ਰਿਸਰਚ ਪ੍ਰੋਬਲਮ ਜੋ ਡਿਸਾਈਡ ਹੋਈ ਸੀ ਉਹ ਇਹ ਸੀਗਾ ਕਿ ਮੈਂ ਆਹ ਕੰਮ ਕਰਨਾ, 2 ਸਾਲ ਕਰੂੰਗਾ, ਦਿੱਲੀ ਕਰਨੀ। ਓਕੇ। ਜਦੋਂ ਇਹ ਫੈਲੋਸ਼ਿਪ ਮਿਲ ਗਈ ਤੇ ਮੇਰੇ ਮਨ 'ਚ ਆਇਆ ਕਿ ਪੰਤ ਨਗਰ ਯੂਨੀਵਰਸਿਟੀ ਉਦੋਂ ਹਵਾਈ ਜਹਾਜ਼ ਜਾਂਦਾ ਹੁੰਦਾ ਸੀ। ਓਕੇ। ਤੇ ਚਲੋ ਵੀ ਆਪਾਂ ਪੰਤ ਨਗਰ ਵੀ ਨਾਲ ਟਰਾਇਲ ਲਾ ਲੈਂਦੇ, ਨਾਲੇ ਹਵਾਈ ਜਹਾਜ਼ ਦੇ ਹੂਟੇ ਲਵਾਂਗੇ। ਤੇ ਮੈਂ ਆਪਣੇ ਐਡਵਾਈਜ਼ਰ ਨੂੰ ਕਿਹਾ, ਸਰਦਾਰ ਡਾਕਟਰ ਜੋਗਿੰਦਰ ਸਿੰਘ ਨਾਮ ਨਾਲ ਸੀ, ਬੜੇ ਥੋਰੋ ਜੈਂਟਲਮੈਨ, ਵਧੀਆ। ਅੱਛਾ। ਮੈਂ ਸਰ ਜੇ 2 ਸਾਲਾਂ ਦੀ ਬਜਾਏ 2 ਥਾਵਾਂ ਤੇ 21 ਸਾਲ ਕਰ ਲਾਂ। ਕਹਿੰਦੇ ਨਹੀਂ ਤੂੰ ਲੁਧਿਆਣੇ ਕਰਨਾ ਚਾਹੁੰਦਾ? ਲੁਧਿਆਣੇ ਤੇ ਦਿੱਲੀ ਦੇ ਜਾਲੋ 'ਚ ਇੰਨਾ ਫਰਕ ਨਹੀਂ ਗਾ। ਨਾ ਨਾ ਲੁਧਿਆਣੇ ਨਹੀਂ ਕਰਨਾ। ਮੈਂ ਨਹੀਂ ਜੀ, ਮੇਰੇ ਮਨ 'ਚ ਤੇ ਪੰਤ ਨਗਰ ਹੈ। ਮੈਂ ਨਹੀਂ ਦੱਸਿਆ ਕਿ ਹਵਾਈ ਜਹਾਜ਼ ਕਰਕੇ ਹੈ। ਅੱਛਾ। ਕਹਿੰਦੇ ਹਾਂ ਉਹ ਠੀਕ ਹੈ, ਉੱਥੇ ਮੀਂਹ ਜ਼ਿਆਦਾ ਪੈਂਦੇ ਆ। ਸੋ ਮੈਂ ਐਕਸਪੈਰੀਮੈਂਟ ਉੱਥੇ ਲਾ ਲਿਆ, ਡੇਟਾ ਇਕੱਠਾ ਕਰ ਲਿਆ। ਮਤਲਬ ਕਿ ਨਵੰਬਰ ਦੇ ਵਿੱਚ ਮਕਈ ਦੋਵਾਂ ਥਾਂ ਤੇ ਵੱਢੀ ਗਈ, 2-3 ਮਹੀਨੇ ਲੱਗਾ ਟਾਈਮ। ਤੇ 3 ਮਹੀਨੇ ਵਜੋਂ ਡੇਟਾ ਕਰਕੇ ਮੈਂ ਸਰ ਸ਼ੁੱਡ ਸਟਾਰਟ, ਮੈਂ ਆਪਣਾ ਕੰਪਿਊਟਰਾਈਜੇਸ਼ਨ ਦਾ ਕੰਮ ਸ਼ੁਰੂ ਕਰਾਂ। ਮੈਂ ਸੌਰੀ ਵਿੱਚੋਂ ਇੰਗਲਿਸ਼ ਜਾ ਰਿਹਾ ਵਾਂ ਤੇ ਫਿਰ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ। ਤੇ ਮੈਂ ਜੀ ਆਪਣਾ ਡੇਟਾ ਐਨਾਲਿਸਿਸ ਦਾ ਕੰਮ ਸ਼ੁਰੂ ਕਹਿੰਦਾ। ਨੋ ਅੱਛਾ। ਅਜੇ ਤੇ 2 ਸਾਲ ਵੀ ਨਹੀਂ ਹੋਏ। ਅੱਛਾ। ਦੁਬਾਰਾ ਐਕਸਪੈਰੀਮੈਂਟ ਕੰਡਕਟ ਕਰ। ਮਤਲਬ ਤੁਸੀਂ 2 ਸਾਲਾਂ ਵਾਲਾ ਕੰਮ 1 ਸਾਲ 'ਚ ਨਿਬੇੜਤਾ? ਇੱਕ ਸਾਲ 'ਚ ਨਿਬੇੜ ਲਿਆ। ਕਹਿੰਦੇ ਦੁਬਾਰਾ ਐਕਸਪੈਰੀਮੈਂਟ। ਅੱਛਾ। ਸੋ ਦੁੱਗਣਾ ਹੋ ਗਿਆ ਕੰਮ। ਉਹ ਮੁੜ ਕੇ ਡੇਟਾ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਕਿ ਉਹ ਕੰਪਿਊਟਰ ਦੇ ਵਿੱਚ, ਉਦੋਂ ਕੰਪਿਊਟਰ ਬਹੁਤ ਛੋਟੇ ਹੁੰਦੇ, ਸਿਰਫ ਇੱਕੋ ਕੰਪਿਊਟਰ ਸੀਗੇ ਐਗਰੀਕਲਚਰ ਯੂਨੀਵਰਸਿਟੀ ਸਾਰਿਆਂ ਕੋਲ, ਦਿੱਲੀ ਵਾਲੇ ਇੰਸਟੀਚਿਊਟ 'ਚ। ਸਾਰੇ ਇੱਥੋਂ ਪੰਜਾਬ 'ਚੋਂ ਵੀ, ਬਾਕੀ ਥਾਂ ਤੋਂ ਉਸ ਕੰਪਿਊਟਰ 'ਤੇ ਆਉਂਦੇ ਸੀ, ਵਾਰੀ ਵੀ ਛੇਤੀ ਨਹੀਂ ਹੁੰਦੀ। ਤੇ ਉਹਦੀ ਕਪੈਸਿਟੀ ਉਹ ਜਿਹੜੀ ਡਿਫਾਈਨ ਕਰਦੇ ਕੋਲ 29,000 ਬਾਈਟਸ ਵਗੈਰਾ ਸੀ। ਅੱਛਾ, ਮਤਲਬ ਇੱਕ ਕੰਪਿਊਟਰ ਤੇ ਸਾਰੇ ਥੀਸਿਸ ਸਾਰੇ ਜਿੰਨੇ ਐਨਾਲਿਸਿਸ ਹੁੰਦਾ ਸੀ ਥੀਸਿਸ, ਦੂਜੀ ਰਿਸਰਚ ਵੀ ਸਿਰਫ ਇੱਕੋ ਕੰਪਿਊਟਰ ਸੀ ਇੰਡੀਆ ਦੇ ਸਾਰੀਆਂ ਐਗਰੀਕਲਚਰ ਯੂਨੀਵਰਸਿਟੀਆਂ। ਇਹ ਤਾਂ ਬਹੁਤ ਸਮਾਂ ਲੱਗਦਾ ਹੋਊਗਾ ਜੀ। ਬਹੁਤ ਸਮਾਂ ਲੱਗਦਾ। ਉਹਦੀ ਕਪੈਸਿਟੀ ਸੀ। ਉਹਦੀ ਕਪੈਸਿਟੀ ਸੀ। ਫਿਰ ਉਹ ਜਿਹੜਾ ਮੇਰਾ ਡੇਟਾ ਸੀ ਉਹ ਚ ਨਾ ਆਵੇ, ਫਿਰ ਮੈਂ ਬਾਈ ਪਾਰਟਸ ਐਨਾਲਿਸਿਸ ਕੀਤਾ। ਅੱਛਾ, ਅੱਧਾ ਪਹਿਲਾਂ ਅੱਧਾ ਕਰਕੇ ਫਿਰ ਜੋੜਿਆ ਉਹਨਾਂ ਨੂੰ। ਸੋ ਉਸ ਕਰਕੇ ਮੇਰਾ ਮਤਲਬ ਕਿ ਥੀਸਿਸ ਤੇ ਤਾਂ 4 ਸਾਲ ਲੱਗ ਗਏ ਸੀ ਉੱਥੇ। ਅੱਛਾ। ਪਰ ਐਡਵਾਈਜ਼ਰ ਕੋਲ ਬਹੁਤ ਕੁਝ ਸਿੱਖਿਆ। ਉਸ ਜੈਂਟਲਮੈਨ ਡਾਕਟਰ ਜੋਗਿੰਦਰ ਸਿੰਘ ਕੋਲੋਂ ਮੈਂ ਸਾਰੇ ਕੰਮ ਹੱਥ ਨਾਲ ਕਰਦਿਆਂ ਵੇਖਿਆ। ਟਾਈਪਿੰਗ ਵੀ ਉਹ ਕਰਦੇ ਸੀਗੇ। ਓਕੇ।
ਉਹਨਾਂ ਨੂੰ ਮੈਂ ਆਪਣੇ ਕਾਫ ਫੂਸ ਕੱਢਦਿਆਂ ਵੀ ਵੇਖਿਆ ਵਾ, ਯੂਰੀਆ ਪਾਉਂਦਿਆਂ ਵੀ ਵੇਖਿਆ ਵਾ। ਤੇ ਮਤਲਬ ਕਿ ਸਾਇੰਸਦਾਨ ਤਾਂ ਹੈ ਸੀਗੇ। ਮਕਈ ਦੇ ਉਦੋਂ ਸਭ ਤੋਂ ਵੱਡੇ ਸਾਇੰਟਿਸਟ ਇੰਡੀਆ ਦੇ ਉਹ ਸੀਗੇ। ਬਹੁਤ ਕੁਝ ਸਿੱਖਿਆ, ਉਹਨਾਂ ਕੋਲ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਤਾਂ ਹੀ ਤੁਸੀਂ ਇਹ ਵੀ ਕਹਿ ਰਹੇ ਹੋ ਜੀ ਵੀ ਚਾਹੇ ਸ਼ਰਟ ਲਿਬੜ ਜੇ ਕੁਝ ਨਹੀਂ ਕਰ ਕਿਸੇ ਕਿਵੇਂ ਕੋਈ ਚੱਕਰ ਨਹੀਂ ਹੈ। ਬਿਲਕੁਲ ਉਹਨਾਂ ਨੇ ਮਤਲਬ ਕਿ ਇੱਕ ਪਹਿਲਾਂ ਖੇਤੀ ਦਾ ਕੰਮ ਘਰ ਚੋਂ ਕਰਦੇ ਰਹੇ, ਮੁੜ ਕੇ ਉਹਨਾਂ ਕੋਲੋਂ ਬਹੁਤ ਜ਼ਿਆਦਾ। ਮੈਂ ਤੁਹਾਨੂੰ ਇੱਕ ਦਿਨ ਦੀ ਗੱਲ ਦੱਸਦਾ। ਹਾਂਜੀ। ਸ਼ਾਮ ਨੂੰ ਬੈਠੇ ਮੇਰਾ ਥੀਸਿਸ ਵੇਖ ਰਹੇ ਸੀਗੇ ਤੇ ਉਹ ਆਪਣੇ ਐਂ ਕਰਕੇ ਪੈਰ ਬਾਰ-ਬਾਰ ਵੇਖੀ ਜਾਣ। ਅੱਛਾ। ਮੈਂ ਉਹਨਾਂ ਦੀ ਸਾਈਡ ਤੇ ਬੈਠੇ, ਇਸ ਕਰਕੇ ਮੈਨੂੰ ਪਤਾ ਲੱਗ ਰਿਹਾ ਸੀਗਾ ਕਿ ਤੇ ਅਲਟੀਮੇਟਲੀ ਸਟੂਡੈਂਟ ਟੀਚਰ ਰਿਲੇਸ਼ਨਸ਼ਿਪ ਬਹੁਤ ਤਕੜੇ ਹੁੰਦੇ ਆ। ਹਾਂਜੀ ਬਿਲਕੁਲ। ਤੇ ਮੈਨੂੰ ਢਿੱਲਣ ਕਹਿੰਦੇ ਹੁੰਦੇ ਸੀ। ਹੈ ਬੇਸ਼ੱਕ ਉਹ ਪੰਜਾਬੀ ਪਾਕਿਸਤਾਨ ਤੋਂ ਆਏ ਸੀਗੇ ਤੇ ਉਹਨਾਂ ਨੂੰ ਉਹ ਢਿੱਲੋਂ ਨਹੀਂ ਸੀ ਕਹਿੰਦੇ, ਢਿੱਲਣ ਕਹਿੰਦੇ। ਢਿੱਲਣ मैं सुबह से देख रहा हूँ, हिंदी बोलते सी क्योंकि दिल्ली रहते रहे। मैंने एक बूट और डाला, एक बूट और डाला है। अच्छा। बल्कि इन्ना आदमी वो काम दे च खुफदे सीगे, कोई सवेरे ख्याल नहीं कीता। मतलब अपने पहनण दा भी उन्हां नूं फिक्र नहीं सी, कोई पता फिक्र नहीं नहीं सी। मैं उन्हां जिन्ना हलीमी वाला बंदा, हार्ड वर्किंग ते काम किहड़ा करना, हार्ड वर्किंग। कई ਇਹੋ ਜਿਹੇ ਨੇ ਕਿ ਜਿਹੜੇ ਸਾਰਾ ਦਿਨ ਆਪਣਾ ਟੀਚਿੰਗ ਦੇ ਕੰਮ ਕਰਦੇ, ਰਿਸਰਚ ਦਾ ਕੰਮ ਹੀ ਕਰਦੇ, ਪਰ ਉਹਨੂੰ ਜੇ ਕਿਤੇ ਲੱਗਾ ਕਿ ਕੋਈ ਟਾਈਪਿੰਗ ਦਾ ਕੰਮ ਹੈ ਇਹ ਅੜਿਆ ਪਿਆ, ਉਹ ਟਾਈਪਿੰਗ ਦਾ ਕੰਮ ਸ਼ੁਰੂ ਕਰ ਲੈਂਦੇ ਸੀ। ਜੇ ਫੀਲਡ 'ਚ ਕੰਮ ਕਰ ਰਿਹਾ ਕਿ ਆਹ ਕੰਮ ਰੁਕ ਰਿਹਾ, ਇੱਥੇ ਬੰਦਾ ਘੱਟ ਆ, ਉਹ ਕੰਮ ਕਰਨਾ ਪੈਣਾ। ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਔਰ ਉਹਦਾ ਫਾਇਦਾ ਮੈਨੂੰ ਇਹ ਥੀਸਿਸ ਦਾ ਕਿ ਮੇਰੇ ਫਿਰ ਉਦੋਂ ਤੋਂ ਪਬਲੀਕੇਸ਼ਨ ਰਿਸਰਚ ਦੀਆਂ ਬਹੁਤ ਜ਼ਿਆਦਾ। ਜਦੋਂ ਮੈਂ ਇੱਥੇ ਆ ਗਿਆ ਤੇ ਇੱਥੇ ਮੈਨੂੰ ਮੈਂਟਰ, ਮੈਂ ਬਹੁਤ ਲੱਕੀ ਰਿਹਾ। ਅੱਛਾ ਜੀ। ਮੈਨੂੰ ਹਰ ਥਾਂ ਦੇ ਉੱਤੇ ਚੰਗੇ ਮੈਂਟਰ ਮਿਲਦੇ ਰਹੇ, ਚੰਗੇ ਟੀਚਰ ਮਿਲਦੇ ਰਹੇ। ਜਿਸ ਤਰ੍ਹਾਂ ਕਿ ਦਿੱਲੀ 'ਚ ਡਾਕਟਰ ਸਵਾਮੀਨਾਥਨ ਕੋਲੋਂ ਵੀ ਪੜ੍ਹੇ। ਅੱਛਾ। ਡਾਕਟਰ ਈ ਐਸ ਸਦੀਕ ਜਿਨ੍ਹਾਂ ਨੇ ਪੂਸਾ ਬਾਸਮਤੀ ਕੱਢੀ ਜਿਹੜੀ ਅੱਛੀ, ਉਹ ਵੀ ਮੇਰੇ ਟੀਚਰ ਸੀਗੇ। ਡਾਕਟਰ ਵੀ ਐਲ ਚੋਪੜਾ ਜਿਹੜੇ ਪਲੈਨਿੰਗ ਕਮਿਸ਼ਨ ਦੇ ਮੈਂਬਰ ਹੈ, ਉਹ ਵੀ ਮੇਰੇ ਟੀਚਰ ਸੀਗੇ। ਸੋ ਬਹੁਤ ਅੱਛੇ ਟੀਚਰ ਮਿਲੇ। ਇੱਥੇ ਵੀ ਡਾਕਟਰ ਖੇਮ ਸਿੰਘ ਗਿੱਲ ਕੋਲੋਂ ਪੜ੍ਹੇ, ਹੋਰ ਵੀ ਬੜੇ ਕੱਦਾਵਰ ਟੀਚਰ ਸੀ। ਜਦੋਂ ਇੱਥੇ ਵਾਪਸ ਆਏ ਤਾਂ ਡਾਕਟਰ ਏ.ਐਸ. ਖਹਿਰਾ ਜਿਹੜੇ ਬਾਅਦ ਚ ਵਾਈਸ ਚਾਂਸਲਰ ਬਣੇ। ਤੁਸੀਂ ਉੱਥੋਂ ਪੀਐਚਡੀ ਕਰਨ ਤੋਂ ਬਾਅਦ ਜਦੋਂ ਇੱਥੇ ਆ ਗਏ, ਫਿਰ ਤੁਸੀਂ ਇੱਥੇ ਆ ਗਏ। ਅੱਛਾ। ਤੇ ਇੱਥੇ ਥੀਸਿਸ ਦੇ ਚੋਂ ਕਿਉਂਕਿ ਪਬਲੀਕੇਸ਼ਨ ਕਰਨੀਆਂ ਸੀ, ਡਾਕਟਰ ਜੋਗਿੰਦਰ ਸਿੰਘ ਕਹਿੰਦੇ ਰਹਿੰਦੇ ਗਾਏ ਬਗਾਏ ਢਿੱਲਣ इसमें पब्लिश भी कर लेना, इतना बड़ा थीसिस, इतना बढ़िया थीसिस है। तो वो फिर इस तरह होया, मैनूं लगदा कई बार मैं जो सोचदा हां कि मैं हार्ड वर्किंग कित्थों बनिया। परमात्मा ने बहुत किरपा कीती सी। पढ़न दे टाइम दे उत्ते इंजॉय भी कीता ते पढ़दे भी सां, पर जदों इम्तिहान आउणा उदों पढ़ना ज़्यादा। इत्थों तक सी कि मैं जे शामां नूं सौं जांदा रोटी खा के दुपहर तो बादां ਤੇ ਫਿਰ ਕਈ ਕਲਾਸਿਸ ਵੀ ਮਿਸ ਕਰ ਲੈਂਦਾ। ਮੈਂ ਸੌਣ ਦਾ ਬਹੁਤ ਸ਼ੌਕੀਨ ਸੀਗਾ। ਅੱਛਾ। ਇਸ ਕਰਕੇ ਮੇਰੀ ਜਿਹੜੀ ਨੋਟਸ ਦੀ ਕਾਪੀ ਕਈ ਵੀ ਨਹੀਂ ਕੰਪਲੀਟ ਨਹੀਂ ਹੁੰਦੀ। ਤੇ ਮੇਰਾ ਕਲਾਸ ਫੈਲੋ ਅੰਮ੍ਰਿਤਸਰ ਹੀ ਰਿਹਾ, ਮੁੜ ਕੇ ਇੱਥੇ ਐਮਐਸਸੀ 'ਚ ਡਾਕਟਰ ਹਰਜਿੰਦਰ ਸਿੰਘ। ਅੱਛਾ ਜੀ। ਤੇ ਉਹਦਾ ਕਮਰਾ ਮੇਰੇ ਨਾਲ ਹੀ ਕਮਰਾ ਸੀਗਾ ਤੇ ਮੈਂ ਉਹਦੇ ਕੋਲੋਂ ਕਾਪੀ ਲੈ ਕੇ ਆਪਣੀ ਪੂਰੀ ਕਰਨੀ। ਇੱਕ ਦਿਨ ਉਹ ਅਜੇ ਬਹੁਤ ਅੱਛੇ ਦੋਸਤ ਨੇ, ਪਰ ਯਾਰ ਦੋਸਤ ਵੀ ਇੱਕ ਦਿਨ ਗੌਰ ਤੇ ਕਰ, ਇਹਨੂੰ ਕਹਿੰਦਾ ਵੀ ਤੂੰ ਮੇਰੀ ਕਾਪੀ ਲਿਖ ਕੇ ਪੜ੍ਹਦਾ ਵਾਂ ਤੇ ਨੰਬਰ ਤੂੰ ਮੇਰੇ ਤੋਂ ਜ਼ਿਆਦਾ ਲਾ ਜਾਣਾ, ਮੈਂ ਤੂੰ ਕਾਪੀ ਨਹੀਂ ਦੇਣੀ। ਅੱਛਾ। ਮੈਂ ਹਰਜਿੰਦਰ ਤੇਰੀ ਗੱਲ ਠੀਕ ਆ, ਤੂੰ ਇਸ ਤਰ੍ਹਾਂ ਕਰ। ਅਖੀਰਲੀ ਰਾਤ ਜਦੋਂ ਸੌਂਦਾ ਹੁੰਦਾ ਨਾ, ਉਦੋਂ ਆਪਣੀ ਕਾਪੀ ਜਿਹੜੀ ਆ ਨਾ ਮੇਰੇ ਕਮਰੇ 'ਚ ਸੁੱਟ ਦਿਆ ਕਰ। ਅੱਛਾ। ਸੋ ਉਹਨੇ ਸੌਂ ਜਾਣਾ, ਉਹਨੇ ਜਦੋਂ ਕਾਪੀ ਸੁੱਟਣੀ, ਮੈਨੂੰ ਜਦੋਂ ਜਾਗ ਆਉਣੀ, ਉਹ ਮੈਂ ਜਿਹੜੇ ਇੱਕ ਦੋ ਮਿਸ ਮੇਰੀ ਕਲਾਸਿਸ ਉਹ ਪੜ੍ਹ ਲੈਣੇ। ਸੋ ਮਤਲਬ ਕਿ ਠੀਕ ਸੀ, ਪੜ੍ਹਾਈ ਦੇ 'ਚ ਬਹੁਤ ਨੰਬਰ ਆਉਂਦੇ ਰਹੇ ਆ, ਪਰ ਇਹ ਨਹੀਂ ਕਿ ਵਰਕੋਲਕ ਨਹੀਂ ਸੀ। ਵਰਕੋਲਕ ਬਣਦਾ ਮੇਰੇ ਖਿਆਲ ਕਾਰਨ ਇਹ ਹੋਇਆ ਕਿ ਜਦੋਂ ਇੱਥੇ ਆਇਆ ਤੇ ਮੇਰੇ ਤੋਂ 2 ਵਾਰ ਇਸ ਤਰ੍ਹਾਂ ਹੋਇਆ ਕਿ ਮੈਂ ਆਪਣਾ ਥੀਸਿਸ ਖੋਲ੍ਹ ਕੇ ਜੁਲਾਈ 'ਚ ਜੁਆਇਨ ਕੀਤਾ ਸੀਗਾ। ਅੱਛਾ। ਆਉਂਦਿਆਂ ਮਕਈ ਬੀਜਣ ਵਾਲੇ ਪਾਸੇ ਲੱਗ ਗਏ। ਕਿਹੜੇ ਸਾਲ ਦੀ ਗੱਲ ਹੈ ਜੀ? 74 ਦੇ ਵਿੱਚ। ਅੱਛਾ। 1974 ਜੁਲਾਈ ਦੇ ਵਿੱਚ ਜੁਆਇਨ ਕੀਤਾ ਸੀਗਾ। 11 ਜੁਲਾਈ ਨੂੰ। ਮੈਂ ਅੱਗੇ ਜਾ ਕੇ ਦੱਸਾਂ 11 ਜੁਲਾਈ ਦੀ ਵੀ ਬਹੁਤ ਵੱਡੀ ਇੰਪੋਰਟੈਂਸ ਹੈ ਮੇਰੀ ਲਾਈਫ ਦੇ ਵਿੱਚ। ਓਕੇ ਹਾਂਜੀ। ਤੇ ਉਹ ਜਦੋਂ ਮਕਈ ਬੀਜੀ ਬੂਜੀ ਗਈ ਤੇ ਚੋਂ ਥੋੜ੍ਹੇ 10-15 ਦਿਨ ਮਿਲਦੇ ਆ, ਜਦੋਂ ਫਲਾਵਰਿੰਗ ਤੇ ਆਉਂਦੀ, ਜਦੋਂ ਨਿਕਲਦੇ ਆਪਣੇ ਬੂਰ-ਬਾਰ ਨਿਕਲਦਾ, ਤੇ ਉਹ 10-15 ਦਿਨ ਤੇ ਮੈਂ ਸੋਚਿਆ ਵੀ ਇੱਕ ਅੱਧਾ ਪੇਪਰ ਲਿਖ ਲੈਣ ਥੀਸਿਸ 'ਚੋਂ। ਤੇ ਉਹ 2 ਵਾਰਾਂ ਹੋਇਆ ਲਗਾਤਾਰ ਹੀ 3-4 ਦਿਨਾਂ ਦੇ ਵਿੱਚ ਨਾਲ ਕਿ ਡਾਕਟਰ ਖਹਿਰਾ ਮੇਰੇ ਕੋਲ ਸ਼ਾਮਾਂ ਨੂੰ ਮੇਰੇ ਕੰਮ, ਹੀ ਵਾਜ਼ ਵੈਰੀ ਗੁੱਡ ਪਰਸਨ। ਬੇਸ਼ੱਕ ਉਹ ਪ੍ਰੋਫੈਸਰ ਸੀ, ਮੈਂ ਅਸਿਸਟੈਂਟ ਪ੍ਰੋਫੈਸਰ ਸੀ। ਉਹ ਜਦੋਂ ਜੀ ਕਰਦੇ ਮੇਰੇ ਕਮਰੇ 'ਚ ਆ ਜਾਂਦੇ ਸੀ, ਜਦੋਂ ਮੈਂ ਜੁਆਇਨ ਕੀਤਾ ਉਦੋਂ ਹੀ। ਅੱਛਾ। ਹਾਂ ਵੀ ਢਿੱਲੋਂ ਇਸ ਤਰ੍ਹਾਂ ਕਰਨਾ, ਇਸ ਤਰ੍ਹਾਂ ਕਰਨਾ। ਤੇ ਮੈਂ ਉਹ ਥੀਸਿਸ ਖੋਲ੍ਹ ਕੇ ਬੈਠਾ ਹੁੰਦਾ। ਮੇਰੇ ਮਨ 'ਚ ਆਇਆ ਜਦੋਂ 2 ਵਾਰਾਂ ਹੋ ਗਿਆ ਕਿ ਕਿਤੇ ਡਾਕਟਰ ਖਹਿਰਾ ਇਹ ਨਾ ਸੋਚਣਗੇ ਮੈਂ ਤਾਂ ਆਪਣੇ ਥੀਸਿਸ 'ਚੋਂ ਹੀ ਪੇਪਰ ਲਿਖਦਾ ਰਹਿੰਦਾ, ਪੀਐਚਡੀ ਥੀਸਿਸ 'ਚੋਂ। ਉਹ ਫਿਰ ਮੈਂ ਪੇਪਰ ਲਿਖਣੇ ਸ਼ਾਮਾਂ ਨੂੰ ਸ਼ੁਰੂ ਕੀਤੇ। ਅੱਛਾ। ਉਦੋਂ ਬਾਅਦ ਜਿੰਨੇ ਵੀ ਪੇਪਰ ਲਿਖੇ ਆ
ਕੋਈ ਜਿਹੜਾ ਟਾਈਮ ਬਾਉਂਡ ਪੇਪਰ ਹੈ ਕਿਸੇ ਮੀਟਿੰਗ ਜਾਣਾ ਵਾ ਹਾਂਜੀ। ਉਹ ਦਫ਼ਤਰ ਦੇ ਵਿੱਚ ਲਿਖਿਆ ਹੋਊਗਾ, ਹੂੰ। ਨਹੀਂ ਤੇ ਸਾਰੇ ਪੇਪਰ ਮੇਰੇ ਖਿਆਲ ਵਰਪੋਲਕ ਹੋਣ ਦਾ ਮੇਰਾ ਕਾਰਨ ਉੱਥੋਂ ਸ਼ੁਰੂ ਹੋਇਆ। ਮੁੜ ਕੇ ਫਿਰ ਪਰਮਾਤਮਾ ਦੀ ਕਿਰਪਾ ਨਾਲ ਵਾਈਫ ਵੱਲੋਂ ਸਪੋਰਟ ਬਹੁਤ ਮਿਲੀ। ਉਹਨੇ ਵੀ ਵਿਆਹ ਤੋਂ ਅਗਲੇ ਸਾਲ 11 ਜੁਲਾਈ 1975 ਨੂੰ ਮੈਰਿਜ ਹੋਈ। ਹਾਂ, ਉਹੀ 11 ਜੁਲਾਈ ਦੀ ਇੰਪੋਰਟੈਂਸ। 11 ਜੁਲਾਈ। ਅੱਛਾ, 1 ਸਾਲ ਬਾਅਦ ਤੁਸੀਂ ਜਦੋਂ ਇੱਥੇ, ਉਸ ਤੋਂ ਬਾਅਦ ਔਰ ਉਹ ਪਤਾ ਜਦੋਂ ਡੇਟ ਫਿਕਸ ਹੋ ਗਈ ਉਦੋਂ ਬਾਅਦ ਮੈਨੂੰ ਖਿਆਲ ਆ ਕਿ ਪਿਛਲੇ ਸਾਲ ਇਸੇ ਤਰੀਕ ਨੂੰ ਜੁਆਇਨ ਕੀਤਾ ਸੀ। ਤੇ ਮੇਰੀ ਵਾਈਫ ਦੇ ਫਾਦਰ ਮੇਰੇ ਸਹੁਰਾ ਸਾਹਿਬ ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਦੇ ਮਹਿਕਮੇ ਵਿੱਚ ਰਿਲੀਜੀਅਸ ਸਟੱਡੀਜ਼ ਦੇ ਵਿੱਚ ਸੀਗੇ। ਸ਼ਬਦ ਜੋੜ ਕੁਛ ਉਹਨਾਂ ਨੇ ਬਣਾਇਆ, ਸਿੱਖ ਐਨਸਾਈਕਲੋਪੀਡੀਆ ਦੇ ਵਿੱਚ ਵੀ ਉਹ ਵੀ ਮੇਰੇ ਵਰਗੇ ਅਲਕੋਹਲਿਕ ਸੀਗੇ। ਉਹਦੇ ਕਰਕੇ ਵਾਈਫ ਨੇ ਨਹੀਂ ਮਹਿਸੂਸ ਕੀਤਾ, ਰਾਦਰ ਹੈਲਪ ਕਰਦੀ ਰਹੀ ਹੈ। ਤੇ ਉਹਨੂੰ ਵੀ ਮਤਲਬ ਕਿ ਇਹ ਸ਼ੌਂਕ ਹੋਣ ਕਰਕੇ ਉਹਨੇ ਮੇਰੇ ਨਾਲ ਪਹਿਲਾਂ ਸ਼ੁਰੂ ਦੇ ਵਿੱਚ ਜੋ ਕੰਪੈਰੀਜ਼ਨ ਕਰਨਾ ਹੁੰਦਾ, ਪੇਪਰ ਕਿਤੇ ਸਬਮਿਟ ਕੀਤਾ ਵਾ ਦੁਬਾਰਾ ਫਿਰ ਉਹਨੂੰ ਟਾਈਪ ਕੀਤਾ ਵਾ, ਨਾਲ ਉਹਨੇ ਕੰਪੈਰੀਜ਼ਨ ਵਗੈਰਾ ਕਰਾਉਣਾ ਬਹੁਤ ਕੁਛ। ਸੋ ਉੱਥੋਂ ਮੇਰੇ ਖਿਆਲ ਫਿਰ ਮੈਂ ਵਰਪੋਲ। ਅੱਛਾ, ਮੈਡਮ ਵੀ ਇੱਥੇ ਯੂਨੀਵਰਸਿਟੀ ਦੇ ਵਿੱਚ ਹੀ? ਹਾਂ, ਪਹਿਲਾਂ ਤਾਂ ਕਾਲਜ ਦੇ ਵਿੱਚ ਸੀਗੇ ਨਕੋਦਰ, ਮੁੜ ਕੇ ਕੁਛ ਸਾਲਾਂ ਮਗਰੋਂ 3-4 ਸਾਲਾਂ ਮਗਰੋਂ। ਪਰ ਉਹਨੇ ਸ਼ੀ ਹੈਲਪ ਮੀ ਸੋ ਮਚ ਕਿ ਸ਼ੀ ਰਿਟਾਇਰਡ ਅਸਿਸਟੈਂਟ ਪ੍ਰੋਫੈਸਰ। ਬਾਕੀ ਸਾਰੀਆਂ ਉਹਦੇ ਨਾਲ ਦੀਆਂ ਪ੍ਰੋਫੈਸਰ ਰਿਟਾਇਰ। ਉਹਨਾਂ ਨਾਲ ਵੀ ਗੱਲ ਕਰਾਂਗੇ ਜੀ, ਬਹੁਤ ਵਧੀਆ ਲੱਗੂਗਾ ਕਿਉਂਕਿ ਉਹਨਾਂ ਦਾ ਸਫ਼ਰ 1975 ਤੋਂ ਲੈ ਕੇ ਜਦੋਂ ਤੁਸੀਂ ਦੱਸਿਆ ਤੁਹਾਡੇ ਨਾਲ ਰਿਹਾ। ਨਹੀਂ, ਔਖਾ ਹੀ ਰਿਹਾ। ਤੁਸੀਂ ਮੱਕੀ 'ਚ ਫਿਰਦੇ ਰਹਿੰਦੇ ਹੋਵੋਗੇ ਜੀ? ਨਹੀਂ, ਉਹ ਬੱਚਿਆਂ ਨੂੰ ਉਹਨੇ ਪਾਲਿਆ। ਅੱਛਾ, ਬੱਚਿਆਂ ਨੂੰ ਉਹਨੇ ਪਾਲਿਆ, ਨਾਲ ਮੇਰੀ ਵੀ ਮਦਦ ਕਰਦੀ ਰਹੀ ਹੈ। ਹਾਂਜੀ ਹਾਂਜੀ। ਤੇ ਜਿਸ ਤਰ੍ਹਾਂ ਮੈਂ ਦੱਸਿਆ ਸ਼ੁਰੂ ਦੇ ਹਾਂਜੀ, ਉਹਨੂੰ ਵੀ ਸ਼ੌਂਕ ਹੁੰਦਾ ਸੀਗਾ ਕਿ ਜਦੋਂ ਮੈਂ ਦੱਸ ਰਿਹਾ ਕਿ ਆਹ ਜਨਰਲ ਚੰਗਾ, ਆਹ ਜਨਰਲ ਚੰਗਾ, ਤੁਹਾਡਾ ਫਲਾਣੇ ਜਨਰਲ 'ਚ ਨਹੀਂਗਾ ਪੇਪਰ, ਉਹਦੇ ਲਿਖੋ, ਫਲਾਣੇ ਜਨਰਲ 'ਚ ਨਹੀਂਗਾ ਪੇਪਰ, ਉਹਦੇ ਲਿਖੋ। ਅੱਛਾ ਅੱਛਾ। ਨਾਲ ਉਹਨੇ ਕੰਪੈਰੀਜ਼ਨ ਕਰਾਉਣਾ ਉਹ ਤਰ੍ਹਾਂ ਤੋਂ ਇਕਨੋਮਿਕਸ ਨੂੰ ਕਰਕੇ। ਇੱਥੇ ਫਿਰ ਉਸ ਤੋਂ ਬਾਅਦ ਕਿੰਨਾ ਸਮਾਂ ਤੁਸੀਂ ਆਪਣਾ? ਇੱਥੇ ਮੈਂ ਦੇਖੋ ਇਹ ਕਰੋ ਕਿ ਮੇਰਾ ਮੁੱਢ ਤੇ ਇੱਥੇ ਵੱਜ ਗਿਆ। ਓਕੇ। ਪਰ ਪਰਮਾਤਮਾ ਦੀ ਬਹੁਤ ਕਿਰਪਾ, ਬਹੁਤ ਫਿਰਦਾ ਤੁਰਦਾ ਰਿਹਾ। 1974 ਜੁਲਾਈ ਦੇ ਵਿੱਚ ਮੈਂ ਇੱਥੇ ਜੁਆਇਨ ਕੀਤਾ ਤੇ 1976 ਦਸੰਬਰ ਦੇ ਵਿੱਚ 7 ਦਸੰਬਰ ਨੂੰ ਮੈਂ ਜਰਮਨੀ ਚਲਾ ਗਿਆ। ਅੱਛਾ। ਜਰਮਨ ਅਕੈਡਮਿਕ ਐਕਸਚੇਂਜ ਸਰਵਿਸ ਇੱਕ ਉਹਨਾਂ ਦੀ ਫਾਊਂਡੇਸ਼ਨ ਹੈ ਜਿਹਦਾ ਜਰਮਨ ਦੇ ਵਿੱਚ ਨਾਮ ਜਿਹੜਾ ਜ਼ਿਆਦਾ ਕਾਮਨ ਹੈ ਡੋਇਸ਼ਰ ਆਊਸਟਾਊਸ ਡੀਨਸਟ, DAAD, ਡੈਡ ਫੈਲੋਸ਼ਿਪ ਕਹਿੰਦੇ। ਉੱਥੇ ਫਿਰ ਜਰਮਨੀ ਚਲੇ ਗਿਆ। ਉਹਦੇ ਤੇ 1 ਮਹੀਨਾ ਘੱਟ 2 ਸਾਲ ਰਹਿਣਾ, ਤੇ 2 ਸਾਲ ਨਹੀਂ ਜ਼ਿਆਦਾ ਰਹਿਣਾ ਸੀਗਾ। ਉੱਥੇ ਰਹਿੰਦਿਆਂ ਹੀ ਮੇਰੀ ਇੱਥੇ ਪ੍ਰਮੋਸ਼ਨ ਹੋ ਗਈ। ਅੱਛਾ। ਇਨ ਐਬਸੈਂਸ਼ੀਆ ਸਿਲੈਕਸ਼ਨ ਹੋਈ, ਐਸੋਸੀਏਟ ਪ੍ਰੋਫੈਸਰ ਬਣਾਤਾ। ਓਕੇ। ਦੈਟ ਵਾਸ ਅਨਦਰ ਟਰਨ ਇਨ ਮਾਈ ਲਾਈਫ। ਰੱਬ ਦੇ ਰੰਗਾਂ ਦਾ ਰੱਬ ਬੇਅੰਤ ਆ, ਰੱਬ ਦੀਆਂ ਰੱਬ ਜਾਣੇ। ਸਹੀ ਗੱਲ ਹੈ। ਮੈਂ ਜਿਸ ਪ੍ਰੋਫੈਸਰ ਨਾਲ ਉੱਥੇ ਕੰਮ ਕਰਦਾ ਸੀਗਾ ਜਰਮਨੀ 'ਚ, ਜਰਮਨੀ ਦੇ ਵਿੱਚ, ਹਾਂਜੀ, ਪ੍ਰੋਫੈਸਰ ਪੌਲਮਰ ਸੀ ਉਹਨਾਂ ਦਾ ਨਾਮ। ਉਹ ਬਹੁਤ ਸੀ ਕਿ ਮੈਂ ਉੱਥੇ ਜ਼ਿਆਦਾ ਚਿਰ ਰਹਾਂ। ਓਕੇ। ਤੇ ਉਹ ਜਿਹੜਾ ਸਾਡਾ ਮੇਜ਼ ਦਾ ਇੰਸਟੀਚਿਊਟ ਹੈ ਮੈਕਸੀਕੋ ਦੇ, ਜਿੱਥੋਂ ਪਾਉਣੀਆਂ ਕਣਕਾਂ ਆਈਆਂ, ਮਕਈ ਦਾ ਤੇ ਕਣਕਾਂ ਦਾ ਇੱਕੋ ਇੰਸਟੀਚਿਊਟ ਹੈ, ਸਿਮਟ ਜਿਹਨੂੰ ਕਹਿੰਦੇ। ਉਹ ਉਹਨਾਂ ਦੇ ਬੋਰਡ ਦਾ ਮੈਂਬਰ ਸੀਗਾ। ਉਹਨੇ ਜਦੋਂ ਵੇਖਿਆ ਕਿ ਮੈਂ ਕੰਮ ਵਾਹਵਾ ਕਰਦਾ ਤੇ ਕਹਿੰਦੇ ਕਿ ਤੂੰ ਵੀ ਸਿਮਟ ਕਿਉਂ ਨਹੀਂ ਜਾਣਾ ਚਾਹੁੰਦਾ। ਤੇ ਮੈਂ ਮਨ 'ਚ ਸੋਚਿਆ ਉਹਨਾਂ ਕੀ ਭਾਲੇ 2 ਅੱਖੀਆਂ ਇੰਟਰਨੈਸ਼ਨਲ ਇੰਸਟੀਚਿਊਟ ਹੈ। ਮੈਂ ਹਾਂਜੀ ਮੈਂ ਜਾਣਾ ਚਾਹੁੰਦਾ, ਚੱਲ ਜੂੰਗਾ। ਕਹਿੰਦਾ ਕੋਈ ਨਹੀਂ, ਮੇਰੇ ਨਾਲ ਲਾਓ ਤੁਸੀਂ 2 ਸਾਲ ਤੇ ਮੁੜ ਕੇ ਫਿਰ ਆਪਾਂ ਤੁਸੀਂ ਸਿਮਟ ਚੱਲ ਜਾਓਗੇ। ਇੱਥੋਂ ਤੱਕ ਉਹਨੇ ਓਪਨਲੀ, ਮੇਰੇ ਇੱਕ ਹੋਰ ਇੰਡੀਅਨ ਸੀਗਾ ਫਰੈਂਡ ਉੱਥੇ, ਉਹਨੂੰ ਓਪਨਲੀ ਕਿਹਾ ਕਿ ਆਈ ਵਿਲ ਸੈਂਡ ਢਿੱਲੋਂ ਟੂ ਸਿਮਟ, ਕਿਉਂ ਬੋਰਡ ਦੇ ਟਰਸਟੀ ਸੀ। ਜਰਮਨੀ ਵਾਲੇ ਪੈਸੇ ਬਹੁਤ ਦਿੰਦੇ ਸੀ ਸਿਮਟ ਨੂੰ। ਓਕੇ। ਸੋ ਇਟ ਵਾਜ਼ ਆਲਮੋਸਟ ਸਰਟਨ ਕਿ ਮੈਂ ਉੱਥੇ 2 ਸਾਲਾਂ ਤੋਂ ਜ਼ਿਆਦਾ ਚਿਰ ਰਹੂੰਗਾ। ਅਪਲਾਈ ਵੀ ਕਰਤਾ ਐਕਸਟੈਂਸ਼ਨ ਲਈ, ਫੈਲੋਸ਼ਿਪ 2 ਸਾਲਾਂ ਦੀ ਸੀਗੀ, ਐਕਸਟੈਂਸ਼ਨ ਲਈ ਅਪਲਾਈ ਵੀ ਕਰਤਾ। ਉਦੋਂ ਇੱਧਰ ਸਿਲੈਕਸ਼ਨ ਹੋ ਗਈ। ਅੱਛਾ ਜੀ। ਮੈਂ ਬਹੁਤ ਦੁਬਦਾ ਸੀਗਾ। ਉੱਥੇ ਇੱਕ ਪ੍ਰੋਫੈਸਰ ਸਰਕਾਰ ਸੀਗੇ ਉਸੇ ਯੂਨੀਵਰਸਿਟੀ 'ਚ, ਉਹਨਾਂ ਦੀ ਵਾਈਫ ਜਰਮਨ ਸੀ, ਉਹ ਇੰਡੀਅਨ ਹੋਣ ਦੇ ਨਾਤੇ ਪ੍ਰੋਫੈਸਰ ਸੀਗੇ ਉਹ ਪਲਾਂਟ ਪੈਥੋਲੋਜੀ ਦੇ। ਮੈਂ ਉਹਨਾਂ ਕੋਲ ਚਲ ਗਿਆ। ਮੈਂ ਸਰ ਆਹ ਪੋਜੀਸ਼ਨ ਹੈ, ਪ੍ਰੋਫੈਸਰ ਪੌਲਮਰ ਕਹਿ ਰਹੇ ਆ ਕਿ ਤੈਨੂੰ ਮੈਂ ਸਿਮਟ ਭੇਜੂੰਗਾ, ਇੱਥੇ ਮੇਰਾ ਬਹੁਤ ਆਦਰ ਮਾਣ ਹੈ, ਸਭ ਕੁਛ ਹੈ। ਤੇ ਉਧਰ ਮੇਰੀ ਸਿਲੈਕਸ਼ਨ ਹੋ ਗਈ। ਪ੍ਰੋਫੈਸਰ ਸਰਕਾਰ ਨੇ 2 ਟੁਕ 'ਚ ਕਿਹਾ ਪਹਿਲਾਂ, ਕਹਿੰਦਾ ਡਾਕਟਰ ਢਿੱਲੋਂ ਯੂ ਗੋ ਬੈਕ ਐਂਡ ਜੁਆਇਨ, ਕਿ ਤੂੰ ਵਾਪਸ ਜਾ ਕੇ ਇਮੀਡੀਏਟਲੀ ਜੁਆਇਨ ਕਰ ਲਾ। ਓਕੇ। ਫਿਰ ਉਹਨਾਂ ਨੇ ਐਨਾਲਿਸਿਸ ਕੀਤਾ, ਕਹਿੰਦਾ ਪਹਿਲੀ ਗੱਲ ਤੇਰੀ ਜਰਮਨੀ 'ਚ ਹੋਣੀ ਚਾਹੀਦੀ ਜਿਸ ਤੱਕ ਤੂੰ ਫੈਲੋਸ਼ਿਪ 'ਤੇ, ਜਿੱਦਣ ਤੂੰ ਕੋਸ਼ਿਸ਼ ਕੀਤੀ ਤੇ ਪਰਮਾਨੈਂਟ ਸੈਟਲ ਹੋਣ ਦੀ ਕੋਸ਼ਿਸ਼ ਕਰੇਗਾ, ਉਦੋਂ ਥੋੜ੍ਹਾ ਬਹੁਤਾ ਵਖਰੇਵਾਂ ਸ਼ੁਰੂ ਹੋ ਜਾਊਗਾ। ਕਹਿੰਦੇ ਇਹ ਮੇਰਾ ਤਜਰਬਾ ਹੈ, ਮੇਰੀ ਭਾਵੇਂ ਵਾਈਫ ਜਰਮਨ ਹੈ। ਦੂਜਾ ਕਹਿੰਦਾ ਕਿ ਜਦੋਂ ਤੂੰ ਮੈਕਸੀਕੋ ਜਾਏਗਾ, ਸਿਮਟ ਜਾਏਗਾ, ਉੱਥੇ ਪਹਿਲਾਂ ਤੈਨੂੰ ਫੈਲੋਸ਼ਿਪ 'ਤੇ ਜਾਣਾ ਪਊਗਾ,
ਮੁੜ ਕੇ ਪਤਾ ਨਹੀਂ ਪੱਕੀ ਨੌਕਰੀ ਮਿਲਦੀ ਕਿ ਨਹੀਂ ਮਿਲਦੀ। ਹੂੰ ਇਹ ਜਿਹੜੀ ਤੈਨੂੰ ਨੌਕਰੀ ਹੁਣ ਉੱਥੇ ਮਿਲੀ ਐਸੋਸੀਏਟ ਪ੍ਰੋਫੈਸਰ ਦੀ, ਹੂੰ ਤੂੰ ਜਿੰਨਾ ਚਿਰ ਮਰਜ਼ੀ ਐਸੋਸੀਏਟ ਉੱਥੇ ਫੈਲੋਸ਼ਿਪ ਤੇ ਰਹਿ ਲੈ, ਮੈਕਸੀਕੋ ਜਾਂ ਜਰਮਨੀ, ਹਾਂਜੀ ਤੈਨੂੰ ਇਹੋ ਨੌਕਰੀ ਮਿਲਣੀ ਹੈ, ਸਿੱਧੀ ਪ੍ਰੋਫੈਸਰ ਦੀ ਨਹੀਂ ਮਿਲਣੀ। ਕਹਿੰਦਾ ਮੈਂ ਆਪਣੇ ਤਜਰਬੇ ਤੋਂ ਦੱਸ ਰਿਹਾ। ਹੂੰ ਸੋ ਜਿਹੜੀ ਤੈਨੂੰ ਹੁਣ ਨੌਕਰੀ ਦਿੱਤੀ ਆ, ਤੂੰ 2-4 ਸਾਲਾਂ ਮਗਰੋਂ ਜੇ ਇੱਥੇ ਜਾਂ ਮੈਕਸੀਕੋ ਸੈਟਲ ਨਾ ਹੋ ਸਕੇ ਤੇ ਇਸੇ ਦੀ ਜ਼ੋਰ ਲਾਏਗਾ। ਸੋ ਤੂੰ ਚੁੱਪ ਕਰਕੇ ਜਾ ਤੇ ਦੇਸ਼ ਦੀ ਸੇਵਾ ਕਰ। ਸੋ ਇਹ ਸਟੋਰੀ ਤੁਸੀਂ ਫਿਰ ਵਾਪਸ ਇੱਧਰ ਆ ਗਏ? ਫਿਰ ਵਾਪਸ ਹੈ, ਪਰ ਪ੍ਰੋਫੈਸਰ ਪੌਲਮਨ ਨੇ ਮੇਰੇ ਕੋਲ ਵਾਅਦਾ ਲੈ ਲਿਆ ਕਿ ਇੱਕ ਉਹ ਤੋਂ ਵੱਡੀ ਫੈਲੋਸ਼ਿਪ ਸੀ ਅਲੈਗਜ਼ੈਂਡਰ ਫੌਨ ਹੁਮਬੋਲਟ ਫੈਲੋਸ਼ਿਪ, ਓਕੇ, ਕਿ ਉਹ ਲਈ ਅਪਲਾਈ ਕਰੋਗੇ। ਫਿਰ ਉਸ ਵਿੱਚ ਅਪਲਾਈ ਕੀਤਾ ਤੇ ਉਹ ਫਿਰ ਫੈਲੋਸ਼ਿਪ ਮੈਂ 88 ਚ ਗਿਆ ਸੀ। ਅੱਛਾ। ਹੁਣ ਉਹਦੇ ਚ ਮੈਂ ਤੁਹਾਨੂੰ ਸਟੋਰੀ ਦੱਸਦਾ, ਮਤਲਬ ਕਿ ਦੇਖੋ ਆਪਣਾ ਕਿਤਨਾ ਸਿਸਟਮ ਕੰਮ ਕਰਨਾ ਤੇ ਜਰਮਨ ਦਾ ਮੈਂ ਜਰਮਨੀ ਤੋਂ ਬਹੁਤ ਕੁਝ ਸਿੱਖਿਆ। ਬਿਲਕੁਲ ਜੀ, ਆ ਜਿਹੜੀ ਗੱਲ ਹੈਗੀ ਹੈ ਵੀ ਉਧਰਲਾ ਤੇ ਇਧਰਲਾ ਆਪਾਂ ਥੋੜਾ ਜਿਹਾ, ਮੈਂ ਕਹਿਣਾ ਮੌਸਮ ਬਹੁਤ ਕਮਾਲ ਆ, ਆਪਾਂ ਫਿਰ ਕੇ ਗੱਲਾਂ ਕਰਦੇ ਨਾਲ, ਹੈ ਨਾ। ਹਾਂਜੀ, ਜਿੱਦਾਂ ਇਹ ਵੀ ਹੈਗਾ ਵੀ ਤੁਸੀਂ ਇਧਰਲੀ ਖੇਤੀ ਵੀ ਦੇਖੀ, ਜਰਮਨ ਦਾ ਕੰਮ ਕਰਦੇ, ਉੱਥੋਂ ਦੇ ਖੇਤੀਬਾੜੀ ਵਿਗਿਆਨੀ ਵੀ ਵੇਖੇ, ਤੇ ਕੀ ਤੁਸੀਂ ਫਰਕ ਦੇਖਦੇ ਹੋ ਉੱਥੋਂ ਦੇ ਕੰਮ ਦਾ? ਆਪਣਾ ਸਿਸਟਮ ਬਹੁਤ ਜ਼ਿਆਦਾ ਫਰਕ ਹੈ ਉਹਨਾਂ ਨੂੰ। ਰਿਸਰਚ ਵਾਲੇ ਪਾਸੇ ਮੁੜ ਕੇ ਪਹਿਲਾਂ ਇੱਕ ਸਿੰਪਲ ਜੀ ਗੱਲ ਦੱਸਦਾ। ਹਾਂਜੀ। ਇਹ ਹੁਮਬੋਲਟ ਫੈਲੋਸ਼ਿਪ ਲਈ 40 ਸਾਲ ਤੋਂ ਉਮਰ ਘੱਟ ਚਾਹੀਦੀ ਹੈ। ਅੱਛਾ। ਮੈਨੂੰ ਫੈਲੋਸ਼ਿਪ ਮਿਲ ਗਈ ਤੇ ਮੈਂ 87 ਚ ਜਾਣਾ ਸੀ, ਕਿਉਂ 47 ਮੇਰੀ ਡੇਟ ਆਫ ਬਰਥ ਅਪਲਾਈ ਪਹਿਲਾਂ ਕੀਤਾ ਸੀ। ਅੱਛਾ ਜੀ। ਤੇ 40 ਸਾਲ ਤੋਂ ਪਹਿਲਾਂ ਜਾਣਾ ਸੀ। ਹਾਂਜੀ। ਤੇ 1987 ਚ ਇੱਥੇ ਚੇਂਜ ਹੋ ਗਿਆ ਕਿ 8 ਸਾਲਾਂ ਬਾਅਦ ਪ੍ਰੋਫੈਸਰ ਬਣ ਸਕਦਾ। ਅੱਛਾ। ਉਦੋਂ ਪ੍ਰੋਫੈਸਰ ਦੀਆਂ ਪੋਸਟਾਂ ਨਹੀਂ ਹੁੰਦੀਆਂ। ਅੱਛਾ। ਸੋ ਮੈਂ ਪਰਸਨਲ ਪ੍ਰੋਮੋਸ਼ਨ ਪਾਲਿਸੀ, ਜਿਹਨੂੰ ਅੱਜ ਕੱਲ੍ਹ ਕੈਰੀਅਰ ਐਡਵਾਂਸਮੈਂਟ ਸਕੀਮ ਕਹਿੰਦੇ ਆ, ਉਹ 'ਚ ਪ੍ਰੋਫੈਸਰ ਬਣਿਆ। ਤੇ ਮੈਨੂੰ ਸਾਰਿਆਂ ਨੇ ਸਲਾਹ ਦਿੱਤੀ, ਕਹਿੰਦੇ ਤੂੰ ਪ੍ਰੋਫੈਸਰ ਬਣ ਕੇ ਜਾ। ਅੱਛਾ। ਮੈਂ ਕਿਹਾ ਯਾਰ ਮੈਂ ਤੇ ਉਧਰ 40 ਸਾਲ ਤੋਂ ਉੱਪਰ ਹੋ ਜਾਊਂਗਾ, ਤੇ ਉਧਰ ਕੰਡੀਸ਼ਨ ਇਹ ਹੈ ਕਿ ਮੈਂ 40 ਸਾਲ ਤੋਂ ਪਹਿਲਾਂ ਉਧਰ ਜਾਣਾ ਵਾ। ਕਹਿੰਦੇ ਤੂੰ ਇੱਕ ਲੈਟਰ ਪਾ ਕੇ ਵੇਖ ਲਾ। ਤੇ ਮੈਂ ਚਿੱਠੀ ਪਾਈ ਆਪਣੇ ਪ੍ਰੋਫੈਸਰ ਨੂੰ ਕਿ ਆਹ ਇਸ ਤਰ੍ਹਾਂ ਸਿਚੁਏਸ਼ਨ ਆ, ਸਾਡੇ ਸਿਸਟਮ ਚੇਂਜ ਹੋ ਗਿਆ ਵਾ, ਪਹਿਲਾਂ 10 ਸਾਲਾਂ ਮਗਰੋਂ, ਹੁਣ 8 ਸਾਲਾਂ ਮਗਰੋਂ, ਤੇ ਮੇਰੇ 8 ਸਾਲ ਪੂਰੇ ਹੋ ਜਾਣੇ ਨਵੰਬਰ 87 ਚ। ਤੇ ਜੇ ਪਰਮਿਟਡ ਹੋਵੇ ਔਰ ਜੇ ਹੁਮਬੋਲਟ ਫਾਊਂਡੇਸ਼ਨ ਵਾਲੇ ਪਰਮਿਟ ਕਰਨ ਤੇ ਮੈਂ ਕੀ 88 ਚ ਆ ਸਕਦਾ। ਅੱਛਾ। ਔਰ ਮੈਨੂੰ ਇਹ ਲੱਗਦਾ ਜਿਸ ਤਰ੍ਹਾਂ ਆਪਣੇ ਹੈ ਨਾ, ਆਪਣੇ ਤੇ ਫੜ ਲੈਂਦੇ ਆ ਕਿ ਉਹ 40 ਸਾਲ ਇੱਕ ਦਿਨ ਹੋ ਗਿਆ, ਨਾ ਵੀ ਇਹ ਨਹੀਂ ਹੋ ਸਕਦਾ, ਤੂੰ ਪਹਿਲਾਂ ਆਉਣਾ। ਅੱਛਾ। ਮੈਨੂੰ ਚਿੱਠੀ ਆ ਗਈ ਸਿੰਪਲ। ਉਹਨਾਂ ਨੇ 4-5 ਦਿਨ ਲੱਗਦੇ ਸੀ, ਅੱਜ ਕੱਲ੍ਹ ਤੇ ਚਿੱਠੀ ਬਹੁਤ ਚਿਰ ਲਾਉਂਦੀ, ਕੁਰੀਅਰ ਵਾਲੇ ਬਹੁਤ ਚਿਰ ਲਾਉਂਦੇ। ਉਹਨਾਂ ਦਿਨਾਂ 'ਚ 5ਵੇਂ ਦਿਨ ਚਿੱਠੀ ਜਰਮਨੀ ਤੋਂ ਆ ਜਾਂਦੀ ਸੀ, ਬਲਕਿ 5 ਦਿਨ ਇੱਧਰ 5 ਦਿਨ ਉੱਧਰ। ਬੜੀ ਸਿੰਪਲੀ ਚਿੱਠੀ ਆਈ ਕਿ ਮੈਨੂੰ ਤੇਰੀ ਚਿੱਠੀ ਮਿਲੀ। ਓਕੇ। ਮੈਂ ਫਾਊਂਡੇਸ਼ਨ ਵਾਲਿਆਂ ਨਾਲ ਗੱਲ ਕੀਤੀ। ਉਹਨਾਂ ਨੇ ਕਿਹਾ ਜੇ ਪ੍ਰੋਫੈਸਰ ਢਿੱਲੋਂ ਤੇ ਪ੍ਰੋਫੈਸਰ ਪੌਲਮਰ ਜਾਂ ਪ੍ਰੋਫੈਸਰ ਪੌਲਮਰ ਤੇ ਪ੍ਰੋਫੈਸਰ ਢਿੱਲੋਂ ਮੰਨਦੇ ਆ ਤੇ ਸਾਨੂੰ ਕੋਈ ਆਬਜੈਕਸ਼ਨ ਨਹੀਂ ਗਾ, ਤੇ ਕਹਿੰਦੇ ਆਪਾਂ ਦੋਵੇਂ ਮੰਨਦੇ ਆ, ਬਸ ਸਿੰਪਲ। ਅੱਛਾ। ਉਹ ਇਸ ਮਾਮਲੇ ਤੁਹਾਨੂੰ ਇੱਕ ਹੋਰ ਗੱਲ ਦੱਸਣੀ, ਇਹ ਨਹੀਂ ਕਿ ਉੱਥੇ ਬੰਦੇ ਚੰਗੇ ਆ, ਇਸ ਸਿਸਟਮ ਦੀ ਗੱਲ ਨਹੀਂ, ਬੰਦੇ ਵਾਲੇ ਪਾਸੇ ਆ ਜਾਂਦੇ। ਆਪਣੇ ਪਾਸੇ ਬੰਦੇ ਬਹੁਤ ਚੰਗੇ। ਮੈਂ ਪਹਿਲਾਂ ਨਾਂ ਲਿਆ ਡਾਕਟਰ VL ਚੋਪੜਾ, ਜਿਹੜੇ ਬਾਅਦ ਚ ਪਲੈਨਿੰਗ ਕਮਿਸ਼ਨ ਦੇ ਮੈਂਬਰ ਹੈ, ਉਹਨਾਂ ਪੜ੍ਹਾਇਆ ਵਾ। ਅੱਛਾ ਜੀ। ਉਹ ਪ੍ਰੋਫੈਸਰ ਸੀ ਜਦੋਂ ਮੈਂ PhD ਕਰ ਰਿਹਾ ਸੀਗਾ। ਅੱਛਾ। ਪ੍ਰੋਫੈਸਰ ਹੋਣ ਦੇ ਨਾਤੇ ਔਰ ਪੰਜਾਬੀ ਹੋਣ ਦੇ ਨਾਤੇ ਵੀ ਕਹਿ ਸਕਦੇ ਜੀ, ਉਹਨਾਂ ਨਾਲ ਜਾਂ ਉਹ ਪਿਆਰ ਜ਼ਿਆਦਾ ਕਰਨਾ ਪਏ ਸਾਡੇ ਨਾਲ, ਜਾਂ ਵਾਹਵਾ ਕਰਨਾ ਪਏ। ਤੇ ਜਦੋਂ ਹੋਮਬੋਲਟ ਫੈਲੋਸ਼ਿਪ ਲਈ ਅਪਲਾਈ ਕਰਨਾ ਸੀਗਾ ਤੇ ਉਹਦੇ ਲਈ 5 ਰੈਫਰੈਂਸ ਚਾਹੀਦੀਆਂ, ਆਮ ਤੌਰ ਤੇ 3 ਨਹੀਂ, ਉਹ 5 ਲਈ ਮੰਗਦੇ, ਬਹੁਤ ਵੱਡੀ ਫੈਲੋਸ਼ਿਪ ਹੈ। ਅੱਛਾ ਜੀ। ਇੱਕ ਤੇ ਜਿਨ੍ਹਾਂ ਨੇ MSc ਕੀਤੀ, ਡਾਕਟਰ VP ਗੁਪਤਾ ਇੱਥੇ MSc, ਉਹਨਾਂ ਦਾ ਨਾਮ ਦਿੱਤਾ। ਨੰਬਰ 2 ਜਿਨ੍ਹਾਂ ਨੇ PhD ਕੀਤੀ ਸੀ, ਉਹਨਾਂ ਦਾ ਨਾਮ ਦਿੱਤਾ। ਨੰਬਰ 3 ਦੇ ਉੱਤੇ ਡਾਕਟਰ ਖਹਿਰਾ ਜਿਨ੍ਹਾਂ ਨਾਲ ਕੰਮ ਕਰ ਰਹੇ, ਉਹਨਾਂ ਦਾ ਨਾਮ ਦਿੱਤਾ। 4 ਤੇ ਡਾਕਟਰ ਖੇਮ ਸਿੰਘ ਦੇ ਹੈਡ ਆਫ ਡਿਪਾਰਟਮੈਂਟ ਸੀ, ਉਹਨਾਂ ਦਾ ਨਾਮ ਦਿੱਤਾ। ਅੱਛਾ ਜੀ। 5ਵਾਂ ਫਿਰ ਮੈਂ ਡਾਕਟਰ ਚੋਪੜਾ ਦਾ ਨਾਮ ਦਿੱਤਾ। ਅੱਛਾ। ਮੈਂ ਦਿੱਲੀ ਗਿਆ ਬਾਇਓਡੇਟਾ ਲੈ ਕੇ। ਅੱਛਾ ਜੀ। ਤੇ ਉਹ ਮੈਨੂੰ ਮਿਲੇ ਨਾ, ਤੇ ਮੈਂ ਉਹਨਾਂ ਦਾ ਜਿਹੜਾ PA ਸੀ ਉਹਨੂੰ ਆਪਣਾ ਬਾਇਓਡੇਟਾ ਫੜਾਇਆ, ਨਾਲ ਮੈਂ ਲਿਖ ਕੇ ਕਿ ਮੈਂ ਹੋਮਬੋਲਟ ਫੈਲੋਸ਼ਿਪ ਲਈ ਅਪਲਾਈ ਕਰਨਾ, ਤੇ ਪਲੀਜ਼ ਇੱਕ ਰੈਫਰੈਂਸ ਉਹਨਾਂ ਨੂੰ ਭੇਜ ਦਿਓ, ਲੈਟਰ ਭੇਜ। ਹਾਂਜੀ। ਉਹ ਪਹਿਲਾਂ ਉਹਨਾਂ ਨੇ ਵੀ ਹੋਮਬੋਲਟ ਫੈਲੋਸ਼ਿਪ ਅਵੇਲ ਕੀਤੀ ਸੀ। 10 ਦਿਨਾਂ ਮਗਰੋਂ ਮੈਨੂੰ ਚਿੱਠੀ ਆ ਗਈ, ਟਾਈਪ, ਉਹਨਾਂ ਜ਼ਮਾਨੇ ਟਾਈਪ ਹੁੰਦੀ ਸੀਗੀ। ਅੱਛਾ। 3-4 ਲਾਈਨਾਂ ਲਿਖੀਆਂ ਡਾਕਟਰ ਚੋਪੜੇ ਨੇ। ਓਕੇ। ਤੇ ਮੈਂ ਜਦੋਂ ਚਿੱਠੀ ਖੋਲ੍ਹੀ, ਮੈਂ ਲੈ ਡਾਕਟਰ ਚੋਪੜੇ ਨੇ ਪੱਠਾ ਬਾਤਾ, ਲਾਈਨਾਂ ਸਾਰੀਆਂ 2-3 ਨੇ। ਉਹ ਹੁਣ ਪੰਜਾਬੀ ਦੇ ਤੁਹਾਨੂੰ ਉਲਥਾ ਉਹਦਾ ਕਰਦਾ ਕਿ ਡਾਕਟਰ ਢਿੱਲੋਂ ਨੇ ਅਪਲਾਈ ਕੀਤਾ ਵਾ, ਬਹੁਤ ਆਊਟਸਟੈਂਡਿੰਗ ਸਾਇੰਟਿਸਟ ਆ, ਜਿਹੜਾ ਕਿ ਉਹਦੇ ਬਾਇਓਡੇਟੇ ਤੋਂ, ਐਪਲੀਕੇਸ਼ਨ ਤੋਂ ਸਾਫ਼ ਨਜ਼ਰ ਆਉਂਦਾ, ਪਰ ਜਿੰਨਾ ਮੈਂ ਉਹਨੂੰ ਜਾਣਦਾ ਉਹ ਤੋਂ ਹੀ ਚੰਗਾ। ਅੱਛਾ। ਤੇ ਜੇ ਤੁਸੀਂ ਫੈਲੋਸ਼ਿਪ ਦੇ ਦਿਓਗੇ ਨਾ, ਤੇ ਇੱਕ ਬਹੁਤ ਵੱਡੀ ਐਡੀਸ਼ਨ, ਵਾਧਾ ਹੋਊਗਾ ਸਾਡੀ ਜਿਹੜੀ ਹੁਮਬੋਲਟ ਫੈਮਿਲੀ ਹੈ, ਹੁਮਬੋਲਟ ਟੰਬਰ ਹੈ। 3 ਸੈਂਟੈਂਸਾਂ ਦਾ ਲੈਟਰ। ਅੱਛਾ। ਬਲਕਿ ਇਹੋ ਜਿਹੇ ਬੰਦੇ ਆਪਣੇ ਵੀ ਹੈਗੇ, ਇਹ ਨਹੀਂ ਕਿ ਗਵਾਰ ਹੀ ਬੈਠੇ। ਹਾਂਜੀ ਹਾਂਜੀ। ਹੁਣ ਉੱਥੇ ਜਦੋਂ ਜਰਮਨੀ ਗਿਆ
88 ਦੇ ਵਿੱਚ ਫਿਰ ਤੁਸੀਂ ਜਰਮਨੀ 88 ਚ ਹਾਂਜੀ। ਇਹ 88 ਦੀ ਗੱਲ ਦੱਸ ਰਿਹਾ ਹਾਂਜੀ। ਪਰ ਜਰਮਨੀ ਗਿਆ ਨਾ 76 ਦੇ ਵਿੱਚ। ਹਾਂ ਪਹਿਲਾਂ ਜਦੋਂ ਗਏ ਸੀ। 76 ਦੇ ਪਹਿਲਾਂ 4 ਮਹੀਨੇ ਹਾਂ 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 ਜਰਮਨ ਲੈਂਗੁਏਜ ਦਾ ਕੋਰਸ ਸੀਗਾ। ਅੱਛਾ ਉੱਥੇ ਤਾਂ ਬਹੁਤ ਕਨਫਿਊਜ਼ਡ ਹੈ, ਲੈਂਗੁਏਜ ਸਿੱਖਣੀ ਕੋਈ ਅੱਛਾ ਸੌਖੀ ਪਰ ਗੱਲ ਤੁਸੀਂ ਥੋੜੀ ਜਰਮਨੀ ਸਿੱਖੀ। ਹਾਂ ਜਰਮਨ ਲੈਂਗੁਏਜ ਸਿੱਖੀ ਤੇ ਉੱਥੇ ਸੀਗੇ ਟੀਚਰ 2 ਦਿਨ 1 ਦਿਨ ਇੰਗਲਿਸ਼ ਬੋਲੀ, ਹੂੰ ਮੁੜ ਕੇ ਇੰਗਲਿਸ਼ ਬਿਲਕੁਲ ਨਹੀਂ ਬੋਲੀ। ਅੱਛਾ ਔਰ ਟੀਚਿੰਗ ਮੈਥਡ ਇਹ ਇੱਕ ਐਕਸਰਸਾਈਜ਼ ਉੱਤੇ ਲੈਕਚਰ ਸੀਗਾ। ਹੂੰ ਉਹ ਦਿਨ ਟੀਚਰ ਨੇ ਲੇਡੀ ਟੀਚਰ ਸੀ ਓਕੇ ਜੀ। ਤੇ ਉਹਨੇ ਐਕਸਰਸਾਈਜ਼ ਕਰਕੇ ਵਿਖਾਈਆਂ, ਇਹ ਨਹੀਂ ਦੱਸਿਆ ਕੋਈ ਕਹਿੰਦੀ ਵੀ ਆਹ ਜਰਮਨ ਆ ਤੇ ਆਹ ਐਕਸਰਸਾਈਜ਼ ਹੈ। ਓਕੇ ਹੂੰ ਐਕਸਪਲੇਨ ਕਰਨ ਦੀ ਬਜਾਏ ਆ ਇੱਕ ਵੀ ਉਹ 'ਚ ਇਹ ਨਾ ਕਿ ਜੇ ਹੱਥ ਖੜੇ ਕਰੋ ਤੇ ਆਪੇ ਆਹ ਸੈਂਟੈਂਸ ਪੜ੍ਹ, ਹੂੰ ਜੇ ਉਹ 'ਚ ਝੁਕਣਾ ਵਾ ਆਹ ਸੈਂਟੈਂਸ ਹੈ। ਅੱਛਾ ਸੋ ਦਿਸ ਇਜ਼ ਟੀਚਿੰਗ ਮੈਥਡ। ਅੱਛਾ ਟੀਚਿੰਗ ਮੈਥਡ ਵੀ ਡਿਫਰੈਂਟ। ਹਾਂ ਨਾਲ ਉਹਨੇ ਮਤਲਬ ਕਿ ਬਹੁਤ ਵਧੀਆ ਟੀਚਰ ਸੀ। ਓਕੇ ਸੋ ਪਰ 4 ਮਹੀਨੇ ਤੇ ਉਹ ਥੋੜੇ ਬਹੁਤੇ ਕਨਫਿਊਜ਼ਨ ਚ ਨਿਕਲੇ ਜਾਂ ਹਾਂਜੀ ਹਾਂਜੀ ਠੀਕ ਹੈ। ਮੁੜ ਕੇ ਜਦੋਂ ਆ ਗਏ ਯੂਨੀਵਰਸਿਟੀ ਦੇ ਵਿੱਚ ਤੇ 1 ਅਪ੍ਰੈਲ ਨੂੰ ਆਏ ਤੇ ਮੈਂ ਚਲੇ ਗਿਆ। ਪਹਿਲਾਂ 8 ਵਜੇ ਦਾ ਟਾਈਮ ਸੀਗਾ, ਇੱਕ ਦਿਨ ਪਹਿਲਾਂ ਆ ਕੇ ਮਿਲ ਗਿਆ ਆਪਣੇ ਪ੍ਰੋਫੈਸਰ ਨੂੰ ਅੱਛਾ ਤੇ ਮੈਂ ਵੇਖ ਗਿਆ ਜਗ੍ਹਾ ਜਿੱਥੇ ਆਉਣਾ ਜੋ ਕੁਛ ਹੈ ਬੈਠਣਾ ਜੀ। ਤੇ ਆਮ ਸਾਰੇ ਆਉਂਦੇ ਸੀਗੇ 8 ਵਜੇ, ਮੈਂ ਪੌਣੇ 8 ਹੀ ਪਹੁੰਚ ਗਿਆ। ਅੱਛਾ ਮੇਰੇ ਨਾਲ ਹੀ ਪ੍ਰੋਫੈਸਰ ਆ ਗਿਆ। ਫਿਰ ਮੇਰੀ ਇੰਟਰੋਡਕਸ਼ਨ ਜਿਹੜੀ ਪਹਿਲੀ ਕਰਾਈ, ਜਿਹੜੀ ਸਫਾਈ ਕਰਨ ਵਾਲੀ ਲੇਡੀ ਆਉਂਦੀ ਸੀਗੀ। ਅੱਛਾ ਪਹਿਲਾ ਹੱਥ ਮੇਰਾ ਇੰਸਟੀਚਿਊਟ ਦੇ ਵਿੱਚ ਪ੍ਰੋਫੈਸਰ ਤੋਂ ਬਾਅਦ ਉਸ ਲੇਡੀ ਨੂੰ ਮਿਲਿਆ, ਕਹਿੰਦੇ ਇਹ ਸਾਡੀ ਸਫਾਈ ਕਰਨ ਆਉਂਦੀ ਹੈ। ਫਿਰ ਉਹ 60 65 ਸਾਲ ਦੀ ਹੋ ਗਈ। ਅੱਛਾ ਅੱਛਾ ਦੱਸ ਦੇਖੋ ਨਾ ਕਿੰਨਾ ਫਰਕ ਆਪਣੇ ਸਿਸਟਮ ਬਿਲਕੁਲ ਆਪਣੇ ਲਾਗੇ ਨਹੀਂ ਆਉਣਗੇ। ਹਾਂ ਤੇ ਸੋ ਇਤਨਾ ਸਫ਼ਰ ਸ਼ੁਰੂ ਹੋਇਆ ਤੇ ਮਹੀਨਾ 2 ਮਹੀਨੇ 2.5 ਮਹੀਨੇ ਐਗਜ਼ੈਕਟਲੀ ਕਹਿਣਾ ਤੇ ਬਹੁਤ ਔਖਾ। ਮੈਂ ਬਹੁਤ ਕਨਫਿਊਜ਼ਡ ਹੈ ਕਿ ਇਹਨਾਂ ਦਾ ਕੰਮ ਸਿਸਟਮ ਐਡਾ ਸੋਹਣਾ ਵਾ ਕਿ ਮੈਂ ਇੱਥੇ ਕਿਸ ਤਰ੍ਹਾਂ ਕੰਮ ਕਰੂੰਗਾ। ਬਿਲਕੁਲ ਟਾਈਮ ਸਿਰ ਆਉਂਦੇ, ਕੋਈ ਕਿਸੇ ਨਾਲ ਗੱਲ ਨਹੀਂ ਕਰਦਾ, ਸਾਰਾ ਦਿਨ ਕੰਮ 'ਚ ਲੱਗੇ ਰਹਿੰਦੇ ਆ। ਤੇ ਮੇਰੇ ਖਿਆਲ 3 ਕੁ ਮਹੀਨੇ ਲਾ ਲਓ ਇਸ ਤਰ੍ਹਾਂ ਹੀ। 3 ਕੁ ਮਹੀਨਿਆਂ ਮਗਰੋਂ ਵੇਖਿਆ ਕਿ ਮੇਰੀ ਆਊਟਪੁੱਟ ਇਹਨਾਂ ਨਾਲ ਬਹੁਤ ਚੰਗੀ ਹੈ। ਓਕੇ ਤੇ ਮੈਂ ਤੇ ਐਵੇਂ ਡਰੀ ਜਾਣ ਡਿਆ। ਉਸ ਤੋਂ ਬਾਅਦ ਫਿਰ ਆਈ ਮੈਂ ਪਿਛਾਂਹ ਨਹੀਂ ਵੇਖਣਾ ਪਿਆ। ਅੱਛਾ ਫਿਰ ਮੇਰੇ ਹੌਸਲੇ ਬੁਲੰਦੀ ਰਹੇ, ਬਹੁਤ ਆਦਰ ਮਾਣ ਉੱਥੋਂ ਮਿਲਿਆ ਬਹੁਤ। ਤੇ ਫਿਰ ਜਦੋਂ ਵਾਪਸ ਆਏ ਉਹ 78 ਜਦੋਂ ਆ ਕੇ ਇੱਥੇ ਜੁਆਇਨ ਕੀਤਾ ਪ੍ਰੋਫੈਸਰ ਸਰਕਾਰ ਦੇ ਕਹਿਣ ਤੇ। ਅੱਛਾ ਹਾਂਜੀ ਹਾਂਜੀ ਤੇ ਉਦੋਂ ਉੱਥੇ ਉਹਨੇ ਵਾਅਦਾ ਲੈ ਲਿਆ ਸੀਗਾ ਕਿ ਮੈਂ ਦੁਬਾਰਾ ਅਪਲਾਈ ਕਰੂੰਗਾ ਹੁੰਬਲਡ ਫੈਲੋਸ਼ਿਪ। ਫਿਰ ਹੁੰਬਲਡ ਫੈਲੋਸ਼ਿਪ ਲਈ ਅਪਲਾਈ ਕੀਤਾ, ਉਹ ਮਿਲ ਗਈ। ਫਿਰ ਉਹ ਵੀ 2 ਸਾਲ ਦੀ ਫੈਲੋਸ਼ਿਪ ਹੁੰਦੀ ਹੈ। 2 ਸਾਲਾਂ ਮਗਰੋਂ ਮੈਨੂੰ ਉਹਨੇ ਯੂਨੀਵਰਸਿਟੀ ਵੱਲੋਂ ਫੈਲੋਸ਼ਿਪ ਦੇ ਦਿੱਤੀ ਦੁਆਤੀ ਪ੍ਰੋਫੈਸਰ ਨੇ। ਉਹਦੀ ਸਟੋਰੀ ਇਹ ਆ ਕਿ ਮੈਂ ਚਾਹੁੰਦਾ ਕਿ ਵਾਪਸ ਆ ਜਾ। ਪ੍ਰੋਫੈਸਰ ਸੀਗਾ, 2 ਸਾਲ ਦੀ ਫੈਲੋਸ਼ਿਪ ਅਵੇਲ ਕਰ ਲਈ ਸੀਗੀ। ਉਹ ਕਹੇ ਕਿ ਤੂੰ ਹੋਰ ਰਹੋ, ਮੈਂ ਮੈਨੂੰ ਸਰ ਛੁੱਟੀ ਨਹੀਂ ਮਿਲਣੀ। ਅੱਛਾ ਜੀ ਮੈਂ ਆਲਰੇਡੀ ਪ੍ਰੋਫੈਸਰ ਹਾਂ। ਕਿੰਨਾ ਕੁ ਚਿਰ ਪਹਿਲਾਂ ਮੈਂ 2 ਸਾਲ ਲਾ ਗਿਆ, ਹੁਣ ਫਿਰ 2 ਸਾਲ ਹੋ ਗਏ। ਡਾਕਟਰ ਖੇਮ ਸਿੰਘ ਗਿੱਲ ਵੀ ਸਿਮਟ ਦੇ ਬੋਰਡ ਆਫ ਡਾਇਰੈਕਟਰ ਸੀ ਉਹਨਾਂ ਦਿਨਾਂ 'ਚ। ਓਕੇ ਉਹ ਮੀਟਿੰਗ ਹੋਈ, ਉਹਨੇ ਕਿਤੇ ਡਾਕਟਰ ਖੇਮ ਸਿੰਘ ਗਿੱਲ ਨੂੰ ਪੁੱਛਿਆ, ਡਾਕਟਰ ਖੇਮ ਸਿੰਘ ਨੇ ਕਿਹਾ ਠੀਕ ਹੈ। ਉਹ ਕਹਿੰਦੇ ਮੇਰੇ ਪ੍ਰੋਫੈਸਰ ਪੌਲਮਰ ਸਾਹਿਬ ਕਹਿੰਦੇ ਕਿ ਤੂੰ ਤੇ ਵਰੀ ਤੁਹਾਡਾ ਵਾਈਸ ਚਾਂਸਲਰ ਤੇ ਬਹੁਤ ਚੰਗਾ ਵਾ। ਉਹ ਕਹਿੰਦਾ ਨਹੀਂ ਰਹਿ ਸਕਦੇ, ਬੇਸ਼ੱਕ ਤੁਸੀਂ ਸਾਲ ਰੱਖੋ, 2 ਸਾਲ ਰੱਖੋ। ਅੱਛਾ ਅੱਛਾ ਜੀ ਸੋ ਇਸ ਤਰੀਕੇ ਨਾਲ ਫਿਰ ਮੈਨੂੰ ਉਹਨਾਂ ਨੇ ਉਦੋਂ ਜ਼ਿਆਦਾ ਚੀਜ਼ ਰੱਖੀ। ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਇੱਥੇ ਫਿਰ ਤੁਸੀਂ ਡਾਇਰੈਕਟਰ ਰਿਸਰਚ ਵੀ ਰਹੇ। ਉਹ ਬਾਅਦ ਦੀ ਗੱਲ ਆ। ਅੱਛਾ ਉਹ ਮੈਂ ਵਾਪਸ ਆ ਗਿਆ ਜਨਵਰੀ 1991 ਨੂੰ। ਅੱਛਾ ਆ ਕੇ ਫਿਰ ਮਕਈ ਦੇ ਵਿੱਚ ਮਕਈ ਸੈਕਸ਼ਨ ਦਾ ਇੰਚਾਰਜ ਅੱਛਾ ਇੱਥੇ 2.5 ਸਾਲ ਰਿਹਾ। ਫਿਰ ਮੈਂ ਚਲੇ ਗਿਆ ਮੈਕਸੀਕੋ ਸਿਮਟ। ਓਕੇ ਉੱਥੇ ਮੈਂ ਕੰਮ ਕੀਤਾ 1.25 ਸਾਲ। ਉੱਥੋਂ ਮੈਨੂੰ ਵਾਪਸ ਛੇਤੀ ਇਸ ਕਰਕੇ ਆਉਣਾ ਕਿਉਂਕਿ ਬੇਟੀ ਉਦੋਂ 10ਵੀਂ ਕਰ ਰਹੀ ਸੀਗੀ ਉੱਥੇ। ਓਕੇ ਓਕੇ ਤੇ ਉਹ ਮੁੜ ਕੇ ਵੈਸੇ ਗਿਆ ਮੈਂ 2 ਸਾਲਾਂ ਲਈ ਸੀ, ਫੈਲੋਸ਼ਿਪ 2 ਸਾਲ ਦੀ ਸੀ। ਫਿਰ ਸਾਲ ਸਵਾ ਸਾਲ ਮਗਰੋਂ ਵਾਪਸ ਆ ਗਏ ਕਿ ਮੁੜ ਕੇ ਬੇਟੀ ਦਾ ਨਹੀਂ ਤੇ ਕੰਮ ਖਰਾਬ ਹੋਣਾ ਸੀਗਾ। ਜੇ +1 ਉੱਥੋਂ ਕਰਦੀ ਛੋਟੀ ਕੋਈ ਨਹੀਂ ਸੀ, ਉੱਥੇ ਐਕਸਟੈਂਸ਼ਨ ਮਿਲ ਗਈ ਲੰਮੇ ਟਾਈਮ। ਹਾਂਜੀ ਹਾਂਜੀ ਉੱਥੋਂ ਆ ਕੇ ਫਿਰ ਮੈਂ 6-7 ਮਹੀਨੇ ਰਿਹਾ ਮੇਜ਼ ਦੇ ਵਿੱਚ। ਫਿਰ ਡਾਇਰੈਕਟਰ ਸੀਟ ਬਣ ਗਿਆ। ਓਕੇ ਓਕੇ ਡਾਇਰੈਕਟਰ ਸੀਟ ਤੋਂ ਫਿਰ ਬਾਅਦ ਮੈਂ ਆਈਸੀਆਰ ਚਲਾ ਗਿਆ। ਆਈਸੀਆਰ ਦੇ ਵਿੱਚ 8 ਸਾਲ ਦੇ ਕਰੀਬ 1998 ਜਨਵਰੀ 'ਚ ਗਿਆ ਓਕੇ ਤੇ 2005 ਸਤੰਬਰ ਤੱਕ। ਤੇ ਜਦੋਂ ਇਹ ਬਹੁਤ ਸੋਹਣੀ ਤੇ ਬਹੁਤ ਖੁਸ਼ਨਸੀਬੀ ਵਾਲੀ ਗੱਲ ਹੋਣੀ ਹੈ ਜੀ, ਜਿੱਥੇ ਤੁਸੀਂ ਪੜ੍ਹੇ ਤੇ 2011 'ਚ ਫਿਰ ਤੁਸੀਂ ਇੱਥੇ ਆ ਕੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ। ਉਦੋਂ ਕੀ ਮਹਿਸੂਸ ਹੋਇਆ ਤੁਹਾਨੂੰ? ਬਹੁਤ ਖੁਸ਼ੀ ਦੀ ਗੱਲ, ਬਹੁਤ ਪਰਮਾਤਮਾ ਦੇ ਸ਼ੁਕਰਗੁਜ਼ਾਰ। ਮੇਰੇ ਤੋਂ ਕਈ ਹੋਰ ਹੁਸ਼ਿਆਰ ਹੋਣਗੇ, ਕਈ ਹੋਰ ਹਾਰਡ ਵਰਕਰ ਵੀ ਹੋਣਗੇ, ਨਹੀਂ ਮੌਕਾ ਮਿਲਦਾ। ਮੌਕਾ ਮਿਲਿਆ, ਪਰਮਾਤਮਾ ਦੀ ਮਿਹਰ ਹੋਈ। ਬਿਲਕੁਲ। ਤੇ ਕਿੱਦਾਂ ਰਿਹਾ ਇਹ ਸਫ਼ਰ? 8-9 ਸਾਲ ਹੋ ਗਏ ਤੁਹਾਨੂੰ ਤੇ ਕਿਉਂਕਿ ਇਹਦੇ 'ਚ ਬਹੁਤ ਵਧੀਆ, ਬਹੁਤ ਸੈਟੀਸਫਾਈਂਗ। ਓਕੇ ਬਹੁਤ ਪਰਮਾਤਮਾ ਦੀ, ਵਾਹਿਗੁਰੂ ਦੀ, ਰੱਬ ਦੀ ਬਹੁਤ ਕਿਰਪਾ ਰਹੀ ਹੈ।
ਬਹੁਤ ਚੰਗੇ ਸਾਥੀਆਂ ਦਾ ਸਾਥ ਮਿਲਿਆ ਵਾ। ਜਦੋਂ ਮੈਂ ਜੁਆਇਨ ਕੀਤਾ ਸੀ ਤੇ ਉਦੋਂ ਯੂਨੀਵਰਸਿਟੀ ਦੇਖੋ ਯੂਨੀਵਰਸਿਟੀ ਦੇ ਸਾਇੰਟਿਸਟ ਵਧੀਆ ਸਾਰੇ, ਪਰ ਫੈਸਿਲਿਟੀ ਮਿਲਣੀਆਂ ਚਾਹੀਦੀਆਂ। ਬਿਲਕੁਲ। ਔਰ ਉਦੋਂ ਪੇ ਤੇ ਸੈਲਰੀ ਵਗੈਰਾ ਨਹੀਂ ਸੀ ਟਾਈਮ ਸਿਰ ਮਿਲਦੀ। ਆ ਕੇ ਸਾਲ ਕੁ ਬਹੁਤ ਜ਼ਿਆਦਾ ਭੱਜ ਨੱਠ ਕਰਨੀ ਪਈ। ਭੱਜ ਨੱਠ ਦੇ ਨਾਲ ਵਾਈਫ ਕੋਲੋਂ ਵੀ ਝਟਕਾਂ ਖਾਣੀਆਂ ਪਈਆਂ ਤੇ ਬੱਚੇ ਵੀ ਨਾ ਖੁਸ਼ ਸੀ। ਉੱਥੇ ਜਦੋਂ ਮੈਂ ਅਸਲ 'ਚ ਜਦੋਂ ਮੈਂ ਸੈਕੰਡ ਟਾਈਮ 88 ਤੋਂ 90 ਰਿਹਾ, ਉਦੋਂ ਇੱਕ ਪ੍ਰੋਫੈਸਰ ਨਵਾਂ ਬਣਿਆ ਜਰਮਨੀ ਦੇ ਵਿੱਚ। ਉਹ ਸਟੂਡੈਂਟ ਹੁੰਦਾ PhD ਜਦੋਂ ਮੈਂ 76 'ਚ ਉੱਥੇ ਸਾਂ। ਓਕੇ। ਉਹ ਮੁੜ ਕੇ ਪ੍ਰੋਫੈਸਰ ਬਣ ਗਿਆ। ਸੋ ਪੁਰਾਣਾ ਜਾਣਦਾ ਸੀ। ਉਹਦੇ ਨਾਲ ਇੰਟਰੈਕਸ਼ਨ ਹੋਇਆ। ਉਸ ਟਾਈਮ ਦੇ ਪੇਪਰ ਵੀ ਸਾਡੇ 2 ਇਕੱਠੇ ਹੈਗੇ ਆ, ਰਿਸਰਚ ਪਬਲੀਕੇਸ਼ਨਸ। ਉਹਨੇ ਪ੍ਰੋਫੈਸਰ ਪੌਲ ਨੂੰ ਪੁੱਛਿਆ ਕਿ ਮੈਂ ਫਲਾਣੀ ਚੀਜ਼ 'ਤੇ ਕੰਮ ਕਰਨਾ ਚਾਹੁੰਦਾ ਹਾਂ ਤੇ ਦੱਸੋ ਤੂੰ ਆਪਣੇ ਗਰੁੱਪ 'ਚ ਕਿਹਨੂੰ ਨਾਲ ਲਾਏਗਾ। ਉਹਨੇ ਮੇਰਾ ਨਾਂ ਦੇਤਾ। ਉਹ ਮੈਨੂੰ ਪਹਿਲਾਂ ਹੀ ਜਾਣਦਾ ਸੀਗਾ। ਸੋ ਅਸੀਂ ਸੋਹਣਾ ਕੰਮ ਕੀਤਾ। ਉਹ ਮਗਰ ਪੈ ਗਿਆ, ਕਹਿੰਦਾ ਕਿ ਪ੍ਰੋਫੈਸਰ ਢਿੱਲੋਂ ਤੂੰ ਰਹੋ, ਤੈਨੂੰ ਇੱਥੇ ਨੌਕਰੀ ਦੇ ਦਿੰਦੇ, ਅਸਿਸਟੈਂਟ ਪ੍ਰੋਫੈਸਰ ਵਗੈਰਾ ਦੇ ਦੇਣਾ। ਪ੍ਰੋਫੈਸਰ ਜਿਹੜਾ ਪ੍ਰੋਫੈਸਰ ਨੌਕਰੀ ਤੁਹਾਨੂੰ ਦੇਣੀ ਨਹੀਂ ਸੀ। ਬਿਲਕੁਲ। ਮੈਨੂੰ ਇਸ ਕਿ ਮੈਂ ਪ੍ਰੋਫੈਸਰ ਹਾਂ ਤੇ ਹੁਣ 3 ਸਾਲ ਹੋ ਗਏ, ਮੈਨੂੰ ਵਾਪਸ ਜਾਣਾ ਚਾਹੀਦਾ। ਉਹ ਮਗਰ ਪਿਆ ਰਿਹਾ, ਮੈਂ ਉਹਨੂੰ ਕਾਫੀ ਨਾ ਕਰਦਾ ਰਿਹਾ। ਅੱਛਾ। ਇੱਕ ਦਿਨ ਮੈਂ ਸ਼ਾਮਾਂ ਨੂੰ ਵਾਪਸ ਆ ਰਿਹਾ ਸੀ ਇੰਸਟੀਚਿਊਟ ਤੋਂ ਘਰ, ਤੇ ਬੱਚੇ, ਵੱਡੀ ਬੇਟੀ, ਛੋਟਾ ਬੇਟਾ ਵਾ। ਬੇਟਾ 5 ਸਾਲਾਂ ਦਾ ਸੀਗਾ ਤੇ ਬੇਟੀ ਉਦੋਂ ਉੱਥੇ ਜਾਂਦੀ ਰਹੀ 6ਵੀਂ 7ਵੀਂ ਦੇ ਵਿੱਚ। ਸੋ ਉਹ 83 ਬੋਰਨ ਆ। ਸੋ ਇਹਦਾ ਮਤਲਬ ਉਦੋਂ ਉਹ ਚੌਥੀ ਨਾ 78 ਬੋਰਨ ਹੈ। ਓਕੇ ਓਕੇ। 78 ਬੋਰਨ ਹੈ। ਸੋ ਉਦੋਂ 5ਵੀਂ 6ਵੀਂ ਦੇ ਵਿੱਚ 83 ਬੇਟਾ ਬੋਰਨ ਹੈ। ਤੇ ਉਹ ਤਿੰਨੇ ਜਾਣਿਆਂ ਨੂੰ ਪ੍ਰੋਫੈਸਰ ਮੈਲਸ਼ਿੰਗਰ, ਉਹਦੀ ਵਾਈਫ, ਇਹ ਗੱਲਾਂ ਕਰਨ ਡੇ। ਅੱਛਾ। ਉਹ ਮੈਂ ਜਦੋਂ ਆਇਆ ਤੇ ਮੇਰੀ ਵਾਈਫ ਕਹਿੰਦੀ ਇਹਨਾਂ ਸਾਨੂੰ ਘੇਰਿਆ ਪੰਜਾਬੀ, ਇਹ ਕਹਿੰਦੇ ਤੁਸੀਂ ਸਟੇ ਕਿਉਂ ਨਹੀਂ ਜ਼ਿਆਦਾ ਕਰਦੇ। ਅੱਛਾ। ਤੇ ਆਈ ਗੋਟ ਲਿਟਲ ਬਿਟ ਅਨੋਇਡ, ਕਿਉਂਕਿ ਮੇਰੇ ਪਹਿਲਾਂ ਬਹੁਤ ਨਾਲ ਗੱਲ ਹੋਈ ਸੀ। ਤੇ ਮੈਂ ਪ੍ਰੋਫੈਸਰ ਮੈਲਸ਼ਿੰਗਰ, ਦੇਖੋ ਗੱਲ ਇਹ ਆ ਕਿ ਮੈਂ 2 ਸਾਲ ਪਹਿਲਾਂ ਲਾ ਗਿਆ, 3 ਦੇ ਕਰੀਬ ਹੁਣ ਹੋ ਗਏ ਆ, ਤੇ ਇਹਦੋਂ ਜ਼ਿਆਦਾ ਯੂਨੀਵਰਸਿਟੀ ਨਹੀਂ ਮੰਨੂਗੀ, ਨਾ ਮੇਰਾ ਜੀ ਕਰਦਾ ਵਾ। ਤੇ ਪੱਕੀ ਨੌਕਰੀ ਤਾਂ ਮੈਨੂੰ ਪ੍ਰੋਫੈਸਰ ਦੀ ਇੱਥੇ ਦੇਣੀ ਨਹੀਂ। ਤੇ ਮੈਂ ਜੇ ਤੁਸੀਂ ਪੱਕੀ ਨੌਕਰੀ ਮੈਨੂੰ ਦੇ ਵੀ ਦਿਓ, ਇੰਡੀਅਨ ਕਲਚਰ ਇਹ ਨਹੀਂ ਕਹਿੰਦਾ ਕਿ ਮੈਂ ਪੁਰਾਣੇ ਪ੍ਰੋਫੈਸਰ ਨੂੰ ਛੱਡ ਕੇ ਤੁਹਾਡੇ ਨਾਲ ਜਾ। ਜੇ ਮੈਂ ਰਹੂੰਗਾ ਤਾਂ ਮੈਂ ਪ੍ਰੋਫੈਸਰ ਪੌਲਮਰ ਨਾਲ ਰਹੂੰਗਾ। ਬਿਲਕੁਲ ਬਿਲਕੁਲ। ਉਹ ਕਹਿੰਦਾ ਫਿਰ। ਸੋ ਗੱਲਾਂ ਚੱਲਦੀਆਂ 5-10 ਮਿੰਟ। ਅੱਛਾ। ਸੋ ਉਹਨਾਂ ਉਦੋਂ ਨੇ ਵਾਅਦਾ ਹੋ ਗਿਆ ਮੈਂ ਜਦੋਂ ਰਿਟਾਇਰ ਹੋਊਂਗਾ ਮੈਂ ਉਹਦੇ ਕੋਲ ਜਾਊਂਗਾ। ਅੱਛਾ। ਸੋ ਉਦੋਂ ਬਾਅਦਾਂ ਸਾਡੇ ਗਾਏ ਬਗਾਏ ਚਿੱਠੀ ਵੀ, ਤੇ ਪਰ ਜਿਹੜਾ ਨਿਊ ਈਅਰ ਗ੍ਰੀਟਿੰਗ ਕਾਰਡ ਉਹ ਸਾਡਾ ਪੱਕਾ ਸੀ। ਅੱਛਾ। ਉਹਨੇ ਫਿਰ ਉਹਨੂੰ ਪਤਾ ਸੀ ਮੈਂ 2007 'ਚ ਰਿਟਾਇਰ ਹੋਣਾ ਵਾ, ਤੇ ਉਹਨੇ ਫਿਰ ਇੱਕ ਪ੍ਰੋਜੈਕਟ ਲਿਖ ਕੇ ਮੇਰੇ ਨਾਂ ਤੇ ਆਪਣੀਆਂ ਪਬਲੀਕੇਸ਼ਨ ਮੇਰੀਆਂ ਜਰਮਨੀ ਵਾਲੀਆਂ ਪਾ ਲੈਂਦੇ, ਮੇਰੇ ਕੋਲ ਕੁਝ ਨਹੀਂ ਮੰਗਿਆ। ਅੱਛਾ। ਕਿਉਂਕਿ ਮੇਰੀਆਂ ਉੱਥੇ ਪਬਲੀਕੇਸ਼ਨ 5 ਸਾਲਾਂ 'ਚ ਬਥੇਰੀਆਂ ਹੋ ਗਈਆਂ ਸੀ, ਉਹ ਉਹਨੂੰ ਪਤਾ ਸੀਗਾ। ਉਹ ਪਾ ਕੇ ਉਹਨੇ 7 ਸਾਲ ਦੀ ਪ੍ਰੋਜੈਕਟ ਲੈ ਲਿਆ। ਅੱਛਾ। ਜਦੋਂ 3.5 ਸਾਲ ਹੋ ਗਏ ਮੈਨੂੰ ਉੱਥੇ ਕੰਮ ਕਰਦਿਆਂ ਨੂੰ, ਫਿਰ ਇੱਥੋਂ ਆਨਰੇਬਲ ਚੀਫ ਮਿਨਿਸਟਰ ਉਸ ਟਾਈਮ ਦੇ, ਉਹਨਾਂ ਦਾ ਫੋਨ ਗਿਆ 3 ਘਰਾਂ, ਤੇ ਬੱਚਿਆਂ ਦੀ ਗੱਲ ਹੋਈ ਸੀ ਨਾ ਕਿ ਝਿੜਕਾਂ ਪੈਂਦੀਆਂ ਨੇ ਘਰੋਂ। 3.25 ਸਾਲ ਹੋ ਗਏ ਜਦੋਂ ਇੱਥੇ ਵਾਪਸ ਆਇਆ ਸੀ। 7 ਸਾਲ ਦਾ ਪ੍ਰੋਜੈਕਟ ਸੀਗਾ, ਤੇ ਜੇ ਉੱਥੇ 5 ਸਾਲ ਸਰਵਿਸ ਕਰ ਲੈਂਦੇ ਤੇ ਪੈਨਸ਼ਨ ਮਿਲਣੀ ਸੀ। ਅੱਛਾ। ਨੰਬਰ 2 ਜ਼ਿੰਦਗੀ ਬਹੁਤ ਸੌਖੀ ਸੀ। ਹਾਂ। ਮੈਂ ਜਾ ਕੇ ਉਹਨੂੰ ਪ੍ਰੋਫੈਸਰ ਮੈਲਸ਼ਿੰਗਰ ਨੂੰ ਪੁੱਛਿਆ ਵੀ ਮੈਨੂੰ ਦੱਸ, ਮੈਂ ਫੀਲਡ ਦਾ ਕੰਮ ਕਰਨਾ ਵਾ ਜਾਂ ਲੈਬ ਦਾ ਕੰਮ ਕਰਨਾ ਵਾ ਜਾਂ ਕੋਈ ਕੰਪਿਊਟਰ ਦਾ ਕੰਮ ਕਰਨਾ ਵਾ। ਤੇ ਉਹਦਾ ਸਿੰਪਲ ਜਿਹਾ ਸੈਂਟੈਂਸ ਸੀਗਾ ਕਿ ਮੈਂ ਤੇਰੀ ਟੈਲੈਂਟ ਨੂੰ ਵੇਸਟ ਨਹੀਂ ਕਰਨਾ, ਤੂੰ ਸਟੂਡੈਂਟ ਨੂੰ ਗਾਈਡ ਕਰ। ਓਕੇ ਓਕੇ। ਤੇ ਸਟੂਡੈਂਟ ਨੇ ਆਉਣਾ ਪੁੱਛਣ ਵੀ ਆਹ ਸਾਡਾ ਇੱਥੋਂ ਫਸਿਆ, ਆਹ ਫਸਿਆ। ਉਹਦੇ ਸਟੂਡੈਂਟ ਕਾਫੀ ਆਪਣੇ ਸਿਸਟਮ ਹੋ ਰਿਹਾ, ਉਹਦੇ 20-25 ਸਟੂਡੈਂਟ ਸਦਾ ਹੀ ਰਹੇ। ਓਕੇ। ਵੈਰੀ ਲਾਰਜ ਨੰਬਰ ਆਫ ਸਟੂਡੈਂਟ, ਬੜਾ ਮਸ਼ਹੂਰ ਪ੍ਰੋਫੈਸਰ ਹੈ ਉਹ ਵੀ। ਓਕੇ ਓਕੇ। ਤੇ ਉਹਨਾਂ ਨੇ ਪੁੱਛਣਾ ਆਹ ਕਰਨਾ, ਆਹ ਕਰਨਾ, ਉਹਨੂੰ ਸਮਝਾ ਦੇਣਾ ਇਸ ਤਰ੍ਹਾਂ ਐਨਾਲਿਸਿਸ ਕਰਨਾ, ਇਹ ਕਰਨਾ। ਜੇ ਉਹ ਕਿਤੇ ਲਿਖ ਕੇ ਦੇ ਗਏ 5 ਪੇਜ, ਤੇ ਕੰਮ ਕਰਨ ਦੀ ਆਦਤ ਸੀ, ਮੈਂ ਸ਼ਾਮਾਂ ਨੂੰ ਵੇਖ ਕੇ ਤੇ ਉਹਨਾਂ ਕਹਿਣਾ ਵੀ ਸਵੇਰੇ ਲੈ ਜਾਓ। ਉਹ ਮੇਰੇ ਕੋਲ ਆ ਗਿਆ 20-25 ਦਿਨਾਂ ਮਗਰੋਂ ਪ੍ਰੋਫੈਸਰ ਮੈਲਸ਼ਿੰਗਰ, ਕਹਿੰਦਾ ਢਿੱਲੋਂ ਮੇਰੇ ਸਾਥੀ ਤੇਰੇ ਨਾਲ ਨਾਰਾਜ਼ ਆ। ਮੈਂ ਕੀ ਗੱਲ, ਕਿਹੜੀ ਗੱਲੋਂ? ਮੈਨੂੰ ਥੋੜ੍ਹਾ ਜਿਹਾ ਪਤਾ ਲੱਗਾ। ਕਹਿੰਦੇ ਤੂੰ ਬਹੁਤ ਤੇਜ਼ ਹੈ, ਬਹੁਤ ਫਾਸਟ ਹੈ। ਮੈਂ ਕੋਈ ਨਹੀਂ, ਤਾਂ ਮੈਂ ਠੀਕ ਕਰ ਲੂੰਗਾ, ਇਹ 'ਚ ਕੀ ਫਾਸਟ ਵਾਲੀ ਕੀ ਗੱਲ ਹੈ। ਤੇ ਸੋ ਜਿੰਨਾ ਉਹਨਾਂ ਨੇ ਕੰਮ ਕੁਮ ਦੇਣਾ, ਬੱਚੇ ਨੇ ਉਹਨਾਂ ਨੂੰ ਸਮਝਾ ਦੇਣਾ, ਅੰਗਰੇਜ਼ੀ ਠੀਕ ਕਰ ਦੇਣੀ, ਐਨਾਲਿਸਿਸ ਠੀਕ ਨਹੀਂ ਐਨਾਲਿਸਿਸ ਠੀਕ ਕਰਵਾ ਦੇਣਾ, ਦੱਸ ਦੇਣਾ ਕਿਸ ਤਰ੍ਹਾਂ ਐਨਾਲਿਸਿਸ ਕਰ ਲਓ, ਕੋਈ ਸਵਿੰਗ ਪਲਾਨ ਬਣਾਉਣਾ, ਸਵਿੰਗ ਪਲਾਨ, ਰਿਸਰਚ ਪ੍ਰੋਬਲਮ ਡਿਸਕਸ ਕਰਨੀ ਵੀ ਕੀ ਕੰਮ ਕਰਨਾ PhD ਲਈ, ਉਹ ਦੱਸ ਦੇਣਾ। ਸੋ ਬੜਾ ਆਨੰਦ ਨਾਲ ਕੰਮ ਚੱਲ ਰਿਹਾ। ਇੱਕ ਬੜੀ ਖੁਸ਼ੀ ਵਾਲੀ ਗੱਲ ਹੈ ਜੀ, ਤੁਸੀਂ 11 'ਚ ਆਏ ਇੱਥੇ
ਤੇ 2017 ਚ ਯੂਨੀਵਰਸਿਟੀ ਨੂੰ ਵੀ ਅਵਾਰਡ ਮਿਲਿਆ ਹੈ ਨਾ। ਬਹੁਤ ਪਰਮਾਤਮਾ ਦੀ ਕਿਰਪਾ ਰਹੀ ਆ। ਪਰ ਮੈਂ ਉਧਰ ਆਉਣਾ ਚਾਹੁੰਦਾ ਪਹਿਲਾਂ ਕਿ ਜੋ ਮੈਂ ਕਹੇ ਵਾਈਫ ਵੱਲੋਂ ਝਿੜਕਾਂ ਹਾਂ ਮਿਲਦੀਆਂ, ਬਿਲਕੁਲ ਬਿਲਕੁਲ। ਤੇ ਬੱਚੇ ਵੀ ਨਾਰਾਜ਼ ਸੀ। ਸੋ ਕਿਉਂਕਿ ਜ਼ਿੰਦਗੀ ਬਹੁਤ ਈਜ਼ੀ ਸੀ। ਉੱਥੇ ਮੈਂ 4 ਸਾਲ 3.5 ਸਾਲ ਯੋਗਾ ਵੀ ਕੀਤਾ। ਤੇ ਟੀਵੀ ਦੇ ਜਿਹੜੇ ਆਉਂਦੇ ਆ ਸੀਰੀਅਲ ਵਗੈਰਾ, ਅੱਛਾ, ਉਹ ਵੀ ਆਉਣ ਲੱਗ ਪਏ ਉਹਨੇ ਚਿਰ ਨੂੰ ਆ ਜਾਂਦੇ ਸੀ ਟੀਵੀ ਦੇ, Okay. ਉਹ ਵੇਖਦੇ ਰਹਿਣਾ। ਪਿਕਚਰਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਟੂਡੈਂਟ ਟਾਈਮ ਦੀਆਂ ਸਾਰੀਆਂ 300 350 400 300 ਤੋਂ 400 ਹੋਣਗੀਆਂ ਖਰੀਦੀਆਂ ਦੁਬਾਰਾ। ਜਿੰਨੀ ਕੁ ਦੋਵਾਂ ਜੀਆਂ ਨੇ ਜੀ ਕਰਨਾ ਵੇਖ ਲੈਣਾ, ਬੰਦ ਕਰਨਾ ਅਗਲੇ ਫਿਰ ਉੱਥੋਂ ਸ਼ੁਰੂ ਕਰ ਲੈਣਾ। ਤੁਹਾਨੂੰ ਪੁਰਾਣੇ ਗੀਤ ਵੀ ਪਸੰਦ ਆ ਨਾ, ਮੈਂ ਸੁਣਿਆ। ਹਾਂ ਜੀ, ਤੇ ਨੈਚੁਰਲੀ ਉਸ ਟਾਈਮ ਦੇ ਬਹੁਤ ਪਸੰਦ ਹੈ, ਅਜੇ ਵੀ ਲਾ ਕੇ ਬਹਿ ਜਾਈਦੇ। ਅੱਛਾ। ਸੋ ਵਾਈਫ ਵਾਸ ਨਾਟ ਇਨ ਫੇਵਰ, ਕਹਿੰਦੀ ਜ਼ਿੰਦਗੀ ਬਹੁਤ ਸੌਖੀ ਨਿਕਲ ਰਹੀ ਆ ਤੇ ਨੈਚੁਰਲੀ ਹੁੰਦਾ ਕਿ ਪੈਨਸ਼ਨ ਹੀ ਮਿਲ ਜੂਗੀ। ਤੇ ਬੱਚੇ ਵੀ ਕਹਿੰਦੇ ਪਾਪਾ ਪੀਜੀ ਦੀਆਂ ਖਬਰਾਂ ਜਿਹੜੀਆਂ ਆਉਂਦੀਆਂ ਨਹੀਂ ਠੀਕ ਨਹੀਂ ਆਉਂਦੀਆਂ ਤੇ ਤੁਸੀਂ ਇੱਥੇ ਰਹੋ। ਪਰ ਕਿਉਂਕਿ ਆਨਰੇਬਲ ਚੀਫ ਮਿਨਿਸਟਰ ਸਾਹਿਬ ਦਾ ਜਦੋਂ ਫੋਨ ਆਏ, ਮੈਂ ਫਿਰ ਤੀਜੀ ਰੀ ਨਾ ਉਹ ਮਾੜਾ ਮੋਟਾ ਕਿਹਾ ਸਰ ਮੈਨੂੰ ਸੋਚ ਲੈਣ ਦਿਓ। ਸੋ ਆ ਗਿਆ। ਸੋ ਇੱਕ ਉੱਧਰੋਂ ਪੈਸੇ ਨਹੀਂ ਸੀ ਆਉਂਦੇ ਤੇ ਉੱਧਰੋਂ ਜਦੋਂ ਘਰ ਆਉਣਾ ਤੇ ਵਾਈਫ ਨੇ ਕਹਿਣਾ ਜਾਂ ਬੱਚੇ ਨੇ ਕਹਿਣਾ ਕਿ ਤੁਹਾਨੂੰ ਤਾਂ ਕਿਤੇ ਨਾ ਆਓ। ਸੋ ਪਹਿਲਾ ਸਾਲ ਔਖਾ ਨਿਕਲਿਆ। ਮਤਲਬ ਇੱਥੇ ਆਉਣਾ ਵੀ ਬਹੁਤ ਤੁਹਾਡੇ ਲਈ ਉਹ ਤੇ ਉਹ ਚੈਲੰਜਿੰਗ ਫਿਰ ਉਸ ਸਾਲ ਸਾਡਾ ਜਿਹੜਾ ਬਜਟ ਸੀਗਾ 183 ਕਰੋੜ ਸੀਗਾ। ਅੱਛਾ। ਫਿਰ ਉਸ ਸਾਲ ਮੈਂ ਨਹੀਂ ਵੇਖਿਆ ਕਿ ਇਹ ਲੀਡਰ ਆ ਜਾਂ ਇਹ ਕਿਸ ਪਾਰਟੀ ਦਾ ਬੰਦਾ। ਜਾਂ ਮੈਨੂੰ ਜਿਹੜਾ ਵੀ ਲੱਗਾ ਕਿ ਪੀਜੀ ਦੀ ਮਦਦ ਕਰ ਸਕਦਾ ਮੈਂ ਗਿਆ। ਨੈਚੁਰਲੀ ਜ਼ਿਆਦਾ ਤਾਂ ਜਿਹੜੀ ਗੌਰਮੈਂਟ ਜਿਹਨਾਂ ਨੇ ਉਹਨਾਂ ਕੋਲ ਜਾਣਾ ਹੁੰਦਾ ਜਾਂ ਜਿਹੜੇ ਅਫਸਰ ਸਾਹਿਬਾਨ ਨੇ ਉਹਨਾਂ ਕੋਲ ਜਾਣਾ ਹੁੰਦਾ। ਫਿਰ ਉਸ ਟਾਈਮ ਦੇ ਇੱਕ ਮਿਲ ਗਏ IAS ਅਫਸਰ। ਅੱਛਾ। ਉਹਨਾਂ ਨੇ ਮੈਨੂੰ ਸਭ ਕੁਝ ਸਮਝਾਇਆ ਦੱਸਿਆ ਤੇ ਉਹਨਾਂ ਨੇ ਫਿਰ ਕਹਿੰਦੇ ਕਿ ਤੂੰ ਆਪਣੇ ਪੇ ਤੇ ਪੈਨਸ਼ਨ ਦਾ ਬਣਾ ਕੇ ਲੈ। ਉਹ ਫਿਰ 270 ਕਰਤਾ। ਅੱਛਾ। ਦੂਜਾ ਮੈਂ ਉਹਨਾਂ ਨੂੰ ਕਿਹਾ ਕਿ ਰਿਕੁਐਸਟ ਕੀਤੀ, ਪਹਿਲਾਂ ਸਾਨੂੰ 3 ਮਹੀਨਿਆਂ ਮਗਰੋਂ ਪੈਸੇ ਮਿਲਦੇ ਸੀ। ਅੱਛਾ ਜੀ। ਉਹ ਜਦੋਂ 3 ਮਹੀਨੇ ਖਤਮ ਹੋਣੇ ਤੇ ਫਿਰ ਚੱਕਰ ਪੈ ਜਾਣਾ, ਫਿਰ ਲੇਟ ਹੋਣੇ ਪੈਸੇ। ਫਿਰ ਦੂਜੀ ਨੇ ਅਗਲੇ ਸਾਲ ਫਿਰ ਉਹਨਾਂ ਕੋਲ ਮੈਂ ਇਹ ਕਰਵਾ ਲਿਆ ਕਿ ਹਰ ਮਹੀਨੇ ਪੇ ਆਊਗੀ। ਅੱਛਾ। ਫਿਰ ਕੰਮ ਜਿਹੜਾ ਸੂਤਰ ਹੋ ਗਿਆ। ਫਿਰ ਸੂਤ ਹੋਏਗਾ। ਤੇ ਮੁੜ ਕੇ ਫਿਰ ਨੈਚੁਰਲੀ ਜਦੋਂ ਲੋਕਾਂ ਦਾ ਧਿਆਨ ਹੈ ਕਿ ਪੈਸੇ ਮਿਲ ਜਾਣੇ, 2 ਦਿਨ ਲੇਟ ਮਿਲ ਗਏ, ਤਨਖਾਹ ਵੇਖੋ ਹਰ ਕੋਈ ਤਨਖਾਹ ਦੀ ਕੰਮ ਕਰਦਾ। ਬਿਲਕੁਲ। ਫਿਰ ਕੰਮ ਥੋੜਾ ਬਹੁਤਾ ਚੱਲ ਪਿਆ। ਔਰ ਜਦੋਂ 2 ਸਾਲ ਹੋ ਗਏ, ਜਦੋਂ ਜਿੱਥੇ ਮੈਨੂੰ ਹੌਸਲਾ ਹੋਇਆ 2013 ਮੈਂ ਹਰ ਸਾਲ ਜੂਨ ਦੇ ਵਿੱਚ ਫੈਕਲਟੀ ਨੂੰ ਐਡਰੈਸ ਕਰਦਾ। ਐਰਕਨ ਨਹੀਂ ਕੀਤਾ ਕੋਵਿਡ ਕਰਕੇ। ਹਾਂਜੀ ਹਾਂਜੀ। ਸੋ ਕਈ ਵਾਰੀ ਜੂਨ ਦੀ ਬਜਾਏ ਨਾ ਜੁਲਾਈ 'ਚ, ਕਿਉਂ ਜੁਲਾਈ ਜੁਆਇਨ ਕੀਤਾ ਸੀਗਾ 1 ਜੁਲਾਈ ਨੂੰ। ਸੋ ਜੁਲਾਈ ਦੇ 19 20 ਜਾਂ ਕਈ ਵਾਰੀ ਹੋ ਸਕਦਾ ਅਗਸਤ ਹੀ ਹੋ ਗਿਆ ਹੋਵੇ। ਜਦੋਂ 2 ਸਾਲ ਹੋ ਗਏ ਜਦੋਂ ਮੈਂ ਯੀਲਡ ਝਾੜ ਕੰਪੇਅਰ ਕੀਤਾ KVK ਦਾ ਕਣਕ ਦਾ, ਉਹ ਸਾਰਿਆਂ 'ਚ ਵੱਧ ਆਇਆ। ਅੱਛਾ। ਤਾਂ ਉਹ ਮੈਨੂੰ ਬੜਾ ਹੋਇਆ ਵੀ ਅਸੀਂ ਤਾਂ ਅੱਗੇ ਨਾਲੋਂ ਬਹੁਤ ਬੈਟਰ ਕੰਮ ਕਰ ਰਹੇ ਹਾਂ। ਉੱਥੋਂ ਫਿਰ ਉਹ ਮੈਨੂੰ ਪਹਿਲੇ ਸਾਲ ਨਹੀਂ ਮੈਂ ਕੀਤਾ ਐਡਰੈਸ ਫੈਕਲਟੀ ਨੂੰ। ਅੱਛਾ। ਤੁਹਾਨੂੰ ਪਹਿਲੇ ਸਾਲ ਤੇ ਬਹੁਤ ਔਖਾ ਨਿਕਲ ਗਿਆ। ਹਾਂਜੀ ਹਾਂਜੀ। ਫਿਰ ਉੱਥੋਂ ਉਦੋਂ ਬਾਅਦ ਪਿੱਛੇ ਨਹੀਂ ਵੇਖਣ ਦਾ ਮੌਕਾ ਮਿਲਿਆ। ਬਹੁਤ ਸੋਹਣੇ ਕਲੀਗ ਮਿਲੇ, ਬੜਾ ਸੋਹਣਾ ਕੰਮ ਕੀਤਾ ਔਰ ਬੈਸਟ ਇੰਸਟੀਟਿਊਟ ਅਵਾਰਡ ਮਿਲਿਆ। ਹੋਰ ਵੀ ਬੜੇ ਚੁਣੌਤੀਆਂ ਭਰਪੂਰ ਕੰਮ ਹੋਏ ਸੀ, ਜਿਵੇਂ ਨਰਮੇ ਤੇ ਚਿੱਟੀ ਮੱਖੀ ਆ ਗਈ ਸੀ ਜੀ, ਉਹਦਾ ਵੀ ਹੱਲ ਦੇਖੋ ਹਰ ਜਿਹੜੀ ਮੁਸ਼ਕਲ ਆਉਂਦੀ ਉਹਦਾ ਕੋਈ ਨਾ ਕੋਈ ਫਾਇਦਾ ਵੀ ਹੁੰਦਾ। ਚਿੱਟੀ ਮੱਖੀ ਦੀ ਬਹੁਤ ਬੁਰੀ ਹਾਲਤ ਸੀਗੀ। 2015 ਚ ਆਪਣਾ ਜਿਹੜਾ ਝਾੜ ਆ 197 ਕਿਲੋ ਜਾਂ 200 ਕਿਲੋ ਲਾ ਲਓ ਰੂੰ ਦਾ 1 ਹੈਕਟੇਅਰ ਦਾ, ਜੇ ਕਿੱਲੇ ਦਾ ਲਾਓ ਤੇ 80 ਕਿਲੋ। 2016 ਦੇ ਵਿੱਚ ਜਦੋਂ ਇਹ 2015 ਨਵੰਬਰ ਦੇ ਵਿੱਚ ਮੀਟਿੰਗ ਹੋਈ ਆਪਣੇ ਐਗਰੀਕਲਚਰ ਮਿਨਿਸਟਰ ਜਥੇਦਾਰ ਤੋਤਾ ਸਿੰਘ ਤੇ ਐਗਰੀਕਲਚਰ ਮਿਨਿਸਟਰ ਹਰਿਆਣੇ ਦੀ ਇਕੱਠੀ ਚੰਡੀਗੜ੍ਹ। ਹਾਂਜੀ। ਉੱਥੇ ਇਹ ਡਿਸੀਜਨ ਲਿਆ ਕਿ ਇੱਕ ਜੁਆਇੰਟ ਕਮੇਟੀ ਬਣਾਓ ਤੇ ਉਹ ਕਮੇਟੀ ਜਿਹੜੀ ਉਹ ਹਰਿਆਣਾ ਬਣਾਓ। ਡਾਕਟਰ ਖੋਖਰ ਸਾਹਿਬ ਸੀਗੇ ਉਦੋਂ ਵਾਈਸ ਚਾਂਸਲਰ HAU ਦੇ। ਸੋ ਨੈਚੁਰਲੀ ਕਮੇਟੀ ਦੇ ਮੈਂ ਬਣਨਾ ਸੀ ਜਾਂ ਡਾਕਟਰ ਖੋਖਰ ਨੇ ਬਣਨਾ ਸੀ ਚੇਅਰਮੈਨ। ਸੋ ਡਾਕਟਰ ਖੋਖਰ ਨੇ ਕਹਿੰਦੇ ਜੀ ਢਿੱਲੋਂ ਨੂੰ, ਸਾਡੇ ਬਹੁਤ ਅੱਛੇ ਰਿਲੇਸ਼ਨ ਸੀ। ਜੇ ਇੱਧਰਲੇ ਬਣਾਉਂਦੇ ਮੈਂ ਕਹਿੰਦਾ ਡਾਕਟਰ ਖੋਖਰ ਨੂੰ ਬਣਾ ਦਿਓ। ਸੋ ਜ਼ਿੰਮੇਵਾਰੀ ਆ ਗਈ ਮੇਰੇ ਕੋਲ, ਬਹੁਤ ਭੱਜ ਨੱਠ ਕੀਤੀ ਤੇ 2016 ਦੇ ਸ਼ੁਰੂ 'ਚ ਸਾਡੀ ਜਾਨ ਸੁੱਕੀ ਦੀ, ਕਿਉਂਕਿ ਵਾਈਟ ਫਲਾਈ ਦੀ ਪਾਪੂਲੇਸ਼ਨ 16 ਦੇ ਸ਼ੁਰੂ 'ਚ 15 ਨਾਲੋਂ ਜ਼ਿਆਦਾ ਸੀ। ਅੱਛਾ। ਪਰ ਮਿਹਨਤ ਕੀਤੀ, ਪਰਮਾਤਮਾ ਨੇ ਮਿਹਰ ਕੀਤੀ ਤੇ 2016 'ਚ ਆਪਣਾ ਝਾੜ 197 ਜਾਂ 200 ਕਹਿ ਲਓ, ਉਹ ਤੋਂ ਵੱਧ ਕੇ 756, ਜਿਹੜਾ ਕਿ ਆਲ ਟਾਈਮ ਰਿਕਾਰਡ ਸੀਗਾ। ਕੀਤਾ ਕੀ ਭੱਜ ਨੱਠ ਕੀਤੀ, ਫਾਰਮਰ ਨੂੰ, ਕਿਸਾਨ ਭਰਾਵਾਂ ਨੂੰ ਸਮਝਾਇਆ। ਡਿਪਾਰਟਮੈਂਟ ਨੇ ਬਹੁਤ ਤਗੜਾ ਇਹ 'ਚ ਰੋਲ ਪਲੇ ਕੀਤਾ। ਉਹਨਾਂ ਨੂੰ ਕਿਹਾ ਭਰਾਓ ਦੇਖੋ ਚੰਗੀ ਤਰ੍ਹਾਂ ਬੀਜ ਠੀਕ ਮਿਲਣਾ ਚਾਹੀਦਾ ਵਾ। ਖੇਤੀਬਾੜੀ ਡਿਪਾਰਟਮੈਂਟ। ਅੱਛਾ ਅੱਛਾ ਹਾਂਜੀ। ਔਰ ਪੈਸਟੀਸਾਈਡ ਠੀਕ ਮਿਲਣੇ ਚਾਹੀਦੇ ਆ। ਆਪਾਂ ਟ੍ਰੇਨਿੰਗ ਦਈਏ ਫਾਰਮਰ ਨੂੰ ਕਿਸ ਤਰ੍ਹਾਂ ਪੈਸਟੀਸਾਈਡ ਵਰਤਣਾ ਵਾ, ਕਦੋਂ ਵਰਤਣਾ ਵਾ, ਕਿਸ ਵੇਲੇ ਸਪਰੇਅ ਕਰਨੀ ਆ, ਕਿਹੜਾ ਮਿਕਸ ਕਰਨਾ, ਕਿਹੜਾ ਮਿਕਸ ਨਹੀਂ ਕਰਨਾ। ਹਾਂਜੀ। ਸੋ ਉਹਦਾ ਫਿਰ ਨਤੀਜਾ ਆ ਗਿਆ। ਤੇ ਉਹ ਮੈਂ ਜਦੋਂ ਆਪਣੇ ਪਦਮ ਸ਼੍ਰੀ ਬਾਬਤ ਸੋਚਦਾ ਵਾਂ, ਉਦੋਂ ਬਾਅਦ ਮੈਨੂੰ ਕਈ ਕਿਸਾਨ ਭਰਾ ਕਹਿਣ ਲੱਗ ਪਏ ਕਿ ਇਹ
ਫਾਰਮਰ ਦਾ ਆਪਣਾ ਕਿਸਾਨਾਂ ਦਾ ਵੀਸੀ ਆ, ਅੱਛਾ ਜਾਂ ਕਈ ਕਹਿੰਦੇ ਜੱਟਾਂ ਦਾ ਵੀਸੀ ਹਾਂ, ਆ, ਹਾਂ, ਦੋਨੋਂ ਟਰਮ। ਹੂੰ ਸੋ ਉਹ ਨਾਂ ਬਣ ਗਿਆ। ਉਦੋਂ ਬਾਅਦ ਹੁਣ ਆਪਣਾ ਨਰਮੇ ਦੀ ਜਿਹੜੀ ਆ ਹਰ ਸਾਲ ਪੈਸਟੀਸਾਈਡ ਦੀ ਜਿਹੜੀ ਕੰਜ਼ੰਪਸ਼ਨ ਹੈ, ਵਰਤੋਂ ਆ, ਉਹ ਵੀ ਘਟ ਰਹੀ ਆ ਤੇ ਝਾੜ ਵੀ ਵੱਧ ਰਿਹਾ। ਪਿਛਲੇ ਸਾਲ ਆਪਾਂ 800 ਤੋਂ ਉੱਪਰ ਚਲੇ ਗਏ। ਇਹ ਬੜੀ ਮਾਣ ਵਾਲੀ ਗੱਲ ਹੈ ਜੀ ਵੀ ਜਦੋਂ ਕਿਸਾਨਾਂ ਦਾ ਵੀਸੀ ਕਹਿੰਦੇ ਆ ਤਾਂ ਕਿਉਂਕਿ ਯੂਨੀਵਰਸਿਟੀ ਕਿਸਾਨਾਂ ਦੀ ਹੈ ਤੇ ਕਿਸਾਨਾਂ ਦਾ ਵੀਸੀ ਇਹ ਆਪਣੇ ਆਪ 'ਚ ਮੈਨੂੰ ਲੱਗਦਾ ਸਭ ਤੋਂ ਵੱਡਾ ਅਵਾਰਡ ਹੈ। ਮੈਂ ਕਹਿੰਦਾ ਤੋਂ ਵੱਡਾ ਅਵਾਰਡ ਹੈ ਹੀ ਨਹੀਂ ਕੋਈ, ਸਭ ਤੋਂ ਜਦੋਂ ਕਹਿੰਦੇ ਕਿਸਾਨਾਂ ਦਾ ਵੀਸੀ ਹੈ। ਤਾਂ ਮੈਂ ਜਿੱਥੇ ਮੈਨੂੰ ਪਤਾ ਲੱਗਣਾ ਕਿ ਆ ਗਈ ਹੈ ਚਿੱਟੀ ਮੱਖੀ, ਮੈਂ ਕਿਹਾ ਚੱਲ ਯਾਰ ਵੇਖੀਏ। ਚਲੋ ਬਹੁਤ ਵਧੀਆ ਸਫ਼ਰ ਰਿਹਾ ਜੀ, ਬਹੁਤ ਵਧੀਆ ਲੱਗਿਆ ਹੈ ਨਾ। ਤੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਕੱਲ੍ਹ ਦੇ ਜਿਹੜੇ ਖੇਤੀਬਾੜੀ ਨਵੇਂ ਉੱਭਰਦੇ ਵਿਗਿਆਨੀ ਆ ਉਹਨਾਂ ਲਈ, ਕਿਉਂਕਿ ਇੱਕ ਤੁਹਾਡੀ ਜਿਹੜੀ ਜ਼ਿੰਦਗੀ ਹੈ ਇਹ ਸਿੱਧ ਪੱਧਰੀ ਨਹੀਂ ਰਹੀ, ਉਤਰਾਅ ਚੜਾਅ ਵੀ ਆਏ, ਕਿਤੇ ਅੰਮ੍ਰਿਤਸਰੋਂ ਤੁਸੀਂ ਲੁਧਿਆਣੇ ਆਏ, ਲੁਧਿਆਣੇ ਤੋਂ ਦਿੱਲੀ, ਜਰਮਨੀ, ਬਹੁਤ ਸਫ਼ਰ ਕੀਤਾ। ਅੱਜ ਕੱਲ੍ਹ ਜਿਹੜੇ ਵਿਗਿਆਨੀ ਆ ਉਹਨਾਂ ਨੂੰ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ, ਜਿਹੜੇ ਨਵੇਂ ਮੁੰਡੇ ਅਸਲ 'ਚ ਖੇਤੀ ਵਿਗਿਆਨੀ? ਦੇਖੋ, ਆਪਣੇ ਵਿਗਿਆਨੀ ਜਾਂ ਜਰਮਨੀ ਜਾਂ ਮੈਕਸੀਕੋ, ਮੈਂ 6 ਮਹੀਨੇ ਰਿਹਾ ਸੀਗਾ ਯੂਨੀਵਰਸਿਟੀ ਬਰਮਿੰਘਮ ਯੂਕੇ ਦੇ ਵਿੱਚ ਵੀ। ਸੋ ਜਿਹੜਾ ਬਾਹਰ ਜੋ ਵੀ ਵੇਖਿਆ, ਅਮਰੀਕਾ ਬਹੁਤ ਆਉਂਦੇ ਜਾਂਦੇ ਰਹੇ। ਆਪਣਾ ਜਿਹੜਾ ਚੰਗਾ ਵਿਗਿਆਨੀ, ਉਹਨਾਂ ਦੇ ਚੰਗੇ ਵਿਗਿਆਨੀ ਨੂੰ ਮਾੜਾ ਨਹੀਂ। ਬਿਲਕੁਲ। ਸਿਰਫ ਮਾੜੇ ਪਾਸੇ ਵਾਲੇ ਜਿਹੜੇ, ਜਾਂ ਮਾੜੇ ਨਹੀਂ ਕਹਿਣਾ, ਜੇ ਘੱਟ ਕੰਮ ਕਰਨ ਵਾਲੇ ਪਾਸੇ, ਉਧਰ ਥੋੜ੍ਹੀ ਜਿਹੀ ਆਪਣੀ ਬਹੁਤਾਤ ਆ ਉਹਨਾਂ ਨਾਲੋਂ। ਉਧਰ ਵੀ ਹੈਗੇ, ਇਹ ਨਹੀਂਗਾ ਕਿ ਮੇਰੇ ਹਿਸਾਬ ਨਾਲ ਜਰਮਨੀ ਬਹੁਤ ਸੋਹਣੀ ਨੇਸ਼ਨ ਹੈ, ਪਰ ਉੱਥੇ ਵੀ ਹੈਗੇ ਆਪਣੇ ਪ੍ਰਿਜ਼ਨਸ, ਜੇਲਾਂ ਉੱਥੇ ਵੀ ਹੈਗੀਆਂ। ਬਿਲਕੁਲ, ਉੱਥੇ ਮਾੜੇ ਬੰਦੇ ਆ। ਦੂਜੀ ਨੇਸ਼ਨ ਜਿਹੜੀ ਮੈਂ ਸਭ ਤੋਂ ਸਮਝਦਾ ਡਿਸਪਲਿਨਡ, ਉਹ ਜਾਪਾਨ ਹੈ। ਜਾਪਾਨ 'ਚ ਜੇਲਾਂ ਹੈਗੀਆਂ, ਸੋ ਮਾੜੇ ਬੰਦੇ ਉੱਥੇ ਵੀ ਆ। ਹਰ ਇੱਕ ਜਗ੍ਹਾ, ਹਰ ਜਗ੍ਹਾ ਤੇ ਹੈਗੇ, ਪਰ ਉਹਨਾਂ ਦਾ ਸਿਸਟਮ ਐਡਾ ਸੋਹਣਾ ਵਾ, ਕਿਉਂ ਜਦੋਂ ਬੱਚਾ ਜੰਮਦਾ ਵਾ ਉਹਨੂੰ ਸਿਖਾਉਂਦੇ ਆ ਕਿ ਵੀ ਆਹ ਕਾਨੂੰਨ ਆ, ਕਾਨੂੰਨ ਦੀ ਪਾਲਣਾ ਕਰਨੀ। ਉਹ ਆਪਣੇ ਹੈ ਨਹੀਂ ਗਾ, ਪਤਾ ਨਹੀਂ ਕਿਉਂ ਪਹਿਲਾਂ ਅੰਗਰੇਜ਼ਾਂ ਦਾ ਰਾਜ ਰਿਹਾ, ਉਸ ਕਰਕੇ ਉਹ ਅਜੇ ਵੀ ਆਪਾਂ ਉਹਦੇ 'ਚ। ਸੋ ਜਿਹੜਾ ਆਪਣਾ ਚੰਗਾ ਸੈਂਟਰ, ਉਹ ਚੰਗੇ, ਉਹਨਾਂ ਦੇ ਚੰਗੇ ਵਰਕ ਵਾ। ਤੇ ਦੂਜਾ ਜਿਹੜਾ ਫਰਕ ਹੈ ਨਾ ਕਿ ਉੱਥੇ ਥੋੜ੍ਹਾ ਜਿਹਾ ਬੱਚੇ ਨੂੰ ਸੋਚਣ ਦਾ ਮੌਕਾ ਦਿੰਦੇ ਆ। ਜਰਮਨੀ 'ਚ PhD ਥਿਊਰੀ ਵਰਕ ਹੈ ਨਹੀਂ ਕੋਈ ਵੀ। ਅੱਛਾ। ਜਦੋਂ ਕਿ ਇੱਥੇ ਜ਼ਰੂਰੀ, ਅਸੀਂ ਕਹਿੰਦੇ ਰਹਿੰਦੇ ਘਟਾਓ, ਘਟਾਇਆ ਵੀ ਅੱਗੇ ਨੂੰ ਕੀਤਾ ਜਿੰਨਾ ਕਰ ਸਕਦੇ। ਤੇ ਉਹ ਬੱਚਾ ਆਪੇ ਸੋਚਦਾ ਮੈਂ ਕੀ ਕਰਨਾ। ਇੱਥੇ ਬੱਚਾ ਜਿਹੜਾ ਟੀਚਰ ਤੇ ਜ਼ਿਆਦਾ ਡਿਪੈਂਡ ਕਰਦਾ। ਸੋ ਸੋਚ ਵੱਲੋਂ ਆਪਾਂ ਮਾਰ ਖਾਂਦੇ ਹਾਂ। ਬਿਲਕੁਲ। ਜਿਹੜਾ ਕਨਫੀਡੈਂਸ ਹੈ ਨਾ, ਕਨਫੀਡੈਂਸ ਉਹ ਨਹੀਂਗਾ ਜੋ ਉਹਨਾਂ 'ਚ ਕਨਫੀਡੈਂਸ ਹੈ। ਓਕੇ। ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸੁਣਾਉਂਦਾ। ਹਾਂਜੀ ਹਾਂਜੀ, ਜ਼ਰੂਰ। ਕਨਫੀਡੈਂਸ ਵਾਲੀ। ਹਾਂਜੀ। ਜਿੱਥੋਂ ਮੇਰੇ 'ਚ ਕਨਫੀਡੈਂਸ, ਇੱਕ ਤੇ ਕਨਫੀਡੈਂਸ ਤੁਹਾਨੂੰ ਦੱਸਿਆ ਕਿ ਜਰਮਨੀ 'ਚ ਜਾ ਕੇ ਮਿਲਿਆ, ਜਦੋਂ ਮੈਨੂੰ ਤਾਂ ਲੱਗਾ ਕਿ ਮੈਂ ਵੀ ਇਹਨਾਂ ਵਰਗਾ ਹੀ ਹਾਂ। ਇਹਨਾਂ ਵਰਗਾ ਹੀ। ਮੈਂ ਜਦੋਂ ਇੱਥੇ ਜੁਆਇਨ ਕੀਤਾ PhD ਕਰਕੇ, ਤੇ ਇੱਕ ਮੇਰੇ ਤੋਂ ਸੀਨੀਅਰ, ਮੇਰਾ ਕਲੀਗ, ਦੋਸਤ ਜਾਂ ਵੱਡਾ ਭਰਾ ਕਹਿ ਲਓ, ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਸੀ BSc, 3.5 ਸਾਲ ਲੱਗੇ ਸੀਗਾ। ਅੱਛਾ ਜੀ। ਇੱਥੇ MSc ਕਰਕੇ ਨੌਕਰੀ ਕਰਦੇ ਜਦੋਂ ਅਸੀਂ ਆਏ ਸੀਗੇ। ਮੈਂ ਜਦੋਂ PhD ਕਰਨ ਚੱਲ ਗਿਆ ਤੇ ਉਹ ਵੀ ਇਨ ਸਰਵਿਸ ਉਹਨੇ PhD ਸ਼ੁਰੂ ਕਰ ਲਈ। ਜਦੋਂ ਮੈਂ ਵਾਪਸ ਤਾਂ ਉਹਨੇ ਆਪਣਾ ਸਾਰਾ ਡੇਟਾ ਵਗੈਰਾ ਇਕੱਠਾ ਕਰ ਲਿਆ ਸੀਗਾ ਤੇ ਡੇਟਾ ਮੈਨੂੰ ਫੜਾਤਾ। ਉਹ ਮਤਲਬ ਕਿ ਠੀਕ ਸੀਗਾ ਪੜ੍ਹਨ 'ਚ, ਪਰ ਮੈਂ ਥੋੜ੍ਹਾ ਜਿਹਾ ਥਿਊਰੀ ਵਾਲੇ ਪਾਸੋਂ ਚੰਗਾ ਸੀਗਾ। ਹਾਂਜੀ ਹਾਂਜੀ। ਕਹਿੰਦੇ ਬਲਦੇਵ ਆਹ ਡੇਟਾ ਵੀ ਤੂੰ ਇਹ ਕਰਨਾ ਹੀ, ਮੇਰਾ ਥੀਸਿਸ ਲੈ ਦੇ। ਬਹੁਤ ਅੱਛੇ ਰਿਲੇਸ਼ਨ ਸੀ। ਉਹ ਗਿਆ ਸੀਗਾ, ਸ਼ਾਮਾਂ ਨੂੰ ਰੋਜ਼ ਹੀ ਉਧਰ ਚਲ ਜਾਈਦਾ ਕਿ ਮਤਲਬ ਕਿ ਪਤਾ ਨਹੀਂ ਕਿੰਨੀਆਂ ਸ਼ਾਮਾਂ ਮੇਰੇ ਕੋਲ ਰੋਜ਼ ਹੀ ਚਲ ਜਾਈਦਾ ਸੀ, ਕਿਤੇ ਮਿਸ ਕੀਤੀ ਉਹ। 2 ਜਣੇ ਬਹਿ ਜਾਣਾ, ਹੋਰ ਹੀ 2-4 ਯਾਰ ਦੋਸਤ ਸੀ, ਅਸੀਂ 4 ਜਣੇ ਸੌ ਤੋਂ ਉਹਨੂੰ ਪਾ ਕੇ ਉੱਥੇ ਬਹਿ ਜਾਣਾ। ਉਹ ਥੀਸਿਸ ਲਿਖਦਿਆਂ ਜਦੋਂ ਡਿਸਕਸ਼ਨ 'ਤੇ ਐਂਡ ਹੋਣ ਵਾਲਾ ਸੀਗਾ, ਤੇ ਮੈਨੂੰ ਇੱਕ ਫਾਰਮੂਲੇ ਲੱਗਾ ਕਿ ਆਹ ਗਲਤੀ ਆ। ਮੈਂ ਉਹ ਗਲਤੀ ਸੁਧਾਰਨ ਲੱਗ ਪਿਆ। ਉਹਨੂੰ ਇਹ ਕਿ ਮੇਰਾ ਥੀਸਿਸ ਰੁਕ ਗਿਆ ਵਾ। ਅੱਛਾ। 6 ਮਹੀਨੇ ਇਹ ਸਾਡੀ ਜਦੋਜਹਿਦ ਚੱਲਦੀ ਰਹੀ, ਕਿਉਂਕਿ ਮੈਂ ਜੇ ਨਵਾਂ ਸੀ, ਮੈਨੂੰ ਮੈਥਮੈਟਿਕਸ ਫਾਰਮੂਲੇ ਸਾਰੇ ਮੈਥਮੈਟਿਕਸ, ਮੈਨੂੰ ਕੋਈ ਕਨਫੀਡੈਂਸ ਨਹੀਂ ਸੀਗਾ ਉਦੋਂ। ਅੱਛਾ। ਜਦੋਂ ਸ਼ਾਮਾਂ ਨੂੰ ਬਹਿ ਜਾਣਾ, ਤੇ ਤੁਹਾਨੂੰ ਪਤਾ ਉਸ ਉਮਰੇ 3 ਜਣੇ ਅਣਵੇ ਤੇ ਇੱਕ ਨਵਾਂ ਵਿਆਹ ਹੋਇਆ, ਤੇ ਸ਼ਾਮਾਂ ਨੂੰ ਫਿਰ ਜਿਸ ਤਰ੍ਹਾਂ ਪੰਜਾਬੀਆਂ ਦਾ, ਤੇ ਉਹ ਫਿਰ ਤਿੰਨਾਂ ਨੇ ਮੈਨੂੰ ਰਗੜਾ ਲਾਉਣਾ। ਅੱਛਾ। ਇੱਕ ਕਾਮਨ ਲਫ਼ਜ਼ ਜੇ ਵੀ ਤੂੰ ਇਹ ਥੀਸਿਸ ਕਿਉਂ ਲੇਟ ਕਰ ਰਿਹਾ, ਜੇ ਫਾਰਮੂਲੇ 'ਚ ਗਲਤੀ ਆ ਤੇ ਅੰਗਰੇਜ਼ ਨਾਲ ਠੀਕ ਕਰ ਦੇ। ਆਲਮੋਸਟ ਸੈਂਟੈਂਸ ਹੈ, ਕਿਉਂ ਜਿਹੜਾ ਓਰੀਜਨਲ ਫਾਰਮੂਲਾ ਸੀ ਉਹ ਅੰਗਰੇਜ਼ਾਂ ਦਾ ਸੀ। ਅੱਛਾ। ਸੋ ਆਪਣੇ ਸਾਇੰਸ 'ਚ ਇਹ ਕਮੀ ਆ ਕਿ ਅਸੀਂ ਸੋਚਦੇ ਘੱਟ ਆ ਤੇ ਸਾਡੇ 'ਚ ਕਨਫੀਡੈਂਸ ਨਹੀਂ ਗਾ। ਬਿਲਕੁਲ। ਉਹ ਬਣਾਇਆ ਤਾਂ ਇਨਸਾਨ ਨਹੀਂ ਹੈ ਜੀ, ਉਹ ਕਨਫੀਡੈਂਸ ਨਹੀਂ ਗਾ। ਉਹ 6 ਮਹੀਨੇ ਮੈਨੂੰ ਉਹਨਾਂ ਤੰਗ ਤੇ ਬਹੁਤ ਕੀਤਾ, ਪਰ 6 ਮਹੀਨਿਆਂ 'ਚ ਮੈਂ ਗਲਤੀ ਕੱਢ ਕੇ, ਤੇ ਉਹ ਮੇਰਾ ਪੇਪਰ ਵੀ ਕੈਨੇਡੀਅਨ ਜਰਨਲ ਦੇ 'ਚ ਐਕਸੈਪਟ ਹੋਇਆ। ਉਹ ਸਿਰਫ 1.25 ਪੇਜ ਦਾ ਪੇਪਰ ਹੈ। ਉਹ ਮੇਰਾ ਪਹਿਲਾ ਪੇਪਰ ਹੈ ਜਿਹਦੇ 'ਚ ਮੈਂ ਕੋਈ ਨਵੀਂ ਚੀਜ਼ ਲਿਆਂਦੀ, ਭਾਵੇਂ ਫਾਰਮੂਲਾ ਮੋਡੀਫਾਈ ਕੀਤਾ। ਨਹੀਂ, ਬਿਲਕੁਲ। ਉਹ ਜਿਹੜੀ ਚੀਜ਼ ਹੈ ਨਾ, ਉਹ ਆਪਣੇ ਸਾਇੰਸ 'ਚ ਆਪਾਂ ਖੁੱਲ੍ਹ ਕੇ ਸੋਚਦੇ ਨਹੀਂਗੇ, ਫਿਰ ਜੋ ਮਨ 'ਚ ਉਹਨਾਂ ਨੂੰ ਪਰਸੂ ਨਹੀਂ ਕਰਦੇ। ਮਨ 'ਚ ਕਈ ਗੱਲਾਂ ਆਉਂਦੀਆਂ, ਪਰ ਆਪਾਂ ਉਹਨੂੰ ਕਨਫੀਡੈਂਸ ਨਹੀਂ ਸਾਡੇ ਬੱਚਿਆਂ ਨੂੰ। ਅਸੀਂ ਬੱਚਿਆਂ ਨੂੰ
ਸਾਇੰਸ ਕੀ ਆ? ਸਾਇੰਸ ਹੈ ਕਿ ਨਵੀਂ ਚੀਜ਼ ਸੋਚੋ, ਨਵੀਂ ਚੀਜ਼ ਕਰਕੇ ਵੇਖੋ। ਇਹ ਫਿਰ ਤੁਸੀਂ ਮਨ ਚ ਆ ਕਿ ਨਹੀਂ ਇਹ ਠੀਕ ਆ, ਫਿਰ ਡਰ ਨਾ ਜਾਓ। ਰਿਸਰਚ ਦੇ ਵਿੱਚ ਜ਼ਿਆਦਾ ਵਾਰਾਂ ਫੇਲੀਅਰ ਹੁੰਦੀ ਆ। ਐਡੀਸਨ ਨੇ ਕਿੰਨੇ ਬਲਬ ਬਣਾਏ ਸੀ, ਫਿਰ ਜਾ ਕੇ ਸਕਸੈਸਫੁਲ ਹੋਇਆ। ਸਹੀ ਗੱਲ ਹੈ। ਆਪਣੇ ਮਤਲਬ ਕਿ ਉਹ ਰੈਪੀਟੀਸ਼ਨ ਆਫ ਰਿਸਰਚ ਜ਼ਿਆਦਾ ਵਾ। ਨਿਊ ਸੋਚ ਲਓ ਹੀ। ਬਿਲਕੁਲ। ਤੁਸੀਂ ਦੇਖਿਆ ਵੀ ਆਪਣੇ ਤਾਂ ਜਿਹੜੇ ਕਿਸਾਨ ਆ ਉਹ ਵੀ ਚਾਹੇ ਪੜ੍ਹੇ ਲਿਖੇ ਨਹੀਂ, ਨਵੀਂ ਤੋਂ ਨਵੀਂ ਕੋਈ ਨਾ ਕੋਈ ਖੋਜ ਕਰਦੇ ਰਹਿੰਦੇ ਆ, ਹਨਾ। ਨਾ ਐਰਕਾਂ ਦੀ ਵੇਖੋ ਰਾਈਸ ਆਪਣਾ ਪਨੀਰੀ ਲਾਉਣ ਤੇ ਇੰਨੇ ਸੋਹਣੇ ਵੀਡੀਓ ਆਏ। ਅਸੀਂ ਅਗਲੇ ਦਿਨ ਕਮੇਟੀ ਬਣਾਤੀ 3 ਜਣਿਆਂ ਦੀ। ਜਿਹੜੇ ਵੀਡੀਓ ਆ ਰਹੇ ਮੈਂ ਜਾ ਕੇ ਉਹਨਾਂ ਕੋਲ ਪਤਾ ਕਰੋ ਕਿਸ ਤਰ੍ਹਾਂ ਕਰ ਰਿਹਾ, ਕੀ ਮੁਸ਼ਕਲ ਆਈ ਆ, ਕੀ ਇਹ ਅੱਗੇ ਕਰਨਾ। ਕੀ ਬਾਤ। ਹਾਂ ਬਿਲਕੁਲ। ਤੇ ਇਹਨਾਂ ਨੂੰ ਬੁਲਾ ਕੇ ਮੈਂ ਨਾਰਾਜ਼ਗੀ ਪ੍ਰਗਟ ਕੀਤੀ। ਮੈਂ ਕਿਹਾ ਵੇਖ ਲਓ ਯਾਰ, ਇਹਨਾਂ ਦੇ ਸਿਰ ਦਾ ਭਾਰ ਪਿਆ ਵਾ, ਆਪਾਂ ਨਹੀਂ ਸੋਚਿਆ। ਸੋ ਆਪਣੇ ਸੋਚ ਤੇ ਪੱਕ ਰਹਿਣਾ। ਥੋੜਾ ਬਹੁਤਾ ਇੱਕ ਵਾਰ ਫੇਲ ਹੋ ਗਏ, 2 ਵਾਰ ਫੇਲ ਹੋ ਗਏ, ਇਹ ਨਹੀਂ ਕਿ ਉਸ ਵੇਲੇ ਕੰਮ ਛੱਡ ਦਿਓ। ਰਿਸਰਚ ਕੋਈ ਰਿਸਰਚ ਨਹੀਂ ਜਿਹਦੇ ਚ ਫੇਲ ਨਹੀਂ ਹੁੰਦਾ ਬੰਦਾ। ਬਿਲਕੁਲ ਸਹੀ ਗੱਲ ਹੈ। ਉਹਨਾਂ ਚਿਰ ਉਹ ਪੱਕੀ ਨਹੀਂ ਹੁੰਦੀ। ਜ਼ਿਆਦਾ ਵਾਰਾਂ ਫੇਲ ਹੋ ਗਏ। ਜਿਹੜਾ ਨਵਾਂ ਆਈਡੀਆ ਵਾ, ਫਿਰ ਕੋਈ ਆਈਡੀਆ ਜਿਹੜਾ ਅੱਜ ਠੀਕ ਆ ਜਾਂ ਹੁਣ ਠੀਕ ਨਹੀਂ 15 ਸਾਲਾਂ ਨੂੰ ਠੀਕ ਹੋਊਗਾ। ਬਿਲਕੁਲ ਬਿਲਕੁਲ। ਸੋ ਇਹ ਤੁਸੀਂ ਸਾਇੰਸ ਦੀ ਜਿਹੜੀ ਗੱਲ ਕੀਤੀ ਆਪਣੇ ਬਹੁਤ ਚੰਗੇ ਹੈਗੇ ਔਰ ਬਹੁਤ ਸੋਹਣੇ। ਜੇ ਯੂਨੀਵਰਸਿਟੀ ਦੇਖੋ, ਇਕੱਲਾ ਇਹ ਨਹੀਂਗਾ ਕਿ ਆਪਾਂ ਬੈਸਟ ਇੰਸਟੀਟਿਊਸ਼ਨ ਅਵਾਰਡ ਮਿਲਿਆ ICR ਦਾ, ਨਾਲ ਆਪਾਂ ਜਿਹੜੇ 1000 ਕਰੋੜ ਵਾਲੀ ਸਕੀਮ ਸੀਗੀ ਉਹ 'ਚ ਅਸੀਂ ਦੂਜੀਆਂ ਯੂਨੀਵਰਸਿਟੀਆਂ ਨੂੰ ਕੰਪੀਟ ਕੀਤਾ। ਤੇ ਐਗਰੀਕਲਚਰ ਦੇ ਇੱਕ ICR ਤੇ ਇੱਕ PAU ਆਇਡੈਂਟੀਫਾਈ, ਉਹ ਪੈਸੇ ਬਾਅਦ 'ਚ ਨਹੀਂ ਮਿਲੇ। ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਦੀ ਸਕੀਮ ਸੀਗੀ। ਫਿਰ ਹੁਣ ਪਿੱਛੇ ਜੇ ਐਗਰੀਕਲਚਰ ਯੂਨੀਵਰਸਿਟੀਆਂ ਨੂੰ ਪਬਲੀਕੇਸ਼ਨ ਦੇ ਹਿਸਾਬ ਨਾਲ, ਜਿਹੜੀ ਅੱਛੀਆਂ ਪਬਲੀਕੇਸ਼ਨ ਦੇ ਹਿਸਾਬ ਨਾਲ ਜੋ ਕੀਤਾ, ਤੇ ਇੰਡੀਆ 'ਚ ਇੱਕੋ ਯੂਨੀਵਰਸਿਟੀ ਆਈ ਉਹ 'ਚ PAU ਐਗਰੀਕਲਚਰ ਦੀ, ਬਾਕੀ ਨਹੀਂ ਹੈ। ਜਦੋਂ ਕਿ ਮੈਂ ਆਪਣੇ ਸਾਥੀਆਂ ਦੇ ਨਾਲ ਕਈ ਵਾਰੀ ਜਦੋਂ ਥੋੜ੍ਹਾ ਨਾਰਾਜ਼ ਹੁੰਦਾ, ਉਹ ਯਾਰ ਚੀਫ ਮਿਨਿਸਟਰ ਪੰਜਾਬ ਨੂੰ ਇਹ ਨਹੀਂ ਪਤਾ ਕਿ ਤੁਹਾਡੀ ਪਬਲੀਕੇਸ਼ਨ ਕਿੱਥੇ, ਉਹਨੂੰ ਤਾਂ ਇਹ ਆ ਕਿ ਆਪਣੇ ਕਿਸਾਨਾਂ ਦਾ ਕੀ ਫਾਇਦਾ ਹੋਇਆ। ਐਗਰੀਕਲਚਰ ਯੂਨੀਵਰਸਿਟੀ ਨੂੰ ਇਹ ਬਹੁਤ ਸਾਡਾ ਦੁਵਿਧਾ ਰਹਿੰਦੀ ਬਹੁਤ ਜ਼ਿਆਦਾ ਕਿ ਰਿਸਰਚ ਕਿਸ ਤਰ੍ਹਾਂ ਦੀ ਕਰਨੀ ਹੈ। ਹੁਣ ਅਸੀਂ ਪਲਾਂਟ ਬਰੀਡ ਨੂੰ ਸਾਡਾ ਧਿਆਨ ਸਦਾ ਵੈਰਾਈਟੀ ਵਾਲੇ ਪਾਸੇ ਰਹਿੰਦਾ। ਉਹ ਮੈਂ ਲੱਕੀ ਰਿਹਾ ਕਿ ਮੇਰੀਆਂ 2 ਤਰ੍ਹਾਂ ਦੀਆਂ ਪਬਲੀਕੇਸ਼ਨ ਚੰਗੀਆਂ, ਜਰਮਨੀ ਜਾਣ ਕਰਕੇ, ਮੈਕਸੀਕੋ ਜਾਣ ਕਰਕੇ, ਜਾਂ ਇੱਥੇ ਵੀ ਸੋਚਦੇ ਰਹੇ। ਮੇਰੇ ਨਵੇਂ ਮੈਥਡ ਦੇ ਉੱਤੇ ਕੁਝ ਪਬਲੀਕੇਸ਼ਨ ਨੇ ਜਿਹੜੀਆਂ ਕਿ ਕਿਤਾਬਾਂ ਦੇ ਵਿੱਚ ਆ ਪੜ੍ਹਾਉਂਦੇ ਆ। ਸੋ ਮੈਂ ਉਸ ਪਾਸੋਂ ਲੱਕੀ ਰਿਹਾ। ਪਰ ਜ਼ਿਆਦਾ ਸਾਡਾ ਧਿਆਨ ਇਹੋ ਹੀ ਆ ਕਿ ਕਿਸਾਨ ਪੰਜਾਬ ਦਾ ਕਿਸਾਨ, ਹਰਿਆਣੇ ਦਾ ਕਿਸਾਨ, ਊਨੇ ਵਾਲਾ ਕਿਸਾਨ, ਹਿਮਾਚਲ ਦੇ, ਜੰਮੂ ਵਾਲੇ ਇਲਾਕੇ ਦਾ, ਰਾਜਸਥਾਨ ਦਾ ਕਿਸਾਨ, ਉਹਨਾਂ ਦਾ ਕੀ ਸੁਧਾਰ ਹੋਇਆ ਵਾ। ਪਰ ਫਿਰ ਵੀ ਉਹ ਵੈਬ ਆਫ ਸਾਇੰਸ ਦੇ ਬੇਸ 'ਤੇ ਜਿਹੜੀ ਹੁਣ ਯੂਨੀਵਰਸਿਟੀ ਦਾ ਨਾਂ ਆਇਆ ਉਹ 'ਚ PAU ਹੈਗੀ। ਬਿਲਕੁਲ ਬਿਲਕੁਲ। ਸੋ ਹਾਂਜੀ, ਬਹੁਤ ਵਧੀਆ ਤੁਹਾਡਾ ਸਫ਼ਰ ਰਿਹਾ ਜੀ। ਇੱਕ ਗੱਲ ਹੋ ਰਹੀ ਹੈ ਵੀ ਇੰਨੀਆਂ ਗੱਲਾਂ ਬਾਤਾਂ ਕੀਤੀਆਂ ਤੇ ਆਪਾਂ ਮੈਡਮ ਨਾਲ ਵੀ ਥੋੜੀ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦਾ ਕਿਉਂਕਿ ਬਹੁਤ ਵੱਡਾ ਹੱਥ ਹੁੰਦਾ ਹੈ ਨਾ ਜ਼ਿੰਦਗੀ ਦੇ ਵਿੱਚ। ਤੁਸੀਂ ਇੰਨੀ ਦੂਰ ਗਏ, ਜ਼ਿਆਦਾਤਰ ਜਿਵੇਂ ਤੁਸੀਂ ਮੱਕੀ ਤੇ ਬਹੁਤ ਖੋਜਾਂ ਕੀਤੀਆਂ, ਤਾਂ ਇਹਨਾਂ ਨੇ ਪਰਿਵਾਰ ਸੰਭਾਲਿਆ। ਮੈਂ ਤੁਹਾਨੂੰ ਇੱਕ ਇਹ ਦੱਸ ਦਿੰਦਾ ਉਹਦਾ ਰੋਲ ਜਾਂ ਮੈਂ ਕੀ ਕੀਤਾ ਕਰ ਲਈ। ਆਪਾਂ ਉਹਨਾਂ ਨੂੰ ਬੁਲਾ ਹੀ ਲੈਂਦੇ ਹਾਂ, ਇਕੱਠੇ ਗੱਲਾਂ ਕਰਦੇ ਹਾਂ ਨਾ। ਸੋ ਇਹਨੇ ਬੱਚਿਆਂ ਦਾ ਧਿਆਨ ਸਭ ਕੁਛ ਰੱਖਿਆ, ਮੈਨੂੰ ਵੀ ਮਦਦ ਕਰਦੀ ਰਹੀ ਜੋ ਕੁਛ ਕਰ ਸਕਦੀ, ਨਾਲ ਬੱਚਿਆਂ ਦਾ ਧਿਆਨ ਵੀ ਰੱਖਿਆ, ਨਾਲ ਆਪਣਾ ਕੰਮ ਵੀ ਸਾਰੇ ਪਾਸੇ ਡਿਊਟੀ ਦਿੱਤੀ। ਮੈਂ ਕਈ ਵਾਰੀ ਫੀਲ ਕਰਦਾ ਕਿ ਜਿਹੜੀ ਇੰਡੀਅਨ ਵਿਮਨ ਆ ਨਾ, ਇਹ ਸਪੀਸੀ ਅੱਡ। ਜਰਮਨੀ 'ਚ ਨਹੀਂ ਜਨਾਨੀਆਂ ਨਾਲ ਹੱਥ, ਪੋਤੜੇ ਵੀ ਘਰ ਵਾਲੀ ਇਕੱਠੇ ਧੋਂਦੇ ਨਿਆਣਿਆਂ ਦੇ। ਅੱਛਾ। ਨਹੀਂ ਬਿਲਕੁਲ ਤੁਹਾਡੀ ਸਹੀ ਗੱਲ ਹੈ ਵੀ ਇੱਥੇ ਤਾਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਖੇਤਾਂ ਦੇ ਵਿੱਚ ਵੀ ਬੀਬੀਆਂ ਕੰਮ ਕਰਾਉਂਦੀਆਂ ਕਿਸਾਨਾਂ ਨਾਲ, ਤੇ ਤੁਹਾਡੇ ਨਾਲ ਵੀ ਮੈਡਮ ਲੱਗੇ ਰਹੇ ਨੇ, ਹਨਾ। ਮੈਡਮ ਬਹੁਤ ਬਹੁਤ ਧੰਨਵਾਦ, ਤੁਸੀਂ ਆਏ, ਸਾਡੇ ਨਾਲ ਗੱਲਬਾਤ ਕਰੋਗੇ। ਤਾਂ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ, ਜ਼ਿੰਦਗੀ ਕਿਵੇਂ ਰਹੀ? ਬਹੁਤ ਅੱਛਾ ਰਿਹਾ ਜੀ, ਸਫ਼ਰ ਅੱਛਾ ਰਿਹਾ। ਭਾਵੇਂ ਕਿ ਬਹੁਤ ਕੰਮ ਕਰਦੇ ਰਹੇ ਨੇ ਡਾਕਟਰ ਸਾਹਿਬ, ਤੇ ਘਰ ਵੱਲ ਅਟੈਂਸ਼ਨ ਨਹੀਂ ਸੀ ਇਹਨਾਂ ਦੀ ਬਿਲਕੁਲ, ਪਰ ਫਿਰ ਵੀ ਅਸੀਂ ਇੰਜੋਏ ਕੀਤਾ, ਕਿਉਂਕਿ ਜਦੋਂ ਕੋਈ ਅਚੀਵਮੈਂਟਸ ਮਿਲਦੀਆਂ ਨੇ ਉਦੋਂ ਡਿਫੀਕਲਟੀਜ਼ ਜਿਹੜੀਆਂ ਆਈਆਂ ਉਹ ਭੁੱਲ ਜਾਂਦੀਆਂ ਨੇ। ਬਿਲਕੁਲ। ਇਹਨਾਂ ਨੇ ਆਪਣਾ ਪਰਿਵਾਰ ਛੱਡ ਕੇ ਪੂਰੇ ਪੰਜਾਬ ਨੂੰ ਆਪਣਾ ਪਰਿਵਾਰ ਬਣਾ ਲਿਆ ਸੀਗਾ। ਹਾਂ, ਪਹਿਲੇ ਮੱਕੀ 'ਚ ਬਹੁਤ ਕੰਮ ਕੀਤਾ ਇਹਨਾਂ ਨੇ। ਹਾਂਜੀ ਹਾਂਜੀ। ਤੇ ਉੱਥੇ ਵੀ ਮਤਲਬ ਦਿਨੇ ਰਾਤ ਕੀਤਾ। ਬੱਚਿਆਂ ਨੇ ਤੇ ਕਦੀ ਦੇਖਿਆ ਹੀ ਨਹੀਂ ਸੀ ਪਾਪਾ ਨੂੰ, ਸਵੇਰੇ ਅਰਲੀ ਇਨ ਦਾ ਮਾਰਨਿੰਗ ਚਲੇ ਜਾਂਦੇ ਸੀਗੇ, ਤੇ ਉਹ ਪਹਿਲੇ ਫੀਲਡ 'ਚ ਜਾਂਦੇ ਸੀਗੇ, ਫੀਲਡ ਤੋਂ ਬਾਅਦ ਫਿਰ ਉਹ ਆਫਟਰਨੂਨ 'ਚ 5 ਵਜੇ ਤੋਂ ਬਾਅਦ ਆਪਣੇ ਪੇਪਰ ਲਿਖਣ ਵਾਸਤੇ ਡਿਪਾਰਟਮੈਂਟ ਚਲੇ ਜਾਂਦੇ ਸੀਗੇ, ਤੇ ਰਾਤ ਨੂੰ ਲੇਟ ਆਉਂਦੇ ਸੀ ਬਹੁਤ। ਅੱਛਾ। ਸੋ ਇਸ ਟਾਈਮ 'ਚ ਫਿਰ ਮੈਂ ਜੌਬ ਵੀ ਕਰਦੀ ਸਾਂ। ਅੱਛਾ। ਫਿਰ ਬੱਚਿਆਂ ਨੂੰ ਤੇ ਮੈਂ ਹੀ ਸੰਭਾਲਣਾ ਸੀਗਾ। ਹਾਂਜੀ ਹਾਂਜੀ। ਕਿੱਥੇ ਐਡਮਿਸ਼ਨ ਦਵਾਉਣਾ ਆ, ਉਹਨਾਂ ਦੀ ਪੜ੍ਹਾਈ ਕਰਵਾਉਣੀ ਆ, ਜਾਂ ਉਹਨਾਂ ਨੂੰ ਅੱਗੇ ਉਹਨਾਂ ਦੇ ਸਕੂਲ ਅਟੈਂਡ ਕਰਨੇ, ਹੋਮਵਰਕ ਕਰਾਉਣਾ, ਇਹ ਸਾਰਾ ਕੁਝ ਮੈਂ ਕਰਦੀ ਸਾਂ।
ਤੇ ਬਾਕੀ ਇਹ ਆਪਣੇ ਕੰਮ 'ਚ ਬਹੁਤ ਬਿਜ਼ੀ ਰਹਿੰਦੇ ਰਹੇ ਸੀਗੇ। ਹਾਂਜੀ, ਹਾਂਜੀ। ਪੇਪਰ ਲਿਖਣ ਦਾ ਸ਼ੌਂਕ ਸੀਗਾ, ਹਾਂਜੀ। ਪੜ੍ਹਨ ਦਾ ਸ਼ੌਂਕ ਸੀਗਾ, ਖੋਜਾਂ ਕਰਨ ਦਾ ਸ਼ੌਂਕ ਸੀ। ਖੋਜਾਂ ਦਾ ਬਹੁਤ ਸ਼ੌਂਕ ਸੀਗਾ। ਹਾਂ ਹਾਂ ਤੇ ਬੜੀ ਥਾਂ ਤੇ ਜਾ ਕੇ ਇਹਨਾਂ ਨੇ ਆਪਣਾ ਜਰਮਨੀ 'ਚ ਜਾ ਕੇ ਵੀ ਬੜਾ ਇੰਪ੍ਰੈਸ ਕੀਤਾ, ਹਾਂ ਬਿਲਕੁਲ। ਮੈਕਸੀਕੋ 'ਚ ਜਾ ਕੇ ਵੀ ਬਹੁਤ ਇੰਪ੍ਰੈਸ ਕੀਤਾ। ਹਾਂਜੀ ਹਾਂਜੀ ਜਿੱਥੇ ਅੱਗੇ ਕੋਈ ਟਿਕਣਾ ਨਹੀਂ ਸੀ ਚਾਹੁੰਦਾ, ਤੇ ਲੁਕਦੇ ਉੱਥੇ ਇਹਨਾਂ ਨੂੰ ਬਾਰ-ਬਾਰ ਇਨਵਾਈਟ ਕੀਤਾ ਜਾਂਦਾ ਰਿਹਾ। ਉਹ ਖਾਲੀ ਇਹਨਾਂ ਦੀ ਮਿਹਨਤ ਤੇ ਇਹਨਾਂ ਦੇ ਡੈਡੀਕੇਸ਼ਨ ਟੂ ਵਰਕ ਕਰਕੇ ਹੋਇਆ ਸਾਰਾ ਕੁਝ। ਇਹ ਕਹਿੰਦੇ ਨੇ ਕਿ ਤੁਸੀਂ ਬਹੁਤ ਲੱਕੀ ਸੀ ਇਹਨਾਂ ਲਈ, ਕਿਉਂਕਿ 11 ਜੁਲਾਈ ਇਹਨਾਂ ਲਈ ਲੱਕੀ ਸੀ। 11 ਜੁਲਾਈ ਨੂੰ ਇੱਥੇ ਇਹਨਾਂ ਨੇ ਮਤਲਬ ਜੁਆਇਨ ਕੀਤਾ ਸੀ PAU, ਤੇ ਉਸ ਤੋਂ ਬਾਅਦ ਅਗਲੇ ਸਾਲ ਹੀ ਵਿਆਹ ਹੋ ਗਿਆ। ਤੇ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਜਦੋਂ ਤੁਸੀਂ ਇਹਨਾਂ ਦਾ ਸਫ਼ਰ ਸ਼ੁਰੂ ਕੀਤਾ, ਉਹ ਸਮਾਂ ਕਿਹੋ ਜਿਹਾ ਸੀ? ਉਹ ਡਿਫਰੈਂਟ ਸੀਗਾ ਕੁਛ, ਕਿਉਂਕਿ ਮੈਂ ਬਿਲਕੁਲ ਸ਼ਹਿਰੀ ਸੀਗੀ ਅੱਛਾ। ਤੇ ਇਹ ਪਿੰਡ ਨੂੰ ਬਿਲੋਂਗ ਕਰਨ ਵਾਲੇ, ਸੋ ਇਸ ਕਰਕੇ ਸਾਡੇ ਕਈ ਚੀਜ਼ਾਂ ਮੈਨੂੰ ਨਵੀਆਂ ਸਿੱਖਣੀਆਂ ਪਈਆਂ ਪਿੰਡ ਦੀਆਂ ਜਿਹੜੀਆਂ ਸੀਗੀਆਂ, ਉਹ ਜਿਹੜੀ ਕਿ ਮੈਂ ਪਹਿਲੇ ਕਦੇ ਜਾਣਦੀ ਨਹੀਂ ਸਾਂ। ਹਾਂਜੀ ਹਾਂਜੀ। ਸੋ ਇਸ ਕਰਕੇ ਥੋੜਾ ਮਤਲਬ ਸਾਨੂੰ ਡਿਫਿਕਲਟੀ ਤਾਂ ਨਹੀਂ ਆਈ, ਪਰ ਇਹ ਹੈ ਕਿ ਛੇੜਖਾਨੀਆਂ, ਜਿਵੇਂ ਮੇਰੀ ਕਿਸੇ ਵਰਡ ਤੇ ਇਹਨਾਂ ਨੇ ਹੱਸ ਪੈਣਾ, ਅੱਛਾ, ਤੇ ਮੈਨੂੰ ਕਈ ਇਹਨਾਂ ਦੇ ਸਮਝ ਹੀ ਨਾ ਆਉਣ। ਅੱਛਾ। ਸੋ ਹੌਲੀ ਮਤਲਬ ਹੱਸਦੇ ਖੇਡਦੇ ਹਾਂ ਜੀ, ਇਸੇ ਤਰ੍ਹਾਂ ਟਾਈਮ ਨਿਕਲ ਗਿਆ। ਤੇ ਬਾਕੀ ਕੋਈ ਇਸ ਤਰ੍ਹਾਂ ਦੀ ਅੱਜ ਵੀ ਜਿਹੜੀ ਅਸੀਂ ਗੱਲਬਾਤ ਕੀਤੀ ਉਹਦੇ ਚੋਂ ਕਾਫੀ ਗੱਲਾਂ ਇਹਨਾਂ ਨੇ ਤੁਹਾਡੀਆਂ ਕੀਤੀਆਂ। ਕਹਿੰਦੇ ਇਹਨਾਂ ਦਾ ਮਤਲਬ ਬਹੁਤ ਵੱਡਾ ਹੱਥ ਰਿਹਾ ਜ਼ਿੰਦਗੀ ਦੇ ਵਿੱਚ ਇੱਥੋਂ ਤੱਕ ਪਹੁੰਚਣ ਲਈ। ਜਦੋਂ 2019 ਦੇ ਵਿੱਚ ਪਦਮ ਸ਼੍ਰੀ ਮਿਲਿਆ, ਹਾਂਜੀ ਹਾਂਜੀ, ਉਦੋਂ ਕੀ ਮਤਲਬ ਤੁਸੀਂ ਮਹਿਸੂਸ ਕੀਤਾ? ਨਹੀਂ, ਹੋਲ ਫੈਮਿਲੀ ਨੇ ਬਹੁਤ ਖੁਸ਼ੀ ਮਨਾਈ, ਪ੍ਰਾਊਡ ਆਫ ਹਿਮ। ਚਲੋ ਕਈ ਅਵਾਰਡ ਮਿਲਦੇ ਰਹੇ ਟਾਈਮ ਟੂ ਟਾਈਮ, ਹਾਂਜੀ, ਪਰ ਪਦਮ ਸ਼੍ਰੀ ਇਜ਼ ਸਮਥਿੰਗ ਵੈਰੀ ਗ੍ਰੇਟ। ਸੋ ਸਾਡੇ ਬੱਚੇ ਵੀ ਬਹੁਤ ਖੁਸ਼ ਹੋਏ, ਸਾਡੀ ਫੈਮਿਲੀ ਵੀ ਬਹੁਤ ਜ਼ਿਆਦਾ ਖੁਸ਼ ਹੋਏ ਸਾਰਿਆਂ ਨੇ। ਅੱਛਾ। ਤੇ ਇਹ ਤੇ ਹੈ ਹੀ ਖੁਸ਼ੀ ਦੀ ਗੱਲ ਸੀਗੀ ਕਿ ਚਲੋ ਮਿਹਨਤ ਜਿਹੜੀ ਹੈ ਉਹ ਕੰਮ ਆਈ, ਹਾਂ, ਰੈਕੋਗਨਾਈਜ਼ ਹੋਈ। ਸਰ ਤੁਸੀਂ ਮਤਲਬ ਆਪਾਂ ਅੰਤ ਕਰਦੇ ਹਾਂ, ਬਹੁਤ ਲੰਬੀ ਮੁਲਾਕਾਤ ਰਹੀ, ਮੈਡਮ ਨਾਲ ਵੀ ਗੱਲਬਾਤ ਕੀਤੀ। ਤੁਸੀਂ ਕਿਵੇਂ ਕਹਿਣਾ ਚਾਹੁੰਦੇ ਹੋ, ਕਿਉਂਕਿ ਹੋਰ ਵੀ ਇਹੋ ਜਿਹੇ ਕਾਮੇ ਬੰਦੇ ਜਿਹੜੇ ਹੁੰਦੇ ਆ ਉਹ ਪਰਿਵਾਰ ਨੂੰ ਸਮਾਂ ਘੱਟ ਦੇ ਪਾਉਂਦੇ ਆ, ਹੈ ਨਾ, ਤੇ ਉਹ ਸਮਾਜ ਨੂੰ ਜ਼ਿਆਦਾ ਸਮਾਂ ਦੇ ਪਾਉਂਦੇ ਆ, ਤਾਂ ਹੀ ਉਹਨਾਂ ਦਾ ਪਰਿਵਾਰ ਹੀ ਐਡਾ ਵੱਡਾ ਹੋ ਜਾਂਦਾ। ਤੇ ਕੀ ਤੁਸੀਂ ਕਹੋਗੇ ਆਪਣੇ ਪਰਿਵਾਰ ਬਾਰੇ ਤੇ ਹੋਰ? ਨਹੀਂ ਦੇਖੋ, ਆਪਾਂ ਕੋਲ 24 ਘੰਟੇ ਆ। 24 ਘੰਟਿਆਂ 'ਚ ਬੇਸ਼ੱਕ ਆਪਾਂ ਗੱਪਾਂ ਮਾਰ ਲਈਏ, ਬੇਸ਼ੱਕ ਪਰਿਵਾਰ ਦਾ ਕੰਮ ਕਰ ਲਈਏ, ਬੇਸ਼ੱਕ ਦੂਸਰਾ ਜਿਹੜਾ ਦਫ਼ਤਰ ਵਾਲਾ ਕੰਮ ਜਾਂ ਜੋ ਉਧਰ ਜ਼ਿਆਦਾ ਜੋ। ਸੋ ਇਹ ਤੇ ਐਜ਼ ਏ ਟੀਮ ਕੰਮ ਹੋਊਗਾ। ਸੋ ਇੱਕ ਤੇ ਟੀਮ ਆਪਣੀ ਪ੍ਰੋਫੈਸ਼ਨਲ ਹੋਊਗੀ, ਜਿਹੜੇ PAU ਦੇ ਸਾਇੰਟਿਸਟ ਆ, ਟੀਮ ਡਾਇਰੈਕਟਰ ਸਾਹਿਬਾਨ ਨੇ। ਦੂਸਰੀ ਫੈਮਿਲੀ ਦੀ ਟੀਮ ਆ, ਜਿਹਦੇ ਵਿੱਚ ਵਾਈਫ ਦਾ ਮੇਜਰ ਰੋਲ ਹੈ, ਜੋ ਮਾਂ ਦਾ ਬੱਚਿਆਂ ਨਾਲ ਹੈ ਲਗਾਓ। ਪਿਓ ਤੇ ਕੰਮ ਤੇ ਜਾਂਦਾ ਵਾ, ਤੁਸੀਂ ਹਰ ਪਾਸੇ ਦੇਖ ਲਓ, ਮਾਂ ਦੇ ਨਾਲ ਬੱਚੇ ਜ਼ਿਆਦਾ ਜੁੜੇ ਹੁੰਦੇ ਆ। ਤੇ ਸੋ ਇਹ ਟੀਮ ਵਰਕ ਹੈ, ਦੋਨੋਂ ਪਾਸੇ ਟੀਮ ਵਰਕ ਹੈ, ਟੀਮ ਤੋਂ ਬਗੈਰ ਨਹੀਂ। ਔਰ ਜਿਹੜੇ ਅੱਗੇ ਆਪਣੇ ਸਾਇੰਸਦਾਨ ਉਹਨਾਂ ਬਾਬਤ ਮੈਂ ਕਹੂੰਗਾ ਕਿ ਸੋਚੋ, ਨਵੀਂ ਗੱਲ ਸੋਚੋ, ਨਵੀਂ ਗੱਲ ਵੇਖਦੇ ਸੋਚੋ ਇਹ ਕਿਉਂ ਆ। ਇਹ ਨਹੀਂ ਕਿ ਨਵੀਂ ਗੱਲ ਵੇਖ ਲਈ ਤੇ ਪੇਪਰ ਛਾਪ ਦਿਓ। ਸਾਇੰਸ ਤੇ ਉੱਥੋਂ ਆਉਂਦੀ ਆ ਵੀ ਇਹ ਕਿਉਂ ਆ, ਕਿਉਂ ਵਾਲੇ ਪਾਸੇ ਜਾਓ, ਫਿਰ ਪਤਾ ਲੱਗਦਾ ਅਗਲੀਆਂ ਗੱਲਾਂ ਦਾ, ਫਿਰ ਲਾਂਘਾਂ ਪੁੱਟੀਆਂ ਜਾਂਦੀਆਂ ਸਾਇੰਸ ਦੇ ਵਿੱਚ। ਬਿਲਕੁਲ। ਆਪਾਂ ਵੈਸੇ ਅਕਸਰ ਗੱਲਾਂ ਕਰਦੇ ਹੁੰਦੇ ਆ ਕਿ ਮੇਰੀ ਕਾਮਯਾਬੀ ਲਈ ਉਹਨਾਂ ਦਾ ਸਾਥ ਸੀ, ਉਹਨਾਂ ਦਾ ਸਾਥ ਸੀ, ਪਰ ਇਹ ਬਿਲਕੁਲ ਵੱਡੀ ਗੱਲ ਹੈ ਵੀ ਸਭ ਤੋਂ ਜ਼ਿਆਦਾ ਸਾਥ ਫੈਮਿਲੀ ਦਾ ਹੋਣਾ ਚਾਹੀਦਾ, ਬਿਲਕੁਲ, ਹੈ ਨਾ, ਫੇਰ ਹੀ ਬੰਦਾ ਅੱਗੇ। ਜੇ ਘਰੋਂ ਸਪੋਰਟ ਨਹੀਂ ਮਿਲਦੀ ਤਾਂ ਤੁਸੀਂ ਦਫ਼ਤਰ 'ਚ ਕਿਸ ਤਰ੍ਹਾਂ ਕੰਮ ਕਰ ਸਕਦੇ? ਜੇ ਘਰੋਂ ਰੋਜ਼ ਝਿੜਕਾਂ ਪੋਜ਼ਿਟਿਵ ਹੁੰਦੀਆਂ, ਥੋੜਾ ਜਿਹਾ ਰੱਖੋ ਧਿਆਨ, ਤੇ ਝਿੜਕਾਂ ਹੋਰ ਤਾਂ ਨੈਗੇਟਿਵ ਹੁੰਦੀਆਂ। ਹੁਣ ਦੱਸਿਆ ਨਹੀਂ ਗਾ, ਜਦੋਂ ਵਿਆਹ ਤੋਂ ਪਹਿਲਾਂ ਜੇ ਬੱਚੇ, ਵਿਆਹ ਤੋਂ ਬਾਅਦ ਜਦੋਂ ਬੱਚੇ ਨਹੀਂ ਸੀਗੇ, ਤੇ ਮੇਰੇ ਨਾਲ ਪੇਪਰ ਜਿਹੜੇ ਚੈੱਕ ਕਰਵਾਉਂਦੀ ਰਹੀ। ਹਾਂ ਬਿਲਕੁਲ, ਉਹ ਬਹੁਤ ਵੱਡੀ ਸਪੋਰਟ। ਸਪੋਰਟ ਤੋਂ ਬਗੈਰ ਨਹੀਂ ਕੁਛ। ਸਰ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਤੁਹਾਡਾ ਪੂਰਾ ਸਫ਼ਰ। ਮੈਡਮ ਬਹੁਤ ਧੰਨਵਾਦ, ਤੁਸੀਂ ਵੀ ਦੱਸਿਆ। ਤੇ ਇਹ ਜਿਹੜੀ ਮੁਲਾਕਾਤ ਹੈ ਹੋਰ ਨਵੇਂ ਨੌਜਵਾਨਾਂ ਨੂੰ ਸੇਧ ਦੇਊਗੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਧੰਨਵਾਦ।